KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:14 ਹੋਏ ਨੇ। 1 ਜੂਨ ਦਾ ਦਿਨ ਹੈ, ਵਰਾ 2020 ਦਾ, ਸੋਮਵਾਰ ਹੈ। 18 ਜੇਠ ਸੰਮਤ 552 ਨਿਗਾਹ ਦੇ ਭਗਤ ਹੈ। ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮਨਾਮਾ ਗੱਲਬਾਤਾਂ, ਗੀਤ ਸੰਗੀਤ, ਸੁਲਝ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ ਦੇ ਵਿੱਚ ਪੰਜਾਬ ਤੋਂ ਘੱਲੂਘਾਰੇ ਦੀ ਤੀਸਰੀ ਲੜੀ ਦੇ ਸੰਬੰਧ ਦੇ ਵਿੱਚ ਰਾਜਪਾਲ ਬਰਾੜ ਨਾਲ ਗੱਲਬਾਤ ਹੋਏਗੀ। 20ਵੀਂ ਸਦੀ ਦੀ ਸਿੱਖ ਰਾਜਨੀਤੀ ਤੇ ਘੱਲੂਘਾਰੇ ਦੇ ਦਿਨਾਂ ਤੱਕ ਪਹੁੰਚਦੇ ਹਾਂ। ਇਸ ਨੂੰ ਆਪਾਂ 1920 ਤੋਂ ਸ਼ੁਰੂ ਕਰਾਂਗੇ ਤੇ ਫਿਰ ਉੱਥੇ ਤੱਕ ਪਹੁੰਚਣ ਦੇ ਕਾਰਨ, ਉੱਥੇ ਤੱਕ ਕਿਵੇਂ ਅਸੀਂ ਪਹੁੰਚੇ, ਉਸ ਦੀ ਗੱਲਬਾਤ ਹੋਏਗੀ। ਤੇ ਨਾਲ ਹੀ 12:30 ਤੱਕ ਇਸ ਨੂੰ ਆਪਾਂ ਫਿਨਿਸ਼ ਕਰਾਂਗੇ ਤੇ 12:30 ਤੋਂ ਬਾਅਦ ਫਿਰ ਕੁਝ ਸਮਾਜ ਦਾ ਘੰਟਾ ਤੁਸੀਂ ਵੀ ਗੱਲਬਾਤ ਕਰਿਓ। ਪਿਛਲੇ ਘੰਟੇ ਦੇ ਵਿੱਚ ਕੁਝ ਦੁਨੀਆ ਦੀਆਂ ਖਾਸ ਖਬਰਾਂ, ਉਸ ਤੇ ਗੱਲਬਾਤ ਹੋਏਗੀ। 1844 247 1550 ਤੇ ਤੁਸੀਂ ਸ਼ਾਮਲ ਹੋਣਾ ਜੀ। 184424711550 KRPradio.com ਤੇ ਸਿੱਧਾ ਪ੍ਰਸਾਰਣ ਹੋ ਰਿਹਾ। ਪ੍ਰੋਗਰਾਮ ਰਹਿ ਜਾਏ ਤਾਂ ਉਸ ਨੂੰ ਤੁਸੀਂ YouTube ਤੇ ਸੁਣ ਸਕੋਗੇ। ਤੇ ਜਿੱਥੇ KRPA ਰੇਡੀਓ ਤੇ ਹੁਣ ਸਿੱਧਾ ਪ੍ਰਸਾਰਣ ਚੱਲ ਰਿਹਾ, YouTube ਤੇ ਲੋਕ ਸੱਥ ਦੇ ਨੂੰ ਤੁਸੀਂ ਸੁਣੋਗੇ LOKSATTH ਪਾ ਕੇ। ਤੇ ਪ੍ਰੋਗਰਾਮ ਸਾਰੇ ਇਸ ਹਫ਼ਤੇ ਦੇ ਪੂਰੇ ਜਿਹੜੇ ਤੁਹਾਡੇ ਸਨਮੁਖ ਹੋਣਗੇ ਤੇ ਇਸ ਨੂੰ ਲੜੀ ਦੇ ਵਿੱਚ ਕੋਸ਼ਿਸ਼ ਕਰਾਂਗਾ ਬਈ ਇਸ ਨੂੰ ਇੱਕ ਲੜੀ ਦੇ ਵਿੱਚ ਸਾਰੇ ਘੱਲੂਘਾਰੇ ਦੇ ਪ੍ਰੋਗਰਾਮ ਇਕੱਠੇ ਕਰਕੇ ਪਾ ਦਿੱਤੇ ਜਾਣ। ਦਫ਼ਤਰ ਦਾ ਨੰਬਰ ਹੈ 604-440 6462, info@krpradio.com ਦਫ਼ਤਰ ਦੀ ਈਮੇਲ ਹੈ। ਤੇ ਹਰਜੀਤ ਸਿੰਘ ਗਿੱਲ ਦਾ ਫੇਸਬੁੱਕ ਦਾ ਪੇਜ ਤੇ ਅਕਾਊਂਟ, ਜਿੱਥੇ ਤੁਸੀਂ ਨਾਲ ਰਹਿੰਦੇ ਹੋ, harjeet.g@krpradio.com ਤੇ ਤੁਸੀਂ ਕੋਈ ਈਮੇਲ ਜਿਹੜੀ ਹੈ ਉਸ ਨੂੰ ਭੇਜ ਸਕਦੇ ਹੋ। ਤੇ ਫੇਸਬੁੱਕ ਹਰਜੀਤ ਸਿੰਘ ਗਿੱਲ। ਕਾਹਦੇ ਵਾਧੇ ਕਾਹਦੇ ਘਾਟੇ, ਜੀਨਾ ਪਹਿਲੇ ਪੀਲੇ ਅੰਮ੍ਰਿਤ ਬਾਟੇ। ਕਾਹਦੇ ਵਾਧੇ ਕਾਹਦੇ ਘਾਟੇ, ਜੀਨਾ ਪੀਲੇ ਅੰਮ੍ਰਿਤ ਬਾਟੇ। ਦਿਲ ਵਿੱਚ ਸਬਰ, ਦਇਆ ਤੇ ਗੈਰਤ, ਜਿਨ੍ਹਾਂ ਜਾਣਿਆ ਹੋਈ ਹੈਰਤ। ਹੌਲੀਆਂ ਉਮਰਾਂ ਜੇਰੇ ਪਰਬਤ, ਉਂਝ ਜਵਾਲੇ। ਬੋਲੀ ਸ਼ਰਬਤ ਡੱਕਣੇ ਕੀ ਸਰਕਾਰਾਂ ਨੇ। ਜਿਸਨੇ 4 ਵਾਰ ਕੇ ਆਖਿਆ, ਸੱਚੀ ਜੁਗਾ ਜੁਗਾ ਤੱਕ ਭਾਖਿਆ। ਜਿਉਂਦੇ ਲੱਖ ਹਜ਼ਾਰਾਂ। ਦਿੱਲੀ ਦੱਖਣੋਂ ਚੜੀਆਂ ਫੌਜਾਂ, ਇੱਧਰ ਸੂਰਮਿਆਂ ਮਨ ਮੌਜਾਂ। ਕੱਚੀ ਗੜੀ ਖਿਆਲਾਂ ਅੰਦਰ, ਹੌਸਲੇ ਸ਼ੂਬੇ ਉੱਡ ਕੇ ਅੰਬਰ। ਧਰ ਕੇ ਸੀਸ ਤਲੀ ਤੇ ਬਹਿ ਗਏ, ਚਾਹੇ ਪ੍ਰੇਮ ਖੇਲਣ ਦਾ ਕਹਿ ਕੇ। ਡੀਕਣ ਲਾਟ ਪਤੰਗੇ ਜੀ, ਪਿਘਲਿਆ ਖੂਨ ਚਿਰਾਂ ਦਾ ਠਰਿਆ। ਮੱਥਾ ਗੁਰੂ ਦੀ ਦੇਹਲੀ ਧਰਿਆ, ਗਏ ਨੇ ਰੰਗ ਵਿੱਚ ਰੰਗੇ ਚ। ਉਹਨਾਂ ਨੇਤਰਾਂ ਵਿੱਚ ਖਮਾਰੀ ਆ ਕੇ ਰਚ ਗਈ ਕਾਇਨਤ ਸਾਰੀ। ਜਿੱਥੇ ਚੜ੍ਹਦੀ ਕਲਾ ਦੀਆਂ 18 ਕੱਲਾ ਕੱਲਾ ਲੱਖ ਹਜ਼ਾਰਾਂ। ਮੁੰਡੇ ਫੁੱਲ ਪਹਾੜ ਸੀ ਜੇਰੇ, ਬਾਬਾ ਲਾਗੇ ਚਰਨੀ ਤੇਰੇ। ਸੌਖੇ ਬੰਦ ਨਵੇੜੇ ਨਾ, ਮੁੱਠ ਤੇ ਛੋਲੇ ਜੇਬੀ ਪਾ ਕੇ। ਬੈਠੇ ਧਰਮ ਆਸਰਾ ਲਾ ਕੇ, ਡਰ ਪੈ ਨੇੜੇ ਤੇੜੇ ਨਾ। ਜਾਂ ਫਿਰ ਉਸ ਬੰਨੇ ਲਿਖ ਗਏ ਨਾਲ ਲਹੂ ਦੇ ਪੰਨੇ। ਮਲਦੇ ਹੱਥ ਰਹਿ ਗਏ ਜਰਮਾਣੇ, ਕਰ ਗਈ ਕੌਤਕ ਨੀਲੇ ਬਾਣੇ। ਪਿੰਜਰੇ ਰਹਿ ਗਏ ਉੱਡ ਗਈਆਂ ਰੂਹਾਂ, ਕਿੱਥੋਂ ਕਿੱਥੋਂ ਕੱਢ ਕੇ ਸੂਹਾਂ। ਕਹਿੰਦੇ ਖਾਲਸਾ ਪਿੰਡਾਂ ਸੀ ਜਿੱਤ ਬਦਲਤੀਆਂ ਵਿੱਚ ਹਾਰਾਂ। ਹੱਸੀਆਂ ਖਾਲਸੀਆਂ ਦਸਤਾਰਾਂ, ਕੀ ਸੱਚ ਨੇ ਕਿੱਥੇ ਝੜਨਾ ਸੀ, ਕਿ ਸੱਚ ਨੇ ਕਿੱਥੇ ਝੜਨਾ ਸੀ। ਸੁਰਿੰਦਰ ਸਿੰਘ ਦਾ ਮਾਜਰਾ ਲਿਖਦਾ ਹੈ, ਜਿਸ ਤਰ੍ਹਾਂ ਸ਼ੁਰੂ 'ਚ ਤੁਹਾਨੂੰ ਦੱਸਿਆ ਸੀ ਕਿ ਹਰ ਸਾਲ ਇਸ ਹਫ਼ਤੇ ਆਪਾਂ ਪਿਛਲੇ ਰਕਲ 7 ਸਾਲਾਂ ਤੋਂ ਘੱਲੂਘਾਰੇ ਦੇ ਇਹਨਾਂ ਦਿਨਾਂ ਨੂੰ ਜਿਹੜਾ ਉਹ ਯਾਦ ਕਰਦੇ ਹਾਂ। ਤੀਸਰਾ ਘੱਲੂਘਾਰਾ ਕੌਮ 'ਚ ਵੱਡਾ ਛੋਟਾ, ਪਹਿਲਾ ਕਾਹਨੂੰਵਾਨ ਦੀ ਛੰਭ ਤੇ ਉਸ ਤੋਂ ਬਾਅਦ ਕੁੱਪਰ ਹੀੜਾ ਤੇ ਤੀਸਰਾ ਘੱਲੂਘਾਰਾ। ਸਾਕਿਆਂ ਤੇ ਘੱਲੂਘਾਰਿਆਂ 'ਚ ਫਰਕ ਹੈ। ਸਾਕਾ ਇੱਕ ਬੰਨੋਂ ਵਰਤਾਇਆ ਜਾਂਦਾ ਜਿਵੇਂ ਗੁਲਾਮ ਪਾਤਸ਼ਾਹ ਦਾ ਸਾਕਾ ਹੈ, ਸਰਹੰਦ ਦਾ ਸਾਕਾ, ਚਮਕੌਰ ਦਾ ਸਾਕਾ ਨਹੀਂ, ਚਮਕੌਰ ਦਾ ਯੁੱਧ ਹੈ। ਤੇ ਇਹ ਘੱਲੂਘਾਰਾ ਜਿਹੜਾ ਇਹ, ਇਸ ਦੀ ਅੱਜ ਮੈਂ ਗੱਲਬਾਤ ਆਪਾਂ 1 ਹਫ਼ਤਾ ਕਰਨੀ ਹੈ। ਅਲੱਗ-ਅਲੱਗ ਵਿਦਵਾਨਾਂ ਨੂੰ ਤੁਹਾਡੇ ਸਨਮੁਖ ਕਰਾਂਗਾ, ਬੇਨਤੀ ਕਰ ਰਹੇ ਹਾਂ ਕਿਉਂਕਿ ਅੱਧੀ ਰਾਤ ਦਾ ਸਮਾਂ ਹੈ। ਹਰ ਇੱਕ ਬੇਨਤੀ ਨਹੀਂ ਮੰਨਦੇ, ਪਰ ਰਾਜਪਾਲ ਸਿੰਘ ਬਰਾੜ ਉਹਨਾਂ ਨੂੰ ਪਿਛਲੇ ਦਿਨ ਵੀ ਆਪਾਂ ਸੁਣਿਆ ਸੀ ਚੀਨ ਤੇ ਭਾਰਤ ਦੇ ਕਨਫਲਿਕਟ ਤੇ ਅੱਜ ਫੇਰ ਨਾਲ ਨੇ। ਸਰ ਸਾਹਿਬ ਨੇ ਜਿੱਥੇ
किताब अंग्रेजी की लिखी है, जद अब्दाली की पालकी नूं झटके लगे, when अब्दाली is पहला कीन troubled, सिख मिसलों का एक बाप दादे वालों नाने वालों पोते नूं सुनाई हुई एक कहानी के रूप च किताब तुसीं अपनियां लाइब्रेरियां का शिंगार बनाओ। ते उन्हां दी पकड़ है दुनिया की, जियो पॉलिटिक्स ते बहुत पकड़ है दुनिया च कित्थे की हो रहा है। उन्हां दे नाल अज मैं 20वीं सदी नूं तुहाडे सन्मुख करना। सदी के शुरुआत तो जद तो श्रोमणी अकाली दल श्रोमणी गुरुद्वारा प्रबंधक कमेटी तो लैके 1920 तो आप अज तुरांगे सिखां दा किहो जिहा समां रहा। आज़ादी तो पहला यह 47 साल पहला जब शुरू हुई जथेबंदियां, ते फिर आज़ादी तो बाद फर्क की पिया, सिखां दी यह पंजाब दी मंग सिखां दी कल्ले किवें हो के रह गई, गुरु दे दसे हुए गाड़ी राह बराबरता दे गल जात पात किवें आ गई, ऊंच नीच किवें आ गई, पैसा धेले वाले किधर आ गए, गुरु डम किवें आया, ते फिर अगले दिनों दे विच अगलियां गल्लां होणगियां। बराड़ साहब तुहाडा स्वागत जी। वाहिगुरू जी का खालसा, वाहिगुरू जी की फतेह जी। वाहिगुरू जी का खालसा, वाहिगुरू जी की फतेह जी। सारे ਸਰੋਤਿਆਂ ਵੱਲੋਂ भी जी धन्यवाद, तुसीं देर रात तक उड़ीकदे रहे, अज गल करते हो, धन्यवाद। घल्लूघर दे दिन सरदार साहब जब आउंदे ने, हर साल आपां एक हफ्ता पूरा रेडियो ते इस दे 5 दिन आपां अलग अलग दृष्टिकोण तो उन्हां दी गल करदे हां। खालसे जाहो जलाल दी गल एक दिन मैं करदा, जरनैल सिंह दी खालसा पिंडां वाले ते उन्हां योधियां दे 4-5 दिनों की उस जंग की भी गल होंदी है, पर उस तो पहला उन्हां दिनां तक पहुंचण दे कारण जिहड़ी बहमंडी सोच बराबरता की गल उहदा खलल क्यों पैंदा, सिखां दे नाल उत्थे रौला क्यों है, जां हले पंजाब च रहिंदे ही लगदा कि सिखां दा ही रौला भी होर कौमां भी बराबरता की गल आज़ादी की गल उत्थे करदियां ने। मैं तुहाडी जिहड़ी पिछले दिनी कुछ गल्लां बातां तुहाडीआं सुणदा सा मैं, जिहड़ियां यूट्यूब ते पईआं ने, मैं उसे कॉन्टैक्स्ट दे विच लोकां तक उसनूं पहुंचाउणा चाहुंदा कि ये जिहड़ी रिफ्ट जिहड़ी शुरू हुई ਉਹਦੇ मूल कारण कि इसनूं गुरु काल तो आपां रखीए जां मिसलां तो रखीए, क्योंकि चीज़ उही तुरी आउंदी है, रूह उही है। मिसलां दा तुसीं खुद इतिहास लिखिआ, जे थोड़ी बहुती मिसल की झात दे के ते फिर आपां 20वीं सदी च लैके आईए जी, उत्थों शुरू करी, तुहाडी किताब तो ही आपां जे शुरू कर लई जी। अपना आए है जी कि जिहड़ी ये मूवमेंट चली या ये लहर चली, ਇਹਦਾ ਵੈਸੇ ਤਾਂ ਵੇਖੋ ਇੱਕ ਕੰਟੀਨਿਊਟੀ ਹੀ ਬਣਦੀ ਆ ਮਿਸਲ ਕਾਲ ਤੋਂ ਸਿੱਖ ਰਾਜ ਆਇਆ, ਪਰ ਜਦੋਂ ਸਿੱਖ ਰਾਜ ਖਤਮ ਹੋ ਗਿਆ ਤੇ ਕੁਛ ਚਿਰ ਬਾਅਦ ਸਿੱਖਾਂ ਦੇ ਉੱਤੇ ਮਤਲਬ ਈਸਾਈ ਮਤ ਦਾ ਹੋਰ ਮਤਾਂ ਦੇ ਹਮਲੇ ਹੋਣੇ ਸ਼ੁਰੂ ਹੋ ਗਏ ਤੇ ਕਨਵਰਸ਼ਨ ਦਾ ਦੌਰ ਚੱਲਿਆ ਤੇ ਇੱਕ ਲਹਿਰ ਉੱਠ ਖੜੀ ਜਿਸ ਦਾ ਨਾਂ ਸਿੰਘ ਸਭਾ ਲਹਿਰ ਕਹਿੰਦੇ ਆ ਅਸੀਂ। ਇੱਕ ਤਰ੍ਹਾਂ ਦੀ ਸਿੱਖ ਰਿਵਾਈਵਲ ਮੂਵਮੈਂਟ ਸੀ ਜਿਹਦੇ ਵਿੱਚ ਸਿੱਖੀ ਨੂੰ ਦੁਬਾਰਾ ਪਰਿਭਾਸ਼ਿਤ ਕੀਤਾ ਗਿਆ ਜਾਂ ਦੁਬਾਰਾ ਉਸ ਸਮੇਂ ਦੇ ਹਿਸਾਬ ਨਾਲ ਇੰਟਰਪ੍ਰੇਟ ਕਰਕੇ ਉਹਦੀ ਅਵੇਅਰਨੈਸ ਲਹਿਰ ਚਲਾਈ ਗਈ ਤੇ ਉਸ ਨਾਲ ਸਿੱਖਾਂ ਦੇ ਵਿੱਚ ਬਹੁਤ ਜਾਗਰੂਕਤਾ ਆ ਗਈ। ਸਿੱਖ ਮਾਸਸ ਦੇ ਵਿੱਚ ਕਾਫੀ ਧਰਮ ਨੂੰ ਲੈ ਕੇ ਉਹਨਾਂ ਨੂੰ ਕਾਫੀ ਜਾਗਰੂਕਤਾ ਆ ਗਈ ਤੇ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਇਸ ਜਾਗਰੂਕਤਾ ਦੇ ਕਾਰਨ ਤੇ ਕੁਛ ਕਿਉਂਕਿ ਸਿੱਖ ਬਾਹਰੋਂ ਵੀ ਰਿਟਰਨ ਹੋ ਰਹੇ ਸੀ, ਫਿਰ ਆਰਮੀ ਦੇ ਵਿੱਚੋਂ ਵੀ ਕਾਫੀ ਸੀ, ਤਾਂ ਉਹਨਾਂ ਨੇ ਦੇਖਿਆ ਕਿ ਸਾਡੇ ਗੁਰਦੁਆਰਿਆਂ ਦਾ ਦਾ ਸਿਸਟਮ ਹੈਗਾ ਜਿਹੜਾ ਉਹ ਮਹੰਤਾਂ ਦੇ ਹੱਥ 'ਚ ਆ ਗਿਆ ਤੇ ਉਹਦੇ 'ਚ ਬਹੁਤ ਨਿਗਾਰ ਆਇਆ ਹੋਇਆ। ਇਹ ਤਕਰੀਬਨ ਉਸ ਤੋਂ ਬਾਅਦ ਇੱਕ ਸਿੱਖਾਂ ਨੇ ਇੱਕ ਰਿਵਾਈਵਲ ਮੂਵਮੈਂਟ ਚਲਾਈ ਜਿਹਨੂੰ ਵੈਸੇ ਤਾਂ ਸੁਧਾਰ ਲਹਿਰ ਕਿਹਾ ਜਾਂਦਾ, ਪਰ ਇੱਕ ਤਰ੍ਹਾਂ ਦਾ ਪੁਰਾਣਾ ਸਿਸਟਮ ਹੀ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਤੇ ਸਿੱਖ ਗੁਰਦੁਆਰਾ ਸੁਧਾਰ ਲਹਿਰ ਚੱਲੀ ਜੀ। ਤੇ ਇਹਦੇ ਵਿੱਚੋਂ ਦੋ ਚੀਜ਼ਾਂ ਨਿਕਲ ਕੇ ਆਈਆਂ, ਇੱਕ ਤਾਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਤੇ ਦੂਸਰਾ ਇਹਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨਿਕਲ ਕੇ ਆਇਆ ਜੀ। ਸ਼੍ਰੋਮਣੀ ਗੁਰਦੁਆਰਾ ਕਮੇਟੀ ਜਿਹੜੀ ਸੀ ਇਹਨੇ ਸੰਸਥਾਵਾਂ ਦੀ ਜਾਂ ਸਿੱਖ ਗੁਰਦੁਆਰਿਆਂ ਦੀ ਦੇਖ ਰੇਖ ਸਾਂਭ ਸੰਭਾਲ ਕਰਨੀ ਸੀ ਤੇ ਪ੍ਰਚਾਰ ਦਾ ਕਰਨ ਵਾਲੀ ਸੰਸਥਾ ਸੀ। ਤੇ ਦੂਜੇ ਪਾਸੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੀ ਇਹਨੇ ਸਿੱਖਾਂ ਦੀ ਜਿਹੜੀ ਉਹਨਾਂ ਦੀਆਂ ਡਿਮਾਂਡਸ ਆ ਜਾਂ ਉਹਨੂੰ ਜਾਂ ਸਿੱਖਾਂ ਦੀ
ਦੇ ਇੰਟਰਸਟ ਹੈਗੇ ਆ ਉਹਨੂੰ ਪਰਿਭਾਸ਼ਿਤ ਕਰਨਾ ਸੀ, ਬਿਆਨ ਕਰਨਾ ਸੀ ਫਿਰ ਲੋਕਾਂ 'ਚ, ਤੇ ਉਸ ਨੂੰ ਸੁਰੱਖਿਅਤ ਕਰਨਾ ਸੀ ਸਿੱਖਾਂ ਦੇ ਇੰਟਰਸਟ ਨੂੰ। ਜੀ ਜੀ, ਅੱਛਾ ਜੀ, ਇੱਥੋਂ ਹਾਂਜੀ ਹਾਂ ਕੰਟੀਨਿਊ ਕਰੋ। ਹਾਂਜੀ 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 ਪਿੱਛੇ ਅੱਛਾ, ਇਹ 1920 ਤੋਂ ਬਾਅਦ ਜਦ ਇਸ ਨੂੰ ਸ਼ੁਰੂਆਤ ਹੁੰਦੀ ਆ ਦੋਨੇ ਜਥੇਬੰਦੀਆਂ ਦੀ, ਉਹ ਉਸ ਕਾਲ ਤੋਂ ਲੈ ਕੇ ਮਤਲਬ ਪਹਿਲੇ ਸਾਲ ਜਦ ਇਹ ਜੋਬਨ ਤੇ ਸੀ ਉਸ ਤੋਂ ਜਦ ਸ਼ੁਰੂਆਤ ਕਰਦੇ ਆ ਆਪਾਂ, ਤੇ ਮਤਲਬ 1920 ਤੋਂ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਇਹਨਾਂ ਜਥੇਬੰਦੀਆਂ ਦੇ ਕਿਹਨਾਂ ਦੇ ਕੋਲ ਬਾਗਡੋਰ ਸੀ, ਲੀਡਰ ਕੌਣ ਸੀ ਜੀ ਇਸ ਦੇ? ਆਪਣੇ ਜਿਹੜੀ ਤਾਂ ਸ਼੍ਰੋਮਣੀ SGPC ਸੀ ਇਹ ਤਾਂ ਸੰਸਥਾ ਸੀ, ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੀ ਇਹ ਸਮਝ ਲਓ ਜਥੇਬੰਦੀ ਸੀਗੀ। ਇਹਦੇ ਵਿੱਚ ਜਿਹੜੇ ਮੁੱਖ ਲੀਡਰ ਸੀਗੇ ਇਹ ਸਿੱਖ ਮਾਸਸ ਤੋਂ ਹੀ ਉੱਠੇ ਦੇ ਲੀਡਰ ਸੀ। ਕੋਈ ਆਏ ਕੋਈ ਚੋਣਾਂ ਨਹੀਂ ਹੋਈਆਂ ਸੀ, ਪਰ ਜਥੇਬੰਦੀਆਂ ਇੱਕ ਨੈਚੁਰਲ ਸਿਲੈਕਸ਼ਨ ਜਿਹੜੀ ਸਿੱਖ ਰਵਾਇਤ ਦੇ ਹਿਸਾਬ ਨਾਲ ਸੀ ਉਵੇਂ ਨਿਕਲੀ ਸੀ। ਤੇ ਉਹਦੇ ਵਿੱਚ ਆਪਣਾ ਤੇਜਾ ਸਿੰਘ ਸਮੁੰਦਰੀ ਤੇ ਆਪਣਾ ਸਰ ਖੜਕ ਸਿੰਘ ਇਹ ਲੋਕ ਸੀਗੇ। ਤੇ ਜਿਵੇਂ ਜਿਵੇਂ ਅੱਗੇ ਮੂਵਮੈਂਟ ਚੱਲੀ ਤੇ ਅੰਗਰੇਜ਼ਾਂ ਨੇ ਇਹਦਾ ਬਹੁਤ ਵਿਰੋਧ ਕੀਤਾ, ਤੇ ਉਹਦੇ ਵਿੱਚ ਫਿਰ ਲੀਡਰਸ਼ਿਪ ਦੇ ਵਿੱਚ ਗਰਮ ਦਲੀਆ ਲੀਡਰਸ਼ਿਪ 'ਚ ਆਪਣਾ ਮਾਸਟਰ ਤਾਰਾ ਸਿੰਘ ਹਰੇ ਅਖੀਰ ਨਿਕਲ ਕੇ ਆਏ। ਤੇ ਇਸ ਮੂਵਮੈਂਟ ਦੇ ਵਿੱਚ ਜਿੱਥੇ ਇਹ ਸਾਰਾ ਕੁਛ ਚੱਲ ਰਿਹਾ ਸੀ, ਵਰਤਾਰਾ ਨਵਾਂ ਡਿਵੈਲਪ ਹੋ ਰਿਹਾ ਸੀ, ਤੇ ਅੰਗਰੇਜ਼ ਬਹੁਤ ਕੌਸ਼ੀਅਸ ਸੀ ਉਸ ਦਿਨਾਂ ਦਾ। ਉਹਨਾਂ ਦਿਨਾਂ ਦਾ ਜਿਹੜੇ ਆਪਾਂ CID ਦੇ ਰਿਕਾਰਡ ਜਾਂ ਉਸ ਸਮੇਂ ਜੋ ਵਾਰਤਾ ਪੜ੍ਹਦੇ ਆ, ਤਾਂ ਅੰਗਰੇਜ਼ ਨੇ ਇਹਨਾਂ ਨੂੰ ਬਹੁਤ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ। ਉਹਨੂੰ ਸਮਝ ਆ ਚੱਲੀ ਸੀ ਕਿ ਇਹ ਇਕੱਲੀ ਗੁਰਦੁਆਰਾ ਸੁਧਾਰ ਲਹਿਰ ਨਹੀਂ, ਇਹ ਹੌਲੀ ਹੌਲੀ ਇਹਦੇ ਪੋਲੀਟੀਕਲ ਰੂਪ ਜਾਂ ਇਹ ਕਹਿ ਲਓ ਰਾਜਨੀਤਿਕ ਲਹਿਰ ਬਣਦੀ ਜਾ ਰਹੀ ਸੀਗੀ। ਤੇ ਇਹਦੇ ਵਿੱਚ ਉਸ ਸਮੇਂ ਦੇ 1922 ਜਾਂ 1925 ਤੱਕ ਆਉਂਦੇ ਹੁੰਦੇ ਸਿੱਖਾਂ ਕੋਲੇ ਇੱਕ ਤਰ੍ਹਾਂ ਦਾ ਰਾਜਨੀਤਿਕ ਸਿਸਟਮ ਵੀ ਆਪਦਾ ਜਾਂ ਪੋਲੀਟੀਕਲ ਸਿਸਟਮ ਵੀ ਆਪਦਾ ਪਲੇਸ 'ਚ ਹੋ ਗਿਆ ਸੀ, ਤੇ ਸਿੱਖ ਕੌਮਵਾਦ ਜਾਂ ਸਿੱਖ ਰਾਸ਼ਟਰਵਾਦ ਨੇ ਜਨਮ ਲੈ ਲਿਆ ਸੀਗਾ। ਇਹ ਇੱਕ ਚੇਂਜ ਸੀਗੀ ਜਿਹੜੀ ਕਿ ਪੰਥ ਤੋਂ ਜਿਹੜੀ ਕਮਿਊਨਿਟੀ ਹੈਗੀ ਆ ਜਾਂ ਜਿਹੜਾ ਸਿੱਖ ਹੈਗੇ ਆ ਉਹ ਪੰਥ ਤੋਂ ਮਾਡਰਨਿਟੀ ਦੇ ਜਾਂ ਵੈਸਟਰਨ ਥਾਟ ਦੇ ਨਾਲ ਜਦੋਂ ਉਹਦਾ ਟਕਰਾਅ ਜਦੋਂ ਮਿਲਿਆ ਤਾਂ ਉਹਦੇ ਵਿੱਚੋਂ ਇੱਕ ਸਿੱਖ ਰਾਸ਼ਟਰਵਾਦ ਨੇ ਜਨਮ ਲਿਆ। ਤੇ ਇਹਦੇ ਵਿੱਚ ਅੰਗਰੇਜ਼ਾਂ ਦਾ ਕੌਸ਼ੀਅਸ ਹੋਣਾ ਬਹੁਤ ਬਣਦਾ ਵੀ ਸੀਗਾ, ਜਾਂ ਕਹਿ ਲਓ ਉਹਨਾਂ ਦੀ ਦੂਰਦਰਸ਼ਨਤਾ ਸੀਗੀ ਕਿ ਵੀ ਜੇ ਸਿੱਖ ਇਸ ਤਰ੍ਹਾਂ ਲਾਮਬੰਦ ਹੋ ਗਏ ਤਾਂ ਉਹ ਜ਼ਰੂਰ ਆਪਦਾ ਕੋਈ ਉਹਨਾਂ ਨੂੰ ਰਾਜ ਵੀ ਚੇਤੇ ਆਊਗਾ ਤੇ ਉਹ ਗਾਂ ਕੋਈ ਨਾ ਕੋਈ ਆਪਦੀ ਮੰਗ ਵੀ ਖੜੀ ਕਰਨਗੇ। ਉਹਦਾ ਕਾਰਨ ਇਹ ਸੀ ਜੀ ਕਿ ਇੱਕ ਤਾਂ ਇਸ ਲਹਿਰ ਦੇ ਵਿੱਚ ਜਿਹੜੀ ਇਹ ਆਪਣਾ ਸ਼੍ਰੋਮਣੀ ਅਕਾਲੀ ਦਲ ਸੀਗਾ ਜਿਹੜਾ, ਇਹਦੇ ਵਿੱਚ ਪੈਨਸ਼ਨਰੀ ਫੌਜੀ ਬਹੁਤ ਸੀਗੇ। ਸੈਕਿੰਡ, ਉਹਨਾਂ ਨੇ ਉਦੋਂ ਥੋੜੀ ਦੇਰ ਪਹਿਲਾਂ ਹੀ ਗਦਰ ਮੂਵਮੈਂਟ ਹੋ ਕੇ ਹਟੀ ਸੀ, ਤੇ ਫਸਟ ਵਰਲਡ ਵਾਰ ਪਹਿਲੀ ਜੰਗ ਤੋਂ ਬਾਅਦ ਬਹੁਤ ਪੈਨਸ਼ਨ ਫੌਜੀ ਜਿਹੜੇ ਵਾਪਸ ਆਏ ਸੀ ਉਹ ਵੀ ਬਾਹਰਲੀਆਂ ਦੇਸ਼ਾਂ ਤੋਂ ਜਦੋਂ ਹੋ ਕੇ ਗਏ ਸੀ, ਜਿਵੇਂ ਫਰਾਂਸ ਜਾਂ ਇਹਨਾਂ ਏਰੀਆਸ ਚੋਂ ਲੜ ਕੇ ਗਏ ਸੀ, ਉਹ ਇੱਕ ਨਵੇਂ ਖਿਆਲ ਵੀ ਲੈ ਕੇ ਗਏ ਸੀ ਆਪਦੇ ਨਾਲ। ਤਾਂ ਇਹਨਾਂ ਇਹ ਜਿਵੇਂ ਹੁੰਦੇ ਹੋਏ ਸਿੱਖਾਂ ਦੇ ਵਿੱਚ ਇੱਕ ਨੈਸ਼ਨਲਿਜ਼ਮ ਜਾਂ ਸਿੱਖ ਨੈਸ਼ਨਲਿਜ਼ਮ ਦਾ ਕਹਿ ਲਓ ਜਾਂ ਸਿੱਖ ਰਾਸ਼ਟਰਵਾਦ ਦਾ ਕਹਿ ਲਓ ਜਾਂ ਸਿੱਖ ਕੌਮਵਾਦ ਨੇ ਜਨਮ ਲਿਆ, ਜਿਹਦੇ ਵਿੱਚ ਸਾਰੇ ਗੁਣ ਸੀਗੇ ਜਿਹੜੇ ਇੱਕ ਨੇਸ਼ਨ ਦੇ ਵਿੱਚ ਹੋਣੇ ਚਾਹੀਦੇ ਆ, ਇੱਕ ਕੌਮ ਦੇ ਵਿੱਚ। ਮਤਲਬ ਕੌਮ ਤੋਂ ਮੇਰਾ ਭਾਵ ਕੌਮ ਕਈ ਤਰੀਕੇ ਨਾਲ ਕੀ ਜਾਂਦੀ ਹੈ, ਕੌਮ ਇੱਕ ਜਾਤੀ ਨੂੰ ਵੀ ਕਹਿ ਦਿੱਤਾ, ਪਰ ਮੇਰਾ ਇੱਥੇ ਕੌਮ ਤੋਂ ਭਾਵ ਨੇਸ਼ਨ ਹੈਗਾ। ਤੇ ਉਹਦੇ ਵਿੱਚ ਏਕਾ ਵੀ ਸੀ, ਉਹਨਾਂ ਦਾ ਇਤਿਹਾਸ ਵੀ ਸਾਂਝਾ ਸੀ, ਉਹਨਾਂ ਦੀ ਸੋਚ, ਉਹਨਾਂ ਦਾ ਵੈਲਿਊ ਸਿਸਟਮ ਵੀ ਸਾਂਝਾ ਸੀ। ਤੇ ਇੱਕ ਉਹਦੇ ਵਿੱਚ ਅੱਗੇ ਆ ਕੇ ਇੱਕ ਨੈਸ਼ਨਲਿਜ਼ਮ ਦੀ ਭਾਵਨਾ ਜਿਹੜੀ ਜਾਗਦੀ ਜਾ ਰਹੀ ਸੀ, ਉਸ ਤੋਂ ਅੰਗਰੇਜ਼ ਕੌਸ਼ੀਅਸ ਸੀ ਤੇ ਉਹਨੂੰ ਰੁਕਾਵਟਾਂ ਵੀ ਲਾ ਰਿਹਾ ਸੀ। ਪੇਪਰਸ ਮਿਲਦੇ ਆ ਜਿਹਦੇ ਵਿੱਚ ਅੰਗਰੇਜ਼ ਦੱਸਦੇ ਆ ਕਿ ਅਸੀਂ ਸ਼੍ਰੋਮਣੀ ਕਮੇਟੀ ਨੂੰ ਕਿਵੇਂ ਕਮਜ਼ੋਰ ਕਰਕੇ ਰੱਖਿਆ ਜਾਂ ਕਿਵੇਂ ਉਹਨੂੰ ਤਾਕਤ 'ਚ ਨਹੀਂ ਆਉਣ ਦਿੱਤਾ। ਉਹਨਾਂ ਨੇ ਬਿੱਲ ਪੇਸ਼ ਕੀਤਾ। ਇਹ ਬੜੀ ਪੂਰੀ ਸਟਰਗਲ ਹੋਈ ਹੈ ਇਹਦੀ। ਆਪਾਂ ਉਸ ਡੂੰਘਾਈ 'ਚ ਤਾਂ ਨਹੀਂ ਜਾਂਦੇ, ਬਟ ਆਪਾਂ ਇਹਦੀ ਜੋ ਟ੍ਰੈਂਡ ਚੱਲ ਰਿਹਾ ਸੀ ਉਹਦੀ ਗੱਲ ਕਰਦੇ ਹਾਂ ਕਿ ਕੀ ਹੋ ਰਿਹਾ ਸੀ। ਤੇ ਇਹਦੀਆਂ ਕੁਛ ਕਮੀਆਂ ਵੀ ਸੀ ਇਹਦੇ ਵਿੱਚ। ਇੱਕ ਤਾਂ ਸਿੱਖਾਂ ਕੋਲੇ ਕੋਈ ਉਸ ਸਮੇਂ ਦੀ ਪਰਿਭਾਸ਼ਾ ਦੇ ਸਾਹਮਣੇ ਕੋਈ ਹੋਮਲੈਂਡ ਨਹੀਂ ਸੀ, ਮਤਲਬ ਕਿਤੇ ਵੀ ਉਹ ਬਹੁ ਗਿਣਤੀ 'ਚ ਨਹੀਂ ਸੀ ਜਾਂ ਕਿਤੇ ਵੀ ਉਹ ਜ਼ਿਆਦਾ ਨੰਬਰਸ 'ਚ ਨਹੀਂ ਸੀਗੇ। ਫੈਲੇ ਵੀ ਜ਼ਰੂਰ ਸੀ ਪਰ ਕਿਸੇ ਵੀ ਜਗ੍ਹਾ ਦੇ ਵਿੱਚ ਉਹ ਨੰਬਰਸ ਦੇ ਵਿੱਚ ਜ਼ਿਆਦਾ ਨਹੀਂ ਸੀ। ਤੇ ਉਹ ਸਾਰਾ ਜਿਹੜਾ ਪੰਜਾਬ ਦਾ ਉਹਨਾਂ ਦਾ ਹੋਮਲੈਂਡ ਸੀ ਉਹ ਮੁਸਲਮਾਨਾਂ ਨਾਲ ਤੇ ਹਿੰਦੂਆਂ ਨਾਲ ਇੱਕ ਸ਼ੇਅਰ ਸੀਗਾ ਉਹਨਾਂ ਦਾ, ਮਤਲਬ ਉਹਨਾਂ ਸਾਂਝੇ ਉੱਥੇ ਬੈਠੇ ਸੀ।
ਦੂਸਰਾ ਉਹਦੇ ਵਿੱਚ ਇਹ ਸੀ ਕਿ ਜਿਹੜੀ ਉਹਦੀ ਜ਼ੁਬਾਨ ਸੀ ਉਹ ਵੀ ਸ਼ੇਅਰਡ ਸੀ, ਮਤਲਬ ਉਹ ਵੀ ਮੁਸਲਮਾਨਾਂ ਨਾਲ ਤੇ ਹਿੰਦੂਆਂ ਨਾਲ ਸ਼ੇਅਰਡ ਸੀ। ਸੋ ਇਹ ਕਮੀਆਂ ਸੀ ਉਸ ਨੇਸ਼ਨ ਦੇ ਵਿੱਚ ਜਾਂ ਉਹਨੂੰ ਹੋਮਲੈਂਡ 'ਚ ਟਰਾਂਸਫਰ ਹੋਣ 'ਚ। ਤੇ ਦੂਜਾ ਕੁਛ ਇਹ ਆ ਕਿ ਸੁਧਾਰ ਲਹਿਰ ਆਉਣ ਦੇ ਬਾਵਜੂਦ ਸਿੱਖਾਂ ਦੇ ਵਿੱਚ ਹਲੇ ਹਿੰਦੂ ਜਿਹੜੇ ਸਿਸਟਮ ਦੀਆਂ ਜਿਹੜੀਆਂ ਕਮੀਆਂ ਸੀ ਉਹ ਪਈਆਂ ਸੀ, ਜਿਵੇਂ ਕਾਸਟ ਕਰਕੇ ਜਾਂ ਜਾਤੀਵਾਦ ਕਰਕੇ ਉਹਨਾਂ 'ਚ ਇੱਕ ਸਰਕਸ ਨਹੀਂ ਸੀਗੀ ਜਾਂ ਕੌਮ ਦੇ ਵਿੱਚ ਇਕਜੁੱਟਤਾ ਨਹੀਂ ਸੀਗੀ, ਜਿਹੜੀ ਕਿ ਹਲੇ ਵੀ ਇੱਕ ਤਰ੍ਹਾਂ ਦੀ ਪ੍ਰੋਬਲਮ ਹੈਗੀ ਆ। ਤੇ ਕੁਛ ਕਬੀਲਿਆਂ ਦੀ ਭਾਵਨਾਵਾਂ ਸੀਗੀਆਂ, ਕਬੀਲਾਈ ਇੰਸਟਿੰਕਟ ਸੀਗੇ। ਤੇ ਉਹਨਾਂ ਦਿਨਾਂ 'ਚ ਇੱਕ ਲਹਿਰ ਹੋਰ ਉੱਠੀ ਸੀ ਜਿਹਨੂੰ ਸਵਰਾਜ ਲਹਿਰ ਕਹਿੰਦੇ ਆ, ਜਿਹਨੂੰ ਹਿੰਦੁਸਤਾਨ ਦੀ ਆਜ਼ਾਦੀ ਦੀ ਲਹਿਰ ਦਾ ਨਾਮ ਵੀ ਦਿੱਤਾ ਜਾਂਦਾ ਹੈ ਅੱਜ ਕੱਲ੍ਹ। ਇਹ ਜਿਹੜੀ ਲਹਿਰ ਸੀਗੀ, ਇਹ ਲਹਿਰ ਜਿਹੜੀ ਸੀ ਇਹ ਇੱਕ ਭਾਰਤ ਦੇ ਵਿੱਚ ਅਲੀਟ ਵਰਗ ਦੇ ਕੁਛ ਲੋਕ ਸੀਗੇ ਜਿਨ੍ਹਾਂ ਨੇ ਉਠਾਈ ਸੀ। ਇਹ ਕਾਂਗਰਸ ਨਾਂ ਦੀ ਕਾਂਗਰਸ ਪਾਰਟੀ ਦੇ ਰਹਿਨੁਮਾ ਸੀਗੇ। ਤੇ ਕਾਂਗਰਸ ਦਾ ਜਿਹੜਾ ਜਨਮ ਸੀਗਾ ਉਹ ਅੰਗਰੇਜ਼ਾਂ ਨੇ ਹੀ ਉਹਨੂੰ ਅੱਗੇ ਲਿਆਂਦਾ ਸੀ ਤਾਂ ਕਿ ਜੇ ਕੋਈ ਡਿਸਕੰਟੈਂਟਮੈਂਟ ਹੋਵੇ ਲੋਕਾਂ 'ਚ ਤਾਂ ਉਹ ਸਾਨੂੰ ਪੋਲੀਟੀਕਲੀ ਪਤਾ ਲੱਗ ਜੇ। ਤਾਂ ਉਹਦੇ ਜਿਹੜੇ ਰਹਿਨੁਮਾ ਸੀਗੇ ਸੀਗੇ ਉਹ ਸਾਰੇ ਅਲੀਟ ਵਰਗ ਤੋਂ ਆਉਂਦੇ ਸੀ। ਉਹਨਾਂ ਦਾ ਵੀ ਇੱਕ ਆਈਡੀਆ ਸੀ ਇੰਡੀਆ ਦਾ, ਉਹ ਚਾਹੁੰਦੇ ਸੀ, ਉਹਨਾਂ ਨੇ ਵੀ ਇੱਕ ਥੋਟ ਚਲਾਈ ਸੀ ਜਿਹੜਾ ਇਹਨੂੰ ਆਈਡੀਆ ਆਫ ਇੰਡੀਆ ਕਹਿੰਦੇ ਸੀਗੇ। ਪਰ ਉਹ ਆਈਡੀਆ ਆਫ ਇੰਡੀਆ ਜਿਹੜਾ ਸੀ ਉਹ ਪੱਛਮ ਤੋਂ ਹੀ ਉਸੇ ਅੰਗਰੇਜ਼ੀ ਸਾਮਰਾਜ ਨੂੰ ਜਿਹਨੂੰ ਰਿਪਲੇਸ ਕਰਨਾ ਚਾਹੁੰਦਾ ਸੀ ਸਵਰਾਜ ਦੇ ਨਾਂ ਤੇ, ਉਹਦੇ ਵਿੱਚੋਂ ਹੀ ਆਈਡੀਆਜ਼ ਲੈਂਦਾ ਸੀਗਾ ਸਾਰੇ। ਚਾਹੇ ਲਾਅ ਐਂਡ ਆਰਡਰ ਦਾ ਆਈਡੀਆ ਸੀ ਉਹਨਾਂ ਦਾ, ਚਾਹੇ ਜਸਟਿਸ ਦਾ ਆਈਡੀਆ ਸੀ, ਨਿਆਂ ਦਾ, ਚਾਹੇ ਰੈਵਨਿਊ ਸਿਸਟਮ ਉੱਥੋਂ ਦਾ ਕਿਹੋ ਜਿਹਾ ਹੋਊਗਾ, ਐਡਮਿਨਿਸਟ੍ਰੇਸ਼ਨ ਡੇ ਟੂ ਡੇ ਕਿਹੋ ਜਿਹੀ ਹੋਊਗੀ। ਤਾਂ ਇਹ ਸਾਰਾ ਕੁਛ ਉਹਨਾਂ ਨੇ ਉਸੇ ਅੰਗਰੇਜ਼ ਸਾਮਰਾਜ ਚੋਂ ਹੀ ਲੈ ਰਿਹਾ ਸੀ ਜਾਂ ਕਹਿ ਲਓ ਪੱਛਮ ਤੋਂ ਹੀ ਲੈਂਦਾ ਸੀ। ਪਰ ਜੀ ਨਾਲ ਉਹ ਇਹ ਕਹਿੰਦੇ ਸੀ ਕਿ ਅਸੀਂ ਇਸ ਜਿਹੜਾ ਇਹ ਨਵਾਂ ਭਾਰਤ ਸਿਰਜ ਰਹੇ ਹਾਂ ਜਾਂ ਇੰਡੀਆ ਸਿਰਜ ਰਹੇ ਹਾਂ, ਇਹ ਇੱਕ ਨੇਸ਼ਨ ਸਟੇਟ ਹੋਊਗੀ, ਅਸੀਂ ਇਕੱਠੇ ਹੋਵਾਂਗੇ, ਸਾਰੇ ਇੱਕੋ ਜਿੱਕੇ ਹੋਵਾਂਗੇ। ਮਤਲਬ ਉਹਨਾਂ ਦਾ ਇੱਕ ਸਾਰੇ ਖਿੱਤੇ ਦੀ ਇੱਕ ਸਰਤਾ ਲਿਆਉਣ ਦਾ ਕੋਸ਼ਿਸ਼ ਸੀਗੀ। ਦੂਜੇ ਪਾਸੇ ਉਹ ਇਹਨੂੰ ਇੱਕ ਸੈਕੂਲਰ ਨੇਸ਼ਨ ਦੇ ਤੌਰ ਤੇ ਵੇਖਦੇ ਸੀਗੇ ਜਿਹਦੇ ਵਿੱਚ ਫਿਰ ਮਤਲਬ ਧਰਮ ਜਾਂ ਜਾਤੀ ਜਾਂ ਕਿਸੇ ਵੀ ਨਸਲ ਦੇ ਨਾਂ ਤੇ ਕੋਈ ਭੇਦਭਾਵ ਨਹੀਂ ਹੋਊਗਾ। ਇਹ ਦੋਨੇ ਚੀਜ਼ਾਂ ਦੇ ਵਿੱਚ ਇੱਕ ਤਰ੍ਹਾਂ ਦੀ ਕਾਣ ਸੀਗੀ, ਬਿਕੋਜ਼ ਭਾਰਤ ਇੱਕ ਤਾਂ ਇੱਕ ਕਮਜ਼ੋਰੀ ਸੀਗੀ, ਭਾਰਤ ਇੱਕ ਨੇਸ਼ਨ ਸੀਗਾ ਹੀ ਨਹੀਂ, ਇਹਦੇ ਵਿੱਚ ਇੱਕ ਸਰਤਾ ਲਿਆਉਣੀ ਬਹੁਤ ਹੀ ਮੁਸ਼ਕਲ ਗੱਲ ਸੀਗੀ ਕਿਉਂਕਿ ਇਹ ਵਾਸਟ ਜੀਓਗ੍ਰਾਫੀਕਲ ਏਰੀਆ ਹੈ, ਇਹਦੇ ਵਿੱਚ ਇੱਕ ਸਰਤਾ ਲਿਆਂਦੀ ਨਹੀਂ ਜਾ ਸਕਦੀ ਤੇ ਪਰ ਇਹਦੇ ਤੇ ਬਹੁਤ ਕੰਮ ਕਰਨਾ ਪੈਣਾ ਸੀ। ਦੂਜੀ ਗੱਲ ਜਿਹੜਾ ਉਹਨਾਂ ਦਾ ਸੈਕੂਲਰ ਹੋਣ ਦਾ ਜਿਹੜਾ ਵਾਅਦਾ ਸੀ ਜਾਂ ਇਹ ਸੀ, ਉਹ ਆਪਾਂ ਅੱਗੇ ਜਾ ਕੇ ਵੇਖਾਂਗੇ ਕਿ ਉਹ ਸਿਰਫ ਇੱਕ ਫਕੇਡ ਸੀ ਜਾਂ ਇੱਕ ਤਰ੍ਹਾਂ ਦਾ ਡਰਾਮਾ ਸੀ, ਪਰ ਉਸ ਅੰਦਰ ਖਾਤੇ ਉਹ ਸੈਕੂਲਰ ਨਹੀਂ ਸੀ। ਅੱਛਾ ਭਾਈ ਸਾਹਿਬ, ਇੱਕ ਮਿੰਟ ਬਰਾੜ ਸਾਹਿਬ, ਇੱਥੋਂ ਮੈਂ ਅੱਗੇ ਤੁਰਨ ਤੋਂ ਪਹਿਲਾਂ ਇੱਕ ਗੱਲ ਸੁਣਨੀ ਚਾਹੁੰਦਾ। 1850 ਦੇ ਵਿੱਚ ਸਿੱਖ ਰਾਜ ਗਿਆ, 1850 ਦੇ ਵਿੱਚੋਂ 1900 ਤੱਕ ਕਿਤੇ ਨਾ ਕਿਤੇ ਸਿੱਖ ਰਾਜ ਦੀ ਗੱਲ ਭਾਈ ਮਹਾਰਾਜ ਸਿੰਘ, ਭਾਈ ਵੀਰ ਸਿੰਘ ਨਰੰਗਾਵਾਦੀ, ਉਹਨਾਂ ਦਿਨਾਂ ਦੇ ਵਿੱਚ ਹੀ ਮਹਾਰਾਜਾ ਦਲੀਪ ਸਿੰਘ ਜਿੰਦਾ ਦਾ ਜਿਹੜਾ ਮਹਾਰਾਣੀ ਜਿੰਦਾ ਦਾ, ਉਹ ਚੀਜ਼ਾਂ ਵਿੱਚ ਸਮੋਈਆਂ ਹੋਈਆਂ ਨੇ। ਜਦ ਇਹ ਦੁਬਾਰਾ ਦੋਨੇ ਜਥੇਬੰਦੀਆਂ ਬਣੀਆਂ ਉਹਦੇ ਵਿੱਚ ਤੇ ਭਾਰਤ 'ਚ ਜਦ ਗੋਰਿਆਂ ਦਾ ਰਾਜ ਸੀ, ਕਿਤੇ ਸਿੱਖ ਰਾਜ ਦੀ ਕੋਈ ਗੱਲ ਇਹਨਾਂ ਦੋਨੇ ਜਥੇਬੰਦੀਆਂ ਦੇ ਵਿੱਚੋਂ, ਇੱਕ ਸੰਸਥਾ ਤੇ ਦੂਜੀ ਜਥੇਬੰਦੀ ਦੇ ਵਿੱਚੋਂ ਸਿੱਖ ਲੀਡਰਾਂ ਨੇ ਉਹ ਕਿਤੇ ਗੱਲ ਹੈ ਵੀ ਉਹ ਵੀ ਗੱਲ ਕੀਤੀ ਵੀ ਸਿੱਖ ਰਾਜ ਸੀ ਸਾਡਾ ਇੱਥੇ, ਇਹ ਗੱਲ ਹੋਈ ਕਿਤੇ? ਵੇਖੋ ਜੀ, ਆਏ ਆ ਕਿ ਕਿਤੇ ਨਾ ਕਿਤੇ ਅੰਡਰ ਕਰੰਟ ਦੇ ਵਿੱਚ ਸਿੱਖ ਰਾਜ ਦੀ ਗੱਲ ਹਮੇਸ਼ਾ ਚੱਲਦੀ ਰਹੀ ਹੈ ਸਰ। ਆਪਣਾ ਗਿੱਲ ਸਾਹਿਬ, ਇਹ ਕਿਤੇ ਵੀ ਸਿੱਖ ਹੋਮਲੈਂਡ ਜਾਂ ਸਿੱਖ ਰਾਜ ਦੀ ਗੱਲ ਕਿਤੇ ਖਤਮ ਨਹੀਂ ਹੋਈ ਕਦੀ ਵੀ, ਚਾਹੇ ਉਹ ਸਰਫੇਸ ਦੇ ਉੱਤੇ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੇਲੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਵੀ ਅਸੀਂ ਇਹ ਸਿਰਫ ਧਾਰਮਿਕ ਮੰਗ ਆ ਸਾਡੀ ਤੇ ਤਾਂ ਅਸੀਂ ਗੱਲ ਨਹੀਂ ਕਰਦੇ, ਪਰ ਜਦੋਂ ਜੈਤੋ ਦਾ ਮੋਰਚਾ ਲੱਗਿਆ ਤਾਂ ਉਦੋਂ ਉਹਨਾਂ ਨੇ ਇੰਟਰਫੇਅਰ ਕੀਤਾ ਉੱਥੇ ਜਾ ਕੇ ਆਪਦੇ ਇਸ ਕਰਕੇ ਕਿ ਵੀ ਇਹ ਸਾਡੀ ਸਿਸਟਮ ਦੇ ਵਿੱਚ ਇੰਟਰਫੇਅਰ ਕਰ ਰਹੇ। ਤੇ ਅੰਗਰੇਜ਼ਾਂ ਦੀਆਂ ਜਿਹੜੀਆਂ CID ਰਿਪੋਰਟਸ ਇਹ ਕਹਿੰਦੀਆਂ ਕਿ ਵੀ ਇਹ ਕਿਸੇ ਨਾ ਕਿਸੇ ਤਰੀਕੇ ਵੱਲ ਉੱਧਰ ਹੀ ਜਾ ਰਹੇ ਆ ਤੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੀਆਂ ਕਈ ਪਾਵਰਾਂ ਨੂੰ ਜਾਂ ਕਈ ਤਾਕਤਾਂ ਨੂੰ ਉਹਨਾਂ ਨੇ ਬਹੁਤ ਘਟਾਇਆ, ਇਸ ਕਰਕੇ ਜਿਹਦਾ ਖਮਿਆਜ਼ਾ ਅਸੀਂ ਅੱਜ ਵੀ ਭੁਗਤਦੇ ਹਾਂ। ਉਹ ਕਈ ਐਕਟ
ਵਿੱਚ ਪਾਏ ਹੈ ਤੇ ਜਿਹਦੇ ਕਰਕੇ ਵੀ ਇਹ ਪੂਰਾ ਜ਼ੋਰ ਨਾ ਫੜ ਸਕਣ। ਤੇ ਉਹ ਭਾਵਨਾ ਤਾਂ ਸੀਗੀ ਜੀ ਕਿਤੇ ਨਾ ਕਿਤੇ, ਉਹ ਭਾਵਨਾ ਤਾਂ ਕਿਉਂਕਿ ਵੇਖੋ ਤੁਸੀਂ ਰੋਜ਼ ਦੀ ਅਰਦਾਸ ਦੇ ਵਿੱਚ ਹੀ ਉਹ ਭਾਵਨਾ ਸੀਗੀ, ਤਾਂ ਉਹ ਤਾਂ ਅੰਡਰ ਕਰੰਟ ਕਹਿ ਲਓ ਜਾਂ ਕੁਛ ਉਹ ਪਲੇ ਕਰਦਾ ਸੀ। ਪਰ ਆਊਟਵਰਡਲੀ ਜਾਂ ਕਿਸੇ ਜਗ੍ਹਾ ਤੇ ਹਾਲੇ ਤੱਕ ਉਦੋਂ ਤੱਕ 1920-25 ਤੱਕ ਅਕਾਲੀਆਂ ਨੇ ਕਿਤੇ ਵੀ ਇਸ ਗੱਲ ਨੂੰ ਕਿਹਾ ਨਹੀਂ ਸੀ। ਦੋਨੇ ਜਿਹੜੇ ਦੋਨੇ ਵੱਡੀਆਂ ਸੀ ਧਿਰਾਂ ਮੁਸਲਿਮ ਤੇ ਹਿੰਦੂ ਧਿਰ ਸੀ ਪੰਜਾਬ ਦੇ ਵਿੱਚ, ਸਾਡੀ ਭਾਸ਼ਾ ਇੱਕੋ ਭਾਸ਼ਾ ਸੀ, ਉਹਨਾਂ ਦੇ ਵਿੱਚ ਕੋਈ ਗੱਲ ਇਹ ਚੱਲਦੀ ਸੀ ਕਿ ਸਾਡਾ ਰਾਜ ਚਾਹੀਦਾ। ਜਿਵੇਂ ਮੁਸਲਿਮ ਲੀਗ ਨੇ ਸ਼ੁਰੂ ਦੇ ਵਿੱਚ ਇਹ ਗੱਲ ਕਰਤੀ ਕਿ ਹਿੰਦੂ ਲੀਡਰਾਂ ਨੇ ਇਹ ਸੋਚਣੀ ਕਿਤੇ ਜ਼ਾਹਰ ਕੀਤੀ ਕਿ ਅਸੀਂ ਡੋਮੀਨੇਟ ਕਰਾਂਗੇ ਜੀ। ਇਹ ਜੀ ਇਸ ਤੇ ਆਉਣੇ ਆਪਾਂ ਕਿ ਇਸ ਤੋਂ ਬਾਅਦ ਕੀ ਹੋਇਆ ਕਿ ਸਾਰੇ ਰਲ ਕੇ ਸਵਰਾਜ ਵੱਲ ਤੁਰ ਪਏ ਸੀ। ਪਰ 1928 ਦੇ ਵਿੱਚ ਇੱਕ ਨਹਿਰੂ ਰਿਪੋਰਟ ਆਈ ਜੀ। ਜਿਹੜੀ ਨਹਿਰੂ ਰਿਪੋਰਟ ਸੀ ਉਹਦੇ ਵਿੱਚ ਇੱਕ ਖਾਸ ਗੱਲ ਆਈ ਕਿ ਉਹਨਾਂ ਨੇ ਕਿਹਾ ਕਿ ਵੀ ਇੱਕ ਬੰਦੇ ਦੀ ਇੱਕ ਵੋਟ ਹੋਊਗੀ, ਜਿਹਦੇ ਉੱਤੇ ਆ ਕੇ ਮੁਸਲਿਮ ਲੀਗ ਨੇ ਵੀ ਇਤਰਾਜ਼ ਕੀਤਾ ਤੇ ਅਕਾਲੀਆਂ ਨੇ ਵੀ ਇਤਰਾਜ਼ ਕੀਤਾ। ਤੇ ਉਹਦੇ ਵਿੱਚ ਉਹ ਪਹਿਲਾ ਕਮਨਲ ਅਵਾਰਡ ਸੀ ਜਿਹਦੇ ਵਿੱਚ ਰਿਪਰੈਜ਼ੈਂਟੇਸ਼ਨ ਸੀ ਹਰੇਕ ਕੌਮ ਦੇ ਹਿਸਾਬ ਨਾਲ, ਅੰਗਰੇਜ਼ਾਂ ਨੇ ਜੋ ਕੋਸ਼ਿਸ਼ ਕੀਤੀ ਸੀ ਦੇਣ ਦੀ। ਪਰ ਜਦੋਂ ਨਹਿਰੂ ਰਿਪੋਰਟ ਨੇ ਇਹ ਗੱਲ ਕਲੀਅਰ ਕਰਤੀ ਕਿ ਵੀ ਜਿਹੜਾ ਹਿੰਦੂ ਹੈਗਾ ਉਹ ਤਕਰੀਬਨ ਜਿਹੜੀਆਂ ਮਾਈਨੋਰਿਟੀ ਸੀਗੀਆਂ, ਚਾਹੇ ਸਿੱਖ ਸੀ ਚਾਹੇ ਮੁਸਲਮਾਨ ਸੀ, ਉਹਨਾਂ ਦੇ ਮਨਾਂ 'ਚ ਇਹ ਗੱਲ ਕਲੀਅਰ ਕਰਤੀ ਕਿ ਵੀ ਹਿੰਦੂ ਜਿਹੜੀ ਹੈਗੇ ਆ ਉਹ ਮੈਜੋਰਿਟੀ ਦੇ ਸਿਰ ਤੇ ਇੱਥੇ ਆਪਦਾ ਰਾਜ ਐਸਟੈਬਲਿਸ਼ ਕਰਨਾ ਚਾਹੁੰਦਾ। ਤਾਂ ਉਦੋਂ ਬਾਅਦ 1928 ਤੋਂ ਬਾਅਦ ਸਾਰੇ ਆਪਦੇ ਰਾਹ ਤੁਰ ਪਏ ਤੇ 1928 ਤੋਂ ਲੈ ਕੇ ਤੇ ਆਪਾਂ ਵੇਖਾਂਗੇ 1947 ਤੱਕ ਸਿੱਖ ਰਾਜਨੀਤੀ ਜਿਹੜੀ ਹੈਗੀ ਆ ਉਹ ਦੋ ਚਿੱਤੀ 'ਚ ਪਈ ਰਹੀ, ਕਿਉਂਕਿ ਜਿਹੜੇ ਉਹ ਹੱਲ ਲੱਭਦੀ ਸੀ ਆਪਦੇ ਵਾਸਤੇ ਉਹ ਸਾਰੇ ਲੱਭਦੀ ਸੀ ਉਹ ਮਾਡਰਨ ਸਿਸਟਮ 'ਚੋਂ ਜਾਂ ਪੱਛਮੀ ਸਿਸਟਮ 'ਚੋਂ, ਤੇ ਉਹ ਹੱਲ ਉਹਨਾਂ ਦੇ ਉੱਤੇ ਘੱਟ ਗਿਣਤੀ ਹੋਣ ਕਰਕੇ ਉਹ ਬਣਦੇ ਨਹੀਂ ਸੀਗੇ। ਤੇ ਉਸ ਤੋਂ ਬਾਅਦ ਉਹਨਾਂ ਨੇ ਕੋਸ਼ਿਸ਼ ਵੀ ਕੀਤੀ, ਇੱਕ ਸਿੱਖਸਤਾਨ ਦੀਆਂ ਗੱਲਾਂ ਵੀ ਚੱਲੀਆਂ, ਵਾਇਸਰੋਏ ਨਾਲ ਪੇਪਰ ਵੀ ਐਕਸਚੇਂਜ ਹੋਏ, ਪਰ ਕਿਤੇ ਨਾ ਕਿਤੇ ਉਹਦੇ ਵਿੱਚ ਹਮੇਸ਼ਾ ਇਹ ਪ੍ਰੋਬਲਮ ਆਉਂਦੀ ਰਹੀ ਕਿ ਵੀ ਇਹ ਦੋ ਚਿੱਤੀ 'ਚ ਹੀ ਰਹੇ, ਆਪਦੇ ਵਿੱਚ ਵੀ ਇਹਨਾਂ ਦੇ ਪਾਲਾ ਰਿਹਾ ਤੇ ਵੈਸੇ ਵੀ ਦੋ ਚਿੱਤੀ 'ਚ ਰਹੇ ਤੇ ਇਹਨਾਂ ਨੂੰ ਕੋਈ ਹੱਲ ਨਹੀਂ ਲੱਭਿਆ। ਪਰ 1946 ਤੱਕ ਵੀ ਸਿੱਖ ਰਾਜ ਦੀ ਗੱਲ ਹੋਈ ਹੈ। 1946 'ਚ ਇੱਕ ਮਤਾ ਪਾਸ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਰਾਜ ਬਾਰੇ। ਇਹ ਕਿਤੇ ਨਾ ਕਿਤੇ ਤੰਦ ਤਾਂ ਹੇਠੋਂ ਚੱਲਦੀ ਰਹੀ ਹੈ ਜੀ ਕਿ ਵੀ ਹੋਮਲੈਂਡ ਮਿਲ ਜਾਵੇ ਜਾਂ। ਬਰਾੜ ਸਾਹਿਬ, ਉਸ ਸਮੇਂ ਕਿਹੜਾ ਧਰਮ ਡੋਮੀਨੇਟ ਕਰਦਾ ਸੀ? ਜੇ ਉਸ ਸਮੇਂ ਦੇ ਪੰਜਾਬ ਦੀ ਗੱਲ ਕਰੀਏ, ਆਪਾਂ ਵੱਡੇ ਪੰਜਾਬ ਦੀ ਗੱਲ ਕਰੀਏ, ਦਿੱਲੀ ਤੋਂ ਲੈ ਕੇ ਜੇ ਆਪਾਂ ਪਾਕਿਸਤਾਨ ਵਾਲੇ ਏਰੀਏ ਤੱਕ ਜਿੱਥੇ ਅਸੀਂ ਪੰਜਾਬੀ ਬੋਲਦੇ ਡੋਮੀਨੇਟ ਕਰਦੇ ਸੀ, ਚਾਹੇ ਤਿੰਨੇ ਧਰਮ ਪੰਜਾਬੀ ਬੋਲਦੇ ਸੀ, ਬਹੁ ਗਿਣਤੀ ਕਿਹੜੇ ਧਰਮ ਦੀ ਸੀ? ਮੁਸਲਮਾਨ ਧਰਮ ਦੀ ਜਾਂ ਹਿੰਦੂ ਧਰਮ ਦੀ? ਉੱਥੇ ਜਦ ਆਪਾਂ ਘੱਟ ਗਿਣਤੀ 'ਚ ਕਹਿੰਦੇ ਹਾਂ, ਬਹੁ ਗਿਣਤੀ ਤਾਂ ਮੁਸਲਮਾਨ ਸੀਗੇ। ਜੇ ਆਪਾਂ ਪੂਰੇ ਪੰਜਾਬ ਦਾ ਲਈਏ ਤਾਂ ਪੂਰੇ ਪੰਜਾਬ 'ਚ 55% ਦੇ ਕਰੀਬ ਮੁਸਲਮਾਨ ਸੀ ਤੇ ਸਿੱਖ ਜਿਹੜੇ ਸੀ ਇਹ ਸਿਰਫ 11% ਹੀ ਸੀਗੇ ਜੀ। ਤੇ ਕਿਸੇ ਵੀ ਇੱਕ ਪੱਟੀ ਤਹਿਸੀਲ ਨੂੰ ਤੇ ਆਪਣਾ ਮੋਗਾ ਨੂੰ ਛੱਡ ਕੇ ਕਿਤੇ ਵੀ ਇਹ ਮਤਲਬ ਆਪਣਾ ਕਿਸੇ ਵੀ ਡਿਸਟ੍ਰਿਕਟ ਦੇ ਵਿੱਚ ਮੈਜੋਰਿਟੀ ਨਹੀਂ ਬਣਦੇ ਸੀ ਸਿੱਖ ਜੀ। ਅੱਛਾ ਜੀ, ਆਪਾਂ ਆਜ਼ਾਦੀ ਦੇ ਨੇੜੇ ਆਪਾਂ ਸਾਹਿਬ ਚੱਲਦੇ ਹਾਂ ਤੇ ਇੱਕ ਮੈਨੂੰ ਵਪਾਰਕ ਸੰਦੇਸ਼ ਲੈਣਾ ਪੈਣਾ ਜੀ, ਪਲੀਜ਼ ਹੋਲਡ ਕਰਿਓ, ਹੁਣੇ ਉੱਥੋਂ ਤੁਰਦੇ ਹਾਂ। ਹਾਂਜੀ, ਤਾਂ ਅਜੇਪਾਲ ਸਿੰਘ ਬਰਾੜ ਮੇਰੇ ਨਾਲ ਨੇ, ਗੱਲਬਾਤ ਚੱਲ ਰਹੀ ਹੈ ਘੱਲੂਘਾਰੇ ਤੱਕ 20ਵੀਂ ਸਦੀ ਦੀ ਅਸਲ ਕਹਾਣੀ ਕਿ ਟ੍ਰਾਂਜੀਸ਼ਨ ਕੀ ਹੋਈ, ਫਰਕ ਕਿੱਥੇ ਪਿਆ। ਸ਼ਾਹ ਸਾਹਿਬ, ਹੁਣ ਇਹ ਕੁਝ ਕੁ ਗੱਲਾਂ ਕਲੀਅਰ ਕਰਿਓ ਜੀ। ਲੋਕਾਂ ਦੇ ਆਮ ਇਹ ਗੱਲ ਹੈ ਜੀ, ਸਾਨੂੰ ਖਿੱਤਾ ਦਿੰਦੇ ਸੀ ਸਰਦਾਰ ਬਲਦੇਵ ਸਿੰਘ ਦੁੰਮਣਾ ਨੂੰ ਜਿਹੜਾ ਲੈ ਗਿਆ ਜਵਾਹਰ ਲਾਲ ਨਹਿਰੂ ਇੰਗਲੈਂਡ ਤੇ ਦਸਤਖਤ ਕਰ ਦਿੱਤੇ ਤੇ ਉਹਨੂੰ ਚੜ੍ਹਨ ਨਾ ਦਿੱਤਾ ਤੇ ਸਾਨੂੰ ਉਹ ਫੈਕਟਰੀਆਂ ਕਰਕੇ ਦਸਤਖਤ ਕਰ ਗਿਆ ਤੇ ਬਈ ਮੇਰੀਆਂ ਬਾਹਰ ਫੈਕਟਰੀਆਂ ਨੇ। ਇਹ ਸਾਰਾ ਦੱਸਿਓ ਜੀ ਕਿ ਅਫੀਸ਼ੀਅਲ ਜਿਹੜਾ ਐਵੀਡੈਂਸ ਕੀ ਆ ਕਿ ਵਾਕਈ ਅੰਗਰੇਜ਼ ਜਿਹੜੇ ਨੇ ਸੁਹਿਰਦ ਸੀ ਕਿ ਸਿੱਖਾਂ ਨੂੰ ਇਸ ਖਿੱਤੇ ਦੇ ਵਿੱਚ ਪੰਜਾਬ ਦੇ ਇਸ ਏਰੀਏ ਦੇ ਵਿੱਚ ਇੱਕ ਵੱਧ ਅਧਿਕਾਰਾਂ ਵਾਲਾ ਰਾਜ ਦਿੱਤਾ ਜਾਵੇ, ਜਾਂ ਨਹਿਰੂ ਨੇ ਹਾਂ ਕੀਤੀ ਕਿੱਥੇ? ਜੇ ਕੀਤੀ ਤਾਂ ਕਿੱਥੇ ਕੀਤੀ? ਇੱਥੋਂ ਤੁਰੀਏ ਜੀ ਆਪਾਂ ਆਜ਼ਾਦੀ ਦੇ ਨੇੜੇ। ਆਪਾਂ ਇਹ ਹੈ ਜੀ ਕਿ
ਵੈਸੇ ਕੋਈ ਐਸਾ ਐਵੀਡੈਂਸ ਤਾਂ ਅਵੇਲੇਬਲ ਹੈ ਨਹੀਂ ਜਿੱਥੇ ਕੋਈ ਉਹਨਾਂ ਨੇ ਕੋਈ ਆਫਰ ਦਿੱਤੀ ਹੋਵੇ ਇਹ ਐਸੀ ਕਿ ਵੀ ਤੁਸੀਂ ਵੀ ਰਾਜ ਲੈ ਲਓ, ਜਾਂ ਸਿੱਖਾਂ ਨੇ ਹੀ ਕੋਈ ਸਿੱਖ ਜਾਂਦੇ ਸੀਗੇ ਜੈਨਕਿਨਸ ਕੋਲੇ ਜਾਂ ਹੋਰਾਂ ਕੋਲੇ ਆਦੀਆਂ ਕਹਿੰਦੇ, ਪਰ ਸਿੱਖ ਵੀ ਕੋਈ ਸਪੈਸੀਫਿਕ ਡਿਮਾਂਡ ਸਿੱਖ ਲੀਡਰਸ਼ਿਪ ਵੀ ਨਹੀਂ ਕਰਦੀ ਸੀ ਤੇ ਕਹਿੰਦੇ ਸਾਡਾ ਵੀ ਕੁਛ ਵੇਖੋ, ਮਤਲਬ ਕੋਈ ਸਪੈਸੀਫਿਕ ਡਿਮਾਂਡ ਨਾਲ ਨਹੀਂ ਉਹ ਜਾਂਦੇ ਸੀ ਕਿਸੇ ਕੋਲੇ। ਪਰ ਹਾਂ ਵਾਇਸਰੋਏ ਦੇ ਤੇ ਜੈਨਕਿਨਸ ਦੇ ਰਿਕਾਰਡਸ ਹੁਣ ਪੇਪਰ ਡੀਕਲਾਸੀਫਾਈ ਹੋਏ ਆ ਜਿਹਨੂੰ ਵਾਇਸਰੋਇਸ ਪੇਪਰ ਕਹਿੰਦੇ ਆ, ਤੇ ਮਾਊਂਟ ਬੈਟਨ ਨੇ ਵੀ ਮਰਨ ਤੋਂ ਪਹਿਲਾਂ ਇੱਕ ਇੰਟਰਵਿਊ ਦਿੱਤਾ ਹੈ ਜਿਹਦੇ ਵਿੱਚ ਉਹ ਇਹ ਗੱਲ ਕਰਦਾ ਹੈ ਕਿ ਵੀ ਸਿੱਖਾਂ ਨੂੰ ਦਾ ਜਿਹੜਾ ਮੇਲ ਜਿਹੜਾ ਸਿੱਖਸਤਾਨ ਨਾਂ ਦਾ ਅਕਸ਼ਰ ਵਰਤਦਾ ਹੈ, ਤੇ ਉਹ ਕਹਿੰਦਾ ਵੀ ਮੁਸਲਮਾਨਾਂ ਨਾਲ ਜੇ ਕੋਈ ਸਮਝੌਤਾ ਕਰ ਲੈਣ ਤਾਂ ਇਹਨਾਂ ਦਾ ਬਚਾਅ ਹੋ ਸਕਦਾ ਹੈ, ਪਾਰਟੀਸ਼ਨ ਨਹੀਂ ਹੋਊਗੀ ਤੇ ਵੱਡੇ ਖਿੱਤੇ ਦੇ ਵਿੱਚ ਆਪਦੇ 'ਚ ਬੈਠੇ ਰਹਿਣਗੇ। ਤੇ ਉਹ ਕਿਸ ਤਰੀਕੇ ਦੀ ਸੀ, ਕੀ ਸ਼ਕਲ ਲੈਣੀ ਸੀ, ਇਹਦੇ ਬਾਰੇ ਕਿਤੇ ਨਹੀਂ ਆਉਂਦਾ। ਆਪਣਾ ਹਰਦੀਪ ਸਿੰਘ ਮਲਿਕ ਸੀਗੇ ਇੱਕ ਆਪਣਾ ਪ੍ਰਾਈਮ ਮਿਨਿਸਟਰ ਸੀਗੇ ਪਟਿਆਲਾ ਸਟੇਟ ਦੇ, ਉਹ ਜ਼ਰੂਰ ਲਿਖਦੇ ਆ ਕਿ ਵੀ ਮੇਰੇ ਭਰਾ ਦੇ ਘਰੇ ਦਿੱਲੀ ਇੱਕ ਮੀਟਿੰਗ ਕਰਵਾਈ ਸੀ ਜਿਨ੍ਹਾਂ ਦੀ ਤੇ ਅਕਾਲੀ ਲੀਡਰਾਂ ਦੀ, ਤੇ ਉੱਥੇ ਜਿਨ੍ਹਾਂ ਨੇ ਆਫਰ ਕੀਤਾ ਸੀਗਾ ਸਿੱਖਾਂ ਨੂੰ ਕਿ ਵੀ ਤੁਹਾਨੂੰ ਮੈਂ ਇੱਕ ਆਪਦਾ ਮੇਰੇ ਨਾਲ ਤੁਸੀਂ ਰਹੋ ਤੇ ਮੈਂ ਤੁਹਾਨੂੰ ਵੱਧ ਅਧਿਕਾਰ ਦੇਵਾਂਗਾ। ਤੇ ਸਿੱਖਾਂ ਨੇ ਜਦੋਂ ਲੀਡਰਾਂ ਨੇ ਪੁੱਛਿਆ ਕਿ ਉਹ ਕਿਸ ਤਰੀਕੇ ਦੇ ਅਧਿਕਾਰ ਹੋਣਗੇ ਤਾਂ ਉਹਨੇ ਕਿਹਾ ਕਿ ਵੀ ਮੈਂ ਤੁਹਾਡੇ ਨਾਲ ਉਵੇਂ ਡੀਲ ਕਰੂੰਗਾ ਜਿਵੇਂ ਜ਼ਿਗਲੁਲ ਪਾਸ਼ਾ ਨੇ ਇਜਿਪਟ ਦੇ ਵਿੱਚ ਕਾਪਟਸ ਮਾਈਨੋਰਿਟੀ ਕ੍ਰਿਸਚਨ ਮਾਈਨੋਰਿਟੀ ਉਹਦੇ ਨਾਲ ਡੀਲ ਕੀਤਾ ਸੀ। ਉਹਨੇ ਪੁੱਛਿਆ ਉਹ ਕਿਵੇਂ, ਕਹਿੰਦਾ ਵੀ ਮੈਂ ਤੁਹਾਨੂੰ ਸਾਫ਼ ਪਲੇਨ ਪੇਪਰ ਤੇ ਕਹਿ ਦੂੰਗਾ ਵੀ ਆਪਦੀਆਂ ਡਿਮਾਂਡਾਂ ਲਿਖ ਲਿਆਓ ਤੇ ਮੈਂ ਸਾਈਨ ਮਾਰ ਦੂੰਗਾ ਅੱਖਾਂ ਮੀਚ ਕੇ। ਤੇ ਉਹਨਾਂ ਨੇ ਫਿਰ ਪੁੱਛਿਆ ਕਿ ਵੀ ਜੇ ਕੱਲ ਨੂੰ ਤੁਸੀਂ ਨਹੀਂ ਹੋਏ ਤਾਂ ਉਹ ਕਹਿੰਦਾ ਵੀ ਮੇਰੇ ਸ਼ਬਦ ਜਿਹੜੇ ਆ ਉਹ ਰੱਬ ਦੇ ਸ਼ਬਦਾਂ ਵਰਗੇ ਹੋਣਗੇ, ਦੇ ਵਿਲ ਬੀ ਵਰਡ ਆਫ ਗੋਡਸ ਇਨ ਪਾਕਿਸਤਾਨ। ਠੀਕ ਹੈ ਜੀ। ਤੇ ਇਸ ਤੋਂ ਬਾਅਦ ਕੋਈ ਹੋਰ ਮੀਟਿੰਗ ਨਹੀਂ ਹੋਈ। ਇੱਕ 1956 ਦੇ ਵਿੱਚ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਦਾ ਇੱਕ ਲੇਖ ਛਪਿਆ ਸੀ ਟ੍ਰਿਬਿਊਨ ਦੇ ਵਿੱਚ, ਜਿਹਦੇ 'ਚ ਉਹ ਕਹਿੰਦੇ ਕਿ ਲਿਆਕਤ ਅਲੀ ਨਾਲ ਮੇਰੀ ਮੀਟਿੰਗ ਹੋਈ ਸੀ ਮਾਊਂਟ ਬੈਟਨ ਦੀ ਪ੍ਰੈਜ਼ੈਂਸ ਦੇ ਵਿੱਚ, ਜਿਹਦੇ ਵਿੱਚ ਉਹਨੇ ਕਿਹਾ ਸੀਗਾ ਕਿ ਉਹਨੇ ਵੀ ਇਹ ਜੀ ਕੋਈ ਆਫਰ ਦਿੱਤੀ ਸੀ। ਪਰ ਇਹ ਇੰਨੀਆਂ ਕਿਆਸਰਾਈਆਂ ਹੈਗੀਆਂ। ਤੇ ਇੱਕ ਹਿਸਟੋਰੀਅਨ ਹੈਗੇ ਇਸ਼ਤਿਆਕ ਅਹਿਮਦ, ਉਹ ਕਹਿੰਦੇ ਵੀ ਜਿੰਨਾ ਕੋਈ ਸੀਰੀਅਸ ਨਹੀਂ ਸੀ ਇਹਦੇ ਬਾਰੇ, ਕਿਉਂਕਿ ਉਦੋਂ ਪਹਿਲਾਂ ਰਾਵਲਪਿੰਡੀ 'ਚ ਦੰਗੇ ਹੋਏ ਸੀ, ਉਹਨੇ ਕੋਈ ਉਹਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ, ਕੋਈ ਕੁਛ ਨਹੀਂ ਕੀਤਾ। ਇਸ ਕਰਕੇ ਕੋਈ ਫੰਡਾਮੈਂਟਲ ਗੱਲ ਤਾਂ ਅਵੇਲੇਬਲ ਹੈ ਨਹੀਂ, ਐਵੀਡੈਂਸ ਤਾਂ ਅਵੇਲੇਬਲ ਹੈ ਨਹੀਂ। ਇਹ ਜਿਹਾ ਚੱਲਦੇ ਫਿਰਦੇ ਅਕਾਊਂਟਸ ਅਵੇਲੇਬਲ ਹੈ ਜੀ। ਅੱਛਾ, ਦੂਜੇ ਪਾਸੇ ਫਿਰ ਹਰੇ ਜਿਹੜੇ ਜੀ ਕੰਟੀਨਿਊ ਕਰੋ। ਹਾਂਜੀ, ਜਿਹੜੇ ਨਹਿਰੂ ਹਰੇ ਸੀਗੇ ਜਾਂ ਕਾਂਗਰਸ ਸੀ, ਇਹਨੇ ਜਦੋਂ ਆਪਾਂ 1928 ਦੀ ਨਹਿਰੂ ਰਿਪੋਰਟ ਦੀ ਗੱਲ ਕਰਦੇ ਸੀ ਤਾਂ ਇਹਨਾਂ ਨੇ ਸਿੱਖਾਂ ਨੂੰ ਅਸ਼ੋਰ ਕਰਨ ਵਾਸਤੇ ਸਟੇਟਮੈਂਟ ਥੋੜੀ ਜਿਹੀ ਘੁਮਾ ਫਿਰਾ ਕੇ ਦਿੱਤੀ ਸੀ ਕਿ ਅਸੀਂ ਕੋਈ ਵੀ ਐਸਾ ਕੌਂਸਟੀਟਿਊਸ਼ਨ ਨਹੀਂ ਲਿਆਵਾਂਗੇ ਜਿਹੜਾ ਮਾਈਨੋਰਿਟੀਜ਼ ਨੂੰ ਪਸੰਦ ਨਹੀਂ ਹੋਊਗਾ। ਉਸ ਤੋਂ ਬਾਅਦ ਨਹਿਰੂ ਨੇ ਇੱਕ ਗੱਲ ਹੋਰ ਕੀਤੀ ਕਿ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੋਊਗਾ ਜੇ ਸਿੱਖ ਨਾਰਦਰਨ ਇੰਡੀਆ ਦੇ ਵਿੱਚ ਗਲੋ ਆਫ ਫਰੀਡਮ ਮਾਨਣ ਆਪਦਾ। ਉਹ ਸਿੱਖਾਂ ਨੇ ਕਿਤੇ ਨਾ ਕਿਤੇ ਉਹਨੂੰ ਇੱਕ ਤਰ੍ਹਾਂ ਦਾ ਹੋਮਲੈਂਡ ਦਾ ਸੁਪਨਾ ਜਾਂ ਕਹਿ ਲਓ ਜਾਂ ਹੋਮਲੈਂਡ ਦੀ ਪ੍ਰੋਮਿਸ ਸਮਝ ਲਿਆ। ਪਰ ਲਿਖਾ ਪੜ੍ਹੀ ਦੇ ਵਿੱਚ ਕਿਤੇ ਨਾ ਨਹਿਰੂ ਨੇ ਦਿੱਤਾ, ਨਾ ਕਾਂਗਰਸ ਨੇ ਦਿੱਤਾ, ਨਾ ਕਿਸੇ ਹੋਰ ਨੇ ਨਹੀਂ ਦਿੱਤਾ ਜੀ। ਤੇ ਜਦੋਂ ਆਪਾਂ ਟਰਾਂਸਫਰ ਆਫ ਪਾਵਰ ਹੁੰਦੀ ਹੈ, ਜਦੋਂ ਆਪਾਂ ਗੱਲ ਕਰਦੇ ਕਿ ਉਹਨਾਂ ਦਾ ਸੁਪਨਾ ਸਵਰਾਜ ਦਾ ਸੀ, ਉਹ ਸਵਰਾਜ ਤੱਕ ਨਹੀਂ ਆਇਆ, ਉਹਨੂੰ ਆਪਾਂ ਟਰਾਂਸਫਰ ਆਫ ਪਾਵਰ ਹੀ ਕਹਿ ਸਕਦੇ ਹਾਂ, ਕਿਉਂਕਿ ਪੁਰਾਣਾ ਹੀ ਨਿਜ਼ਾਮ, ਪੁਰਾਣਾ ਹੀ ਸਿਸਟਮ ਸਮਝ ਲਓ ਪਾਰਟੀਸ਼ਨ ਤੋਂ ਬਾਅਦ ਟਰਾਂਸਫਰ ਦੇ ਵਿੱਚ ਕਾਂਗਰਸ ਨੂੰ ਮਿਲ ਗਿਆ, ਜਾਂ ਕਹਿ ਲਓ ਨਹਿਰੂ ਹਰਿਆਂ ਨੂੰ ਤੇ ਗਾਂਧੀ ਹਰਿਆਂ ਦੇ ਉਸ ਅਲੀਟ ਇੱਕ ਗਰੁੱਪ ਨੂੰ ਉਹ ਮਿਲ ਗਿਆ। ਤਾਂ ਉਹ ਟਰਾਂਸਫਰ ਆਫ ਪਾਵਰ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜਿਹੜਾ ਉਹਨਾਂ ਨੇ ਨੇਸ਼ਨ ਦੀ ਕ੍ਰੀਏਸ਼ਨ ਦਾ ਤੇ ਸੈਕੂਲਰਿਜ਼ਮ ਦਾ ਜਿਹੜਾ ਵਾਅਦਾ ਕੀਤਾ ਸੀਗਾ ਉਦੋਂ ਪਹਿਲਾਂ, ਉਹ ਸਾਰਾ ਮਤਲਬ ਹੌਲੀ ਹੌਲੀ ਉਹ ਉਸ ਵਾਅਦੇ ਤੋਂ ਪਾਸੇ ਹੁੰਦੇ ਗਏ ਤੇ ਉਹ ਅਸਲ ਸ਼ੇਪ ਲੈਂਦੇ ਗਏ। ਇਹਨੂੰ ਸਮਝਣ ਵਾਸਤੇ ਨਾ ਥੋੜਾ ਜਿਹਾ ਆਪਾਂ ਨੂੰ ਭਾਰਤ ਦਾ ਜਿਹੜੀ ਭੂਗੋਲ ਹੈਗਾ ਜਾਂ ਇਹ ਕਿਵੇਂ ਰਿਹਾ ਤੇ ਕਿਉਂ ਇੱਥੇ ਸਾਮਰਾਜ ਬਣਦੇ ਆ ਉਹਨੂੰ ਅੰਡਰਸਟੈਂਡ ਕਰਨਾ ਪਊਗਾ। ਭਾਰਤ ਜਿਹੜਾ ਹੈਗਾ ਇਹਦੇ ਜਿਹੜਾ ਬਲੋਚਿਸਤਾਨ ਤੋਂ ਲੈ ਕੇ ਉੱਤੋਂ ਦੀ ਹੁੰਦੇ ਹੋਏ ਜਿਹੜਾ ਦੱਖਣ ਏਸ਼ੀਆ, ਭਾਰਤ ਦਾ ਨਹੀਂ ਮੈਂ ਕਹੂੰਗਾ, ਦੱਖਣ ਏਸ਼ੀਆ ਜਿਹੜਾ ਹੈਗਾ ਇਹਦੇ ਇੱਕ ਪਾਸੇ ਉੱਤਰ ਵਾਲੇ ਪਾਸੇ ਉੱਚੇ ਪਹਾੜ ਹੈਗੇ ਆ ਤੇ ਫਿਰ ਉਹ ਪਹਾੜ ਅੱਗੇ ਜਾ ਕੇ ਜਿੱਧਰ ਆਪਾਂ ਨਾਰਥ ਈਸਟ ਆ ਜਾਂਦਾ, ਬਰਮਾ ਵਾਲੇ ਪਾਸੇ ਨੀਚੇ ਆ ਜਾਂਦੇ ਆ। ਤਾਂ ਇੱਕ ਤਰ੍ਹਾਂ ਦੀ ਕੰਧ ਬਣਾ ਦਿੰਦੇ ਆ, ਭਾਰਤ ਨੂੰ ਕੱਟ ਆਫ ਕਰ ਦਿੰਦੇ ਆ ਜਾਂ ਦੱਖਣ ਏਸ਼ੀਆ ਨੂੰ ਕੱਟ ਆਫ ਕਰ ਦਿੰਦੇ ਆ ਸਾਰੇ ਸਬ ਕੰਟੀਨੈਂਟ ਨੂੰ
ਬਾਕੀ ਏਸ਼ੀਆ ਦੇ ਨਾਲੋਂ। ਨੀਚੇ ਇਹਨਾਂ ਦੇ ਸਮੁੰਦਰ ਆ ਜਾਂਦਾ, ਸੋ ਇੱਕ ਖਿੱਤਾ ਜਿਹੜਾ ਮਹਿਫੂਜ਼ ਜਿਹਾ ਖਿੱਤਾ ਬਣ ਜਾਂਦਾ ਹੈ। ਤੇ ਇਹਦੇ ਅੰਦਰ ਦਰਿਆਵਾਂ ਦੇ ਕਈ ਮਤਲਬ ਜਿਹੜਾ ਦੱਖਣੀ ਭਾਰਤ ਆ ਉਹਦੇ ਦਰਿਆ ਹੌਰੀਜ਼ੋਂਟਲ ਵਗਦੇ ਆ, ਤੇ ਇੱਕ ਗੰਗਾ ਬੇਸਿਨ ਆ ਤੇ ਇੱਕ ਇੰਡਸ ਬੇਸਿਨ ਹੈਗੀ ਆ। ਇਹਨਾਂ ਦੇ ਵਿੱਚ ਅੱਡ ਅੱਡ ਤਰ੍ਹਾਂ ਦੀਆਂ ਸੱਭਿਅਤਾਵਾਂ ਪਲੀਆਂ, ਪਰ ਇਹ ਥੋੜ੍ਹੀਆਂ ਜਿਹੀਆਂ ਇੱਥੇ ਉਹ ਜਿਹੇ ਨੇਸ਼ਨ ਸਟੇਟ ਨਹੀਂ ਬਣ ਸਕੇ, ਉਹ ਜਿਹੀਆਂ ਸਮਝ ਲਓ ਰਾਸ਼ਟਰਵਾਦ ਨਹੀਂ ਜਨਮ ਲੈ ਸਕਿਆ ਜਿਵੇਂ ਯੂਰਪ ਚ ਲਿਆ। ਕਿਉਂਕਿ ਯੂਰਪ ਵੀ ਤਕਰੀਬਨ ਆਈ ਹੈਗਾ, ਮਤਲਬ ਅੱਡ ਖਿੱਤਾ, ਪਰ ਉਹਦੇ ਵਿੱਚ ਜੋਗ੍ਰਾਫੀਕਲ ਸੈਪਰੇਸ਼ਨਸ ਬਹੁਤ ਹੈਗੀਆਂ ਤੇ ਅੱਡ ਅੱਡ ਨੈਸ਼ਨੈਲਿਟੀਜ਼ ਨੇ ਜਨਮ ਲੈ ਲਿਆ। ਤੇ ਨਾ ਹੀ ਇਹ ਖਿੱਤਾ ਚੀਨ ਵਾਂਗੂ ਇੱਕੋ ਤਰ੍ਹਾਂ ਦੀ ਨੈਸ਼ਨੈਲਿਟੀ ਬਣ ਸਕਿਆ ਕਿ ਸਾਰਾ ਇੱਕੋ ਜਿੱਕਾ ਹੋਵੇ। ਇਹਦੇ ਚ ਥੋੜੀਆਂ ਸੈਪਰੇਸ਼ਨਸ ਵੀ ਹੈਗੀਆਂ। ਸੋ ਨਾ ਤਾਂ ਇਹ ਬਿਲਕੁਲ ਸੈਪਰੇਟਡ ਆ, ਨਾ ਇਹ ਚੀਨ ਵਾਂਗੂ ਬਿਲਕੁਲ ਇੱਕੋ ਆ। ਇਹ ਤਕਰੀਬਨ ਇਹਦੇ ਵਿੱਚ ਵਖਰੇਵੇਂ ਹੈ। ਇਹਦੇ ਕਰਕੇ ਇੱਥੇ ਕੀ ਹੁੰਦਾ ਹੈ ਕਿ ਜੇ ਕੋਈ ਬਾਹਰਲੀ ਤਾਕਤ ਜਾਂ ਕੋਈ ਛੋਟੀ ਜਿਹੀ ਤਾਕਤ ਜਦੋਂ ਇਹਦੇ ਤੇ ਕਬਜ਼ਾ ਕਰਨ ਲੱਗੇ ਤਾਂ ਉਹ ਬਹੁਤ ਜਲਦੀ ਇਹਦੇ ਤੇ ਕਾਬਜ਼ ਹੋ ਜਾਂਦੀ ਹੈ। ਛੋਟੀ ਜਿਹੀ ਫੋਰਸ ਹੀ ਇਹਦੇ ਤੇ ਕਾਬਜ਼ ਹੋ ਜਾਂਦੀ। ਜਿਵੇਂ ਆਪਾਂ ਵੇਖਿਆ ਸਲਤਨਤ ਵੇਲੇ ਪਠਾਨ ਕਾਬਜ਼ ਹੋਏ, ਅਫਗਾਨ ਕਾਬਜ਼ ਹੋਏ, ਉਦੋਂ ਬਾਅਦ ਮੁਗਲ ਬਹੁਤ ਛੋਟੇ ਜਿਹੇ ਫੋਰਸ ਨਾਲ ਹੀ ਕਾਬਜ਼ ਹੋ ਗਏ, ਤੇ ਉਦੋਂ ਬਾਅਦ ਅੰਗਰੇਜ਼ ਵੀ ਬਹੁਤ ਛੋਟੀ ਫੋਰਸ ਨਾਲ ਕਾਬਜ਼ ਹੋ ਗਏ। ਪਰ ਬਾਅਦ ਚ ਇਹਨੂੰ ਚਲਾਉਣ ਵਾਸਤੇ ਉਹਨਾਂ ਨੂੰ ਅਲਾਇੰਸਿਸ ਕਰਨੇ ਪੈਂਦੇ ਆ। ਮੁਗਲਾਂ ਨੇ ਰਾਜਪੂਤਾਂ ਨਾਲ, ਮਰੱਠਿਆਂ ਨਾਲ ਅਲਾਇੰਸ ਕੀਤੇ, ਤੇ ਅੰਗਰੇਜ਼ਾਂ ਨੇ ਮਾਰਸ਼ਲ ਕੌਮਾਂ ਨਾਲ ਅਲਾਇੰਸ ਰੱਖੇ, ਜਿਵੇਂ ਗੋਰਖਿਆਂ ਨਾਲ, ਰਾਜਪੂਤਾਂ ਨਾਲ, ਸਿੱਖਾਂ ਨਾਲ ਤੇ ਪ੍ਰਿੰਸਲੀ ਸਟੇਟਸ ਨਾਲ। ਤੇ ਇਹ ਸਟੇਟ ਆਏ ਦੀ ਆਏ ਹੀ 1947 ਚ ਟਰਾਂਸਫਰ ਹੋਈ ਹੈ। ਇਹ ਕੋਈ ਆਜ਼ਾਦੀ ਜਾਂ ਕੋਈ ਬੁਨਿਆਦੀ ਬਦਲਾਵ ਨਹੀਂ ਆਇਆ। ਤੇ ਇਹ ਅਲੀਟ ਹਿੰਦੂ ਅਲੀਟ ਨੂੰ ਇਹ ਟਰਾਂਸਫਰ ਹੋ ਗਈ ਸਟੇਟ, ਤੇ ਉਹਦੇ ਵਿੱਚ ਉਹਨੇ ਇੱਕ ਅਲਾਇੰਸਿਸ ਦਾ ਗੱਠਜੋੜ ਬਣਾ ਲਿਆ, ਕੁਛ ਮਾਈਨੋਰਿਟੀਜ਼ ਨਾਲ ਬਣਾ ਲਿਆ ਤੇ ਕੁਛ ਦਲਿਤ ਜਿਹੜੇ ਪਿਛੜੀਆਂ ਜਾਤਾਂ ਨਾਲ ਇਹ ਅਲਾਇੰਸ ਬਣਾ ਕੇ। ਕਿਉਂਕਿ ਹੁਣ ਹਥਿਆਰਾਂ ਦੀ ਲੋੜ ਘੱਟ ਸੀ, ਵੋਟ ਰਾਜਨੀਤੀ ਸੀ, ਤਾਂ ਉਹ ਅਲਾਇੰਸ ਥੋੜਾ ਜਿਹਾ ਡਿਫਰੈਂਟ ਬਣ ਗਿਆ। ਤਾਂ ਇਹ ਜਦੋਂ ਆਪਾਂ ਨੂੰ ਵੇਖੀਏ ਤਾਂ ਇਹ ਉਹੀ ਬਸਤੀਵਾਦੀ ਸਟੇਟ ਹੈਗੀ ਆ ਜਿਹੜੀ ਪੁਰਾਣੀ ਚੱਲਦੀ ਆ ਰਹੀ ਸੀ ਅੰਗਰੇਜ਼ਾਂ ਵੇਲੇ, ਤੇ ਉਵੇਂ ਹੀ ਸਾਮਰਾਜ ਹੈਗਾ। ਹੁਣ ਇਹ ਨੇਸ਼ਨ ਨਹੀਂ ਬਣਿਆ ਜਾਂ ਇਹ ਸੈਕੂਲਰ ਨੇਸ਼ਨ ਨਹੀਂ ਬਣਿਆ ਕੋਈ, ਇਹ ਹਿੰਦੂ ਸਾਮਰਾਜ ਦਾ ਰੂਪ ਧਾਰਨ ਕਰ ਗਿਆ ਜੀ। ਇਹ ਆਪਾਂ ਨੂੰ ਤਕਰੀਬਨ ਇਹਨਾਂ ਦੇ ਇਸ ਕੌਂਸਟੀਟਿਊਸ਼ਨ ਤੋਂ ਵੀ ਪਤਾ ਲੱਗਦਾ ਹੈ। ਤੇ ਸਿੱਖਾਂ ਨੂੰ 1951 ਚ ਸਮਝ ਆ ਗਈ ਸੀ ਇਸ ਚ। ਇਹ ਕਹਿਣਾ ਕਿ ਨਹੀਂ ਸਮਝ ਆਈ ਸੀ, ਇਹ ਗੱਲ ਨਹੀਂ। ਉਹਨਾਂ ਨੂੰ ਸਮਝ ਆ ਗਈ ਸੀ ਅਕਾਲੀ ਪਾਰਟੀ ਨੂੰ ਇਹ ਕੀ ਹੋ ਗਿਆ। ਤੇ ਕਿਉਂਕਿ ਕੌਂਸਟੀਟਿਊਸ਼ਨ ਦੇ ਵਿੱਚ ਸਿੱਖਾਂ ਨੂੰ ਹਿੰਦੂ ਹੀ ਡਿਕਲੇਅਰ ਕਰ ਦਿੱਤਾ ਗਿਆ, ਆਨੰਦ ਮੈਰਿਜ ਐਕਟ ਖਤਮ ਕਰ ਦਿੱਤਾ ਗਿਆ। You're listening to 1550 AM KRPI Ferndale. The views expressed are not necessarily those of the staff, management, or ownership of this station. जी जी ਬਰਾੜ ਸਾਹਿਬ, ਅੱਛਾ ਜੀ। ਉਹ ਖਤਮ ਕਰ ਦਿੱਤਾ ਗਿਆ। ਤੇ ਨਾਟ ਓਨਲੀ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਜਿਹੜੇ ਚਿੰਨ੍ਹ ਵਰਤੇ ਗਏ, ਜਿਵੇਂ ਸਤਿਆਮੇਵ ਜੈਤੇ ਉਪਨਿਸ਼ਦ ਚੋਂ ਲਿਆ ਗਿਆ, ਹੋਰ ਜਿਹੜੇ ਸਿੰਬਲਸ ਵਰਤੇ ਗਏ, ਉਹ ਸਾਰੇ ਹਿੰਦੂ ਸਿੰਬਲ ਸੀਗੇ। ਤੇ ਹੌਲੀ ਹੌਲੀ ਇਹ ਜਿਹੜੀ ਉਹ ਪਰਤ ਲੈਂਦੀ ਗਈ, ਜਿਹੜੀ ਸੌਫਟਰ ਹਿੰਦੂਤਵ ਦੀ ਸੀ, ਤੇ ਸਟਰੋਂਗਰ ਹਿੰਦੂਜ਼ਮ ਦਾ ਸਾਮਰਾਜ ਆਉਂਦਾ ਗਿਆ, ਜਿਹੜਾ ਅੱਜ ਆਪਾਂ ਦੇਖ ਰਹੇ ਹਾਂ ਇੱਥੇ ਹੈਗਾ। ਅੱਛਾ ਜੀ, ਇੱਕ ਦੱਸਿਓ ਫਿਰ 47 ਤੋਂ ਬਾਅਦ ਜਦ ਬੇਗਾਨਗੀ ਹੋਈ, ਇੱਕ ਮੈਂ ਥੋੜਾ ਜਿਹਾ ਤੁਹਾਡੀ ਇੱਕ ਇਹਦੇ ਪਕੜ ਮੈਂ ਲੈਣੀ ਚਾਹੁੰਦਾ ਕਿ ਲੋਕਾਂ ਨੂੰ ਇੱਕ ਗੱਲ ਇੱਥੇ ਮੈਂ ਕਰਦਾ ਜਾਵਾਂ, ਕਿਉਂਕਿ ਪਾਰਟੀਸ਼ਨ ਇੱਕ ਬਹੁਤ ਵੱਡਾ ਸਬਜੈਕਟ ਆ, ਪਰ ਤੁਸੀਂ ਇਸ ਦੇ ਵਿੱਚ ਜਿਹੜੀ ਬਰਬਾਦੀ ਹੋਈ ਦੋਨੇ ਕੌਮਾਂ ਦੀ, ਮੁਸਲਮਾਨ ਤੇ ਸਿੱਖਾਂ ਦੀ, 10-10 ਲੱਖ ਦੇ ਕਰੀਬ ਲੋਕ ਮਾਰੇ ਗਏ, ਉਹਦੀ ਜਿਹੜੀ ਸ਼ੁਰੂਆਤ ਹੋਈ, ਉਹ ਕੋਈ ਕਹਿੰਦਾ ਜੀ ਮਾਸਟਰ ਤਾਰਾ ਸਿੰਘ ਜੀ ਨੇ ਝੰਡਾ ਫੂਕਤਾ ਹੈ, ਕੋਈ ਕਹਿੰਦਾ ਵੀ ਟ੍ਰੇਨਾਂ ਭਰ ਕੇ ਆ ਗਈਆਂ। ਇਹ ਜਿਹੜੀ ਸਡਨ ਸਟਾਰਟ ਹੋਏ ਇਕੱਠੇ ਵਸਦੇ, ਇੱਕ ਬੋਲੀ, ਇੱਕ ਭਾਸ਼ਾ, ਤੇ ਹੁਣ ਇੱਕ ਦੂਜੇ ਵੱਲ ਸਦਾ ਹੀ ਉਸ ਤਰ੍ਹਾਂ ਤੇ ਉਹ ਵਾਂਗੂ ਰਹਿੰਦੇ ਰਹੇ, ਤੇ ਉਹਦੀ ਮੈਨੂੰ ਥੋੜੀ ਜਿਹੀ ਲੋਕਾਂ ਨੂੰ ਇਹ ਸਮਝਾ ਦਿਓ ਵੀ ਉਹ ਵੱਢ ਟੁੱਕ ਕਿਵੇਂ, ਉਹਦਾ ਕਾਰਨ ਕੀ ਹੋਇਆ ਜੀ? ਫਿਰ ਜੀ ਜਿਹੜਾ ਵੱਧ ਟੁੱਕ ਹੋਈ ਆ ਜਾਂ ਇਹ ਵਾਇਲੈਂਸ ਸ਼ੁਰੂ ਹੋਇਆ, ਇਹ ਵੇਖੋ ਐਟਰੀਬਿਊਟ ਕਰ ਦਿੱਤਾ ਜਾਂਦਾ ਹੈ ਕਿ ਵੀ ਉਹਨੇ ਬਾਹਰ ਆ ਕੇ ਝੰਡਾ ਪਾੜਤਾ ਤਲਵਾਰ ਨਾਲ। ਵੈਸੇ ਝੰਡਾ ਉਸ ਟਾਈਮ ਸੀਗਾ ਹੀ ਨਹੀਂ। ਹਾਂ, ਉਹਨੇ ਤਲਵਾਰ ਕੱਢ ਕੇ ਨਾਅਰਾ ਜ਼ਰੂਰ ਦਿੱਤਾ ਹੈ ਕਿ ਵੀ ਪਾਕਿਸਤਾਨ ਮੁਰਦਾਬਾਦ ਦਾ, ਤੇ ਉਹ ਉਸ ਸਮੇਂ ਕੁਛ ਨਹੀਂ, ਉਹਦਾ ਕੋਈ ਰਿਪਰਕਸ਼ਨ ਨਹੀਂ ਹੋਇਆ, ਕੁਛ ਨਹੀਂ ਹੋਇਆ। ਉਦੋਂ 2-4 ਦਿਨਾਂ ਬਾਅਦ RSS ਨੇ ਵਾਇਲੈਂਸ ਕੀਤਾ ਲਾਹੌਰ ਦੇ ਵਿੱਚ, ਥੋੜਾ ਜਿਹਾ ਕੁੱਟਮਾਰ ਕੀਤੀ ਹੈ, ਸ਼ਾਇਦ ਇੱਕ ਬੰਦਾ ਵੀ ਮਰਿਆ ਮੁਸਲਮਾਨ। ਪਰ ਜਿਹੜਾ ਵਾਇਲੈਂਸ ਸ਼ੁਰੂ ਹੋਇਆ ਇਹ ਰਾਵਲਪਿੰਡੀ ਦੇ ਇਲਾਕੇ 'ਚ ਮੁਸਲਮਾਨਾਂ ਨੇ ਸ਼ੁਰੂ ਕੀਤਾ ਜੀ, ਮੁਸਲਿਮ ਲੀਗੀਆਂ ਨੇ।
ਤੇ ਮੁਸਲਿਮ ਲੀਗ ਵਾਇਲੈਂਸ ਜਿਹੜਾ ਇਹ ਸੀਗਾ, ਇਹ ਐਕਚੁਅਲੀ ਅਚਾਨਕ ਹੀ ਭਾਵਨਾ ਭੜਕੀ ਤੇ ਲੋਕਾਂ ਨੇ ਜਿਹੜੇ ਪੰਜਾਬੀ ਸੀਗੇ ਇਹਨਾਂ ਦੇ ਵਿੱਚ ਹੈ ਨਹੀਂ ਸੀ ਪਹਿਲਾਂ ਮਤਲਬ ਵਾਇਲੈਂਸ, ਤੇ ਮੁਸਲਿਮ ਲੀਗ ਉਸ ਇਲੈਕਸ਼ਨਾਂ ਤੋਂ ਬਾਅਦ ਇੱਕਦਮ ਇਹ ਭਾਵਨਾ ਆਈ ਹੈ ਜੀ। ਪਰ ਕਿਤੇ ਨਾ ਕਿਤੇ ਇਹਦੀ ਜੜ ਜਿਹੜੀ ਹੈ ਵਾਇਲੈਂਸ ਦੀ 1924-25 ਦੇ ਵਿੱਚ ਕੋਹਾਟ ਦੇ ਇਲਾਕੇ ਦੇ ਵਿੱਚ ਵੀ ਪਈ ਹੈ ਜੀ। ਉੱਥੇ ਇਹ ਜਿਹੜਾ ਵਾਇਲੈਂਸ ਆ ਉਹਦਾ ਜੇ ਆਪਾਂ ਡਿਟੇਲ 'ਚ ਜਾਈਏ ਤਾਂ ਇਹ ਵਾਇਲੈਂਸ ਜਿਹੜਾ ਇਹ ਹਿੰਦੂਆਂ ਨੇ ਉੱਥੇ ਸ਼ੁਰੂ ਕੀਤਾ ਸੀ ਜੀ, ਜਿਹਦਾ ਜਵਾਬ ਦਿੱਤਾ ਸੀ ਮੁਸਲਮਾਨਾਂ ਨੇ, ਤੇ ਉਹ ਭਾਵਨਾ ਫਿਰ ਅੱਗੇ ਆਉਂਦੀ ਗਈ। ਇਹ ਥੋੜਾ ਜਿਹਾ ਮਤਲਬ ਸਮਝ ਲਓ ਕਿ ਵੀ ਉਸ ਐਕਸ਼ਨ ਦਾ ਮਾਸਟਰ ਤਾਰਾ ਸਿੰਘ ਦੇ ਉਸ ਐਕਸ਼ਨ, ਵੈਸੇ ਮੈਂ ਇਹ ਨਹੀਂ ਕਹਿੰਦਾ ਕਿ ਉਹ ਐਕਸ਼ਨ ਸਹੀ ਸੀ ਕਿ ਵੀ ਤਲਵਾਰ ਕੱਢਣੀ ਨਹੀਂ ਚਾਹੀਦੀ ਸੀ, ਖੈਰ ਉਸ ਜਗ੍ਹਾ ਤੇ ਐਵੇਂ ਗਰਮ ਨਾਅਰੇ ਨਹੀਂ ਦੇਣੇ ਚਾਹੀਦੇ ਸੀ ਉਸ ਸਮੇਂ, ਪਰ ਆਪਾਂ ਉਸ ਸਿੰਗਲ ਐਕਸ਼ਨ ਨੂੰ ਇਹ ਕਹਿ ਦਈਏ ਉਹਦੇ ਕਰਕੇ ਸਾਰਾ ਵਾਇਲੈਂਸ ਸ਼ੁਰੂ ਹੋ ਗਿਆ, ਇਹ ਬਿਲਕੁਲ ਗਲਤ ਗੱਲ ਹੋਊਗੀ, ਕਿਉਂਕਿ ਉਹ ਤਾਂ ਬਿਲਕੁਲ ਪਲੈਨਡ ਵਾਇਲੈਂਸ ਸੀ। ਮੁਸਲਿਮ ਲੀਗ ਤਾਂ ਜਿਹੜੇ ਨਵਾਬ ਮਮਦੂਦ ਸੀ ਉਹਨੇ ਤਾਂ ਇੱਕ ਫੰਡ ਇਕੱਠਾ ਕੀਤਾ ਹੋਇਆ ਸੀ, ਹਥਿਆਰ ਆਏ ਆ, ਉਹ ਪਲੈਨਡ ਵਾਇਲੈਂਸ ਚੱਲਿਆ। ਤੇ ਪਲੈਨਡ ਵਾਇਲੈਂਸ ਹੀ ਇੱਧਰੋਂ ਵੀ ਜਦੋਂ ਆਪਾਂ ਵੇਖਦੇ ਹਾਂ ਤਾਂ ਉਹ ਬਾਅਦ ਦੇ ਵਿੱਚ ਸਿੱਖਾਂ ਨੇ ਜਿਹੜਾ ਹਿੰਸਾ ਹੈਗੀ ਉਹ ਬਹੁਤ ਬਾਅਦ ਸ਼ੁਰੂ ਕੀਤੀ, ਜਦੋਂ ਉੱਧਰੋਂ ਗੱਡੀਆਂ ਆਉਣੀਆਂ ਸ਼ੁਰੂ ਹੋ ਗਈਆਂ, ਉੱਧਰੋਂ ਫੋਟੋਆਂ ਆਉਣੀਆਂ, ਪਤਾ ਲੱਗਣ ਲੱਗ ਗਿਆ ਕਿ ਆਹ ਹੋ ਰਿਹਾ ਇਸ ਪਾਸੇ। ਜੀ। ਅੱਛਾ, ਪਰ ਇਹਦੇ ਨਾਲ ਹੀ ਉਸ ਤੋਂ ਬਾਅਦ ਸਿੱਖਾਂ ਨੇ ਉਹਦਾ ਰਿਪਰਕਸ਼ਨ ਬਹੁਤ ਸਟਰੋਂਗ ਦਿੱਤਾ ਤੇ ਜੇ ਉਹ ਜਦੋਂ ਦਿੱਤਾ ਤੇ ਤਾਂ ਹੀ ਉੱਧਰੋਂ ਬੰਦ ਹੋਇਆ ਜੀ ਕੰਮ। ਅੱਛਾ ਬਰਾੜ ਸਾਹਿਬ, ਇੱਕ ਗੱਲ ਚੈਲੰਜ ਹੁੰਦੀ ਹੈ ਕਿ ਜੀ ਸਰਦਾਰ ਕਪੂਰ ਸਿੰਘ ਉਹਨਾਂ ਨੇ ਜਿਹੜੀ ਗੱਲ ਕਹੀ ਵੀ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਦਾ ਸਰਕੂਲਰ ਆਇਆ, ਮੈਂ ਜਦ DCC ਮੇਰੇ ਹੱਥ 'ਚ ਆਇਆ, ਪਟੇਲ ਨੇ ਇਹ ਭੇਜਿਆ, ਉਹਨੂੰ ਚੈਲੰਜ ਕਰਦੇ ਨੇ ਲੋਕ ਬਈ ਨਹੀਂ ਉਹੋ ਜਿਹਾ ਕੋਈ ਸਰਕੂਲਰ ਨਹੀਂ, ਅਸੀਂ ਕਿਤੇ ਕਾਪੀ ਨਹੀਂ ਉਹਦੀ ਪੜ੍ਹੀ, ਉਹਦਾ ਕੀ ਸੱਚ ਹੈ? ਉਹਨਾਂ ਜੀ ਸਰਕੂਲਰ ਤਾਂ ਜ਼ਰੂਰ ਐਸਾ ਸੀਗਾ ਕਿ ਵੀ ਇਹ ਉਹ ਪਰ ਨਾ ਥੋੜਾ ਜਿਹਾ ਜਰਾਇਮ ਪੇਸ਼ਾ ਵਰਡ ਜਿਹੜਾ ਹੈਗਾ ਨਾ ਜੀ, ਉਹਦੀ ਟਰਾਂਸਲੇਸ਼ਨ ਜਦੋਂ ਕਰਦੇ ਆਪਾਂ ਇੰਗਲਿਸ਼ ਤੋਂ ਤਾਂ ਉਹ ਹੈਗੀ ਆ, ਪਰ ਉਹ ਸਰਕੂਲਰ ਅੰਗਰੇਜ਼ਾਂ ਵੇਲੇ ਦਾ ਹੀ ਸੀ ਤੇ ਉਹ ਸਿੱਖਾਂ ਦਾ ਸਪੈਸੀਫਿਕ ਆਏ। ਵੈਸੇ ਸਰਕੂਲਰ ਅਵੇਲੇਬਲ ਤਾਂ ਕਿਤੇ ਹੈ ਨਹੀਂ, ਪਰ ਜੋ ਆਪਣਾ ਸਰ ਕਪੂਰ ਸਿੰਘ ਖੁਦ ਵੀ ਉਹਨੂੰ ਲੌਲੈਸ ਜਾਂ ਐਸੇ ਵਰਡਸ ਯੂਜ਼ ਕਰਦੇ ਹੈਗੇ ਆ, ਤੇ ਸਰਕੂਲਰ ਆਪਦੇ ਆਪ 'ਚ ਕਿਸੇ ਵੀ ਐਵੀਡੈਂਸ ਹੈ ਨਹੀਂ। ਤੇ ਉਹਦੇ ਵਿੱਚ ਜੇ ਆਪਾਂ ਸਰ ਕਪੂਰ ਸਿੰਘ ਦੀ ਗੱਲ ਨੂੰ ਸਹੀ ਵੀ ਲੈ ਲਈਏ ਤਾਂ ਜਰਾਇਮ ਪੇਸ਼ਾ ਤੇ ਲੌਲੈਸ ਦੇ ਵਿੱਚ ਹਲਕਾ ਜਿਹਾ ਫਰਕ ਹੈ ਇੰਗਲਿਸ਼ ਦੇ ਵਿੱਚ, ਜਿਵੇਂ ਮਤਲਬ ਕਿ ਉਹ ਬਿਲਕੁਲ ਉਵੇਂ ਟਰਾਂਸਲੇਟ ਨਹੀਂ ਹੁੰਦਾ। ਤੇ ਪਰ ਇਸ ਗੱਲ 'ਚ ਕੋਈ ਡਾਊਟ ਨਹੀਂ ਜੀ ਕਿ ਇਸ ਗੱਲ 'ਚ ਕੋਈ ਦੋ ਰਾਏ ਨਹੀਂ ਕਿ ਭਾਵਨਾ ਜਿਹੜੀ ਸੀਗੀ ਉੱਤੇ ਉਹ ਸਿੱਖ ਫੀਲਿੰਗਸ ਨੂੰ ਜਾਂ ਸਿੱਖ ਥਾਟ ਨੂੰ ਦਬਾਉਣ ਦੀ ਸੀਗੀ। ਮਤਲਬ ਉਹ ਆਪਾਂ ਮਤਲਬ ਇਹ ਇੱਕ ਦੋ ਚਾਰ ਅਕਸ਼ਰਾਂ ਦੇ ਹੇਰ ਫੇਰ ਤੋਂ ਆਪਾਂ ਨਹੀਂ ਕੁਛ ਕਹਿ ਸਕਦੇ ਕਿ ਨਹੀਂ ਸੀ, ਉਹ ਸੀਗੀ। ਤੇ ਉਹ 1951 ਤੋਂ ਬਾਅਦ ਨਜ਼ਰ ਆਉਣੀ ਸ਼ੁਰੂ ਹੋ ਗਈ ਸੀ ਜਦੋਂ ਪੰਜਾਬੀ ਸੂਬੇ ਵਾਸਤੇ ਡਿਮਾਂਡ ਰੱਖੀ ਸਿੱਖਾਂ ਨੇ, ਤਾਂ ਉਹ ਨਜ਼ਰ ਆਈ ਉਦੋਂ ਕਿ ਵੀ ਉਹ ਸਿਰਫ ਪੰਜਾਬ ਨੂੰ ਪੰਜਾਬੀ ਇਲਾਕੇ ਦੇ ਵਿੱਚ ਨਹਿਰੂ ਨੇ ਉਸ ਨੂੰ ਕਿਹਾ ਕਿ ਇਹ ਰਿਲੀਜੀਅਸ ਡਿਮਾਂਡ ਹੈਗੀ ਹੈ, ਇਹ ਪੰਜਾਬੀ ਸੂਬਾ ਨਹੀਂ ਲੈਣਾ ਚਾਹੁੰਦੇ। ਹਾਲਾਂਕਿ ਕਾਂਗਰਸ ਦਾ ਬੁਨਿਆਦੀ ਅਸੂਲ ਸੀਗਾ ਕਿ ਅਸੀਂ ਲਿੰਗੁਇਸਟਿਕ ਬੇਸਿਸ ਤੇ ਸੂਬਾ ਦੇਵਾਂਗੇ। ਉੱਥੋਂ ਕਾਂਗਰਸ ਉਦੋਂ ਤੋਂ ਨਹਿਰੂ ਮੁੱਕਰਿਆ ਤੇ ਨਹਿਰੂ ਦੇ ਜਿਉਂਦੇ ਜੀ ਪੰਜਾਬੀ ਸੂਬਾ ਨਹੀਂ ਮਿਲਿਆ। ਤੇ ਜਦੋਂ ਪੰਜਾਬੀ ਸੂਬਾ ਮਿਲਿਆ ਵੀ ਜੰਗ ਤੋਂ ਬਾਅਦ 65 ਤੋਂ ਬਾਅਦ, ਤਾਂ ਇੱਕ ਲੰਗੜਾ ਮਤਲਬ ਉਹਦੇ ਤੋਂ ਬਹੁਤ ਕੁਛ ਉਹਦੇ ਤੇ ਐਸੀ ਪਾਣੀ ਉਹ ਤੋਂ ਖੋਹ ਲਿਆ ਗਿਆ, ਡੈਮ ਉਹ ਤੋਂ ਖੋਹ ਲਿਆ ਗਿਆ, ਕੈਪੀਟਲ ਉਹਦੇ ਤੋਂ ਖੋਹ ਲਿਆ ਗਿਆ, ਪੰਜਾਬੀ ਸੂਬੇ ਇਲਾਕੇ ਨਹੀਂ ਦਿੱਤੇ ਗਏ। ਤਾਂ ਇੱਕ ਤਰ੍ਹਾਂ ਆਰਥਿਕ ਤੌਰ ਤੇ ਉਹਨੂੰ ਬਹੁਤ ਕਮਜ਼ੋਰ ਬਣਾਇਆ ਗਿਆ। ਤੇ ਜੀ ਆਪਾਂ ਬਰਾੜ ਸਾਹਿਬ ਇੱਕ ਵਪਾਰਕ ਸੰਦੇਸ਼ ਲੈ ਲਈਏ। ਮੈਂ ਇੱਥੋਂ ਪਹਿਲਾਂ 47 ਤੋਂ ਬਾਅਦ ਜਿਹੜੀ ਰਿਫਟ ਸ਼ੁਰੂ ਹੋਈ ਹੈ, ਜਿੱਥੇ ਬੇਗਾਨਗੀ ਦਾ ਸਬੂਤ, ਬੇਗਾਨਗੀ ਸਿੱਖ ਲੀਡਰਸ਼ਿਪ ਨੂੰ ਪਤਾ ਲੱਗ ਗਈ। ਇਹ ਤਾਂ ਗੱਲ ਕਲੀਅਰ ਹੋ ਗਈ ਜਦ ਕੰਸਟੀਟਿਊਸ਼ਨ ਦੇ ਵਿੱਚ ਹਿੰਦੂ ਮੈਰਿਜ ਐਕਟ ਦੇ ਥੱਲੇ ਤੁਹਾਨੂੰ ਨਰੜਤਾ, ਉਹ ਗੱਲਾਂ ਕਲੀਅਰ ਹੋ ਗਈਆਂ, ਸੋਵਰਨਿਟੀ ਦੀ ਗੱਲ ਖਤਮ ਹੋ ਗਈ। ਤੇ ਉਹਦੇ ਬਾਅਦ ਫਿਰ ਬੇਗਾਨਗੀ ਸ਼ੁਰੂ ਕਿੱਥੋਂ ਹੁੰਦੀ ਹੈ? ਪੰਜਾਬੀ ਸੂਬੇ ਦੀ ਮੰਗ ਕੀ ਪੰਜਾਬੀ ਇਕੱਲਾ ਹੀ ਸੂਬਾ ਸੀ ਜਿਹੜਾ ਭਾਰਤ 'ਚ ਭਾਸ਼ਾ ਦੇ ਆਧਾਰ ਤੇ ਸੀ, ਜਾਂ ਹੋਰ ਸੂਬੇ ਵੀ ਦਿੱਤੇ ਗਏ? ਇੱਥੋਂ ਹੀ ਤੋਰਨੀ ਹੈ ਜੀ ਆਪਾਂ ਗੱਲ। ਬਹੁਤ ਵਧੀਆ ਕਲੀਅਰ ਆਪਾਂ ਤੁਸੀਂ ਕਰ ਰਹੇ ਹੋ, ਮੈਂ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ ਕਰਨਾ ਚਾਹੁੰਦਾ। ਵਪਾਰਕ ਸੰਦੇਸ਼ਾਂ ਤੋਂ ਬਾਅਦ ਫਿਰ ਆਪਾਂ ਇੱਥੋਂ ਹੀ ਸ਼ੁਰੂ ਕਰਦੇ ਹਾਂ। ਸਰ ਅਜੇਪਾਲ ਸਿੰਘ ਜੀ ਬਰਾੜ ਮੇਰੇ ਨਾਲ ਨੇ, ਗੱਲਬਾਤ ਚੱਲ ਰਹੀ ਹੈ 20ਵੀਂ ਸਦੀ ਦੀ ਕਿ 1984 ਤੱਕ ਘੱਲੂਘਾਰੇ ਦੇ ਦਿਨਾਂ ਤੱਕ ਗੱਲ ਧਰਮ ਯੁੱਧ ਮੋਰਚਾ ਕਿਵੇਂ ਸ਼ੁਰੂ ਹੋਇਆ। ਬਰਾੜ ਸਾਹਿਬ 47 ਤੋਂ ਆਪਾਂ ਅੱਗੇ ਚੱਲਣਾ ਜੀ, ਜਿਹੜਾ ਇਹ ਪੰਜਾਬੀ ਸੂਬੇ ਤੱਕ
ਕਿਵੇਂ ਮੰਗਾਂ ਹੋਈਆਂ ਸ਼ੁਰੂ, ਕੀ ਗੱਲ ਚੱਲੀ ਤੇ ਸਿੱਖ ਲੀਡਰਸ਼ਿਪ ਤੇ ਦਿੱਲੀ ਦੀ ਲੀਡਰਸ਼ਿਪ ਦੇ ਆਪਸ ਵਿੱਚ ਗੱਲਬਾਤ ਜੀ, ਉਹ ਇੱਥੋਂ ਹੀ ਸ਼ੁਰੂ ਕਰੀਏ ਜੀ ਪਲੀਜ਼। ਆਪਾਂ ਜੀ ਗੱਲ ਕਰਦੇ ਪਏ ਸੀਗੇ ਕਿ ਲਿੰਗੁਇਸਟਿਕ ਜਾਂ ਜ਼ੁਬਾਨ ਦੇ ਨਾਂ ਤੇ ਸੂਬਿਆਂ ਦੇ ਵਿੱਚ ਕੀ ਪੰਜਾਬ ਦੇ ਵਿੱਚ ਹੀ ਰੁਕਾਵਟ ਹੋਈ ਕਿ ਕਿਤੇ ਹੋਰ ਵੀ। ਇਹ ਜੀ ਜਿਹੜੇ ਕਾਂਗਰਸ ਸੀ ਇਹਨੇ ਬੁਨਿਆਦੀ ਤੌਰ ਤੇ ਜਦੋਂ ਇਹਨੇ ਆਪਦਾ ਸ਼ੁਰੂ ਕੀਤਾ ਸੀ ਤਾਂ ਇਹਨੇ ਪਹਿਲਾਂ ਹੀ ਇਹ ਲਿੰਗੁਇਸਟਿਕ ਬੇਸਿਸ ਤੇ ਇਹਨੇ ਆਪਦਾ ਪ੍ਰਚਾਰ ਸ਼ੁਰੂ ਕੀਤਾ ਤੇ ਲੋਕਾਂ ਨੂੰ ਲਾਮਬੰਦ ਕਰਨਾ ਸ਼ੁਰੂ ਕੀਤਾ। ਉਦੋਂ ਇਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਜ਼ੁਬਾਨ ਦੇ ਨਾਂ ਤੇ ਸੂਬੇ ਬਣਾ ਦਾਂਗੇ ਜਾਂ ਲੋਕਾਂ ਨੂੰ ਉਸ ਤਰੀਕੇ ਨਾਲ ਅਸੀਂ ਲਿੰਗੁਇਸਟਿਕ ਤੌਰ ਤੇ ਆਪਣਾ ਸਟੇਟਸ ਬਣਾ ਦਾਂਗੇ। ਪਰ ਜਦੋਂ ਇਹ ਰਾਜ ਚ ਆਏ, ਜਦੋਂ ਇਹ ਟ੍ਰਾਂਸਫਰ ਆਫ ਪਾਵਰ ਹੋ ਗਈ, ਜਿਹੜੀ ਮੈਂ ਦੁਬਾਰਾ ਰਿਪੀਟ ਕਰ ਰਿਹਾ ਕਿ ਇਹ ਉਹੀ ਕਲੋਨੀਅਲ ਜਾਂ ਉਹੀ ਬਸਤੀਵਾਦੀ ਸਟੇਟ ਹੀ ਟ੍ਰਾਂਸਫਰ ਹੋਈ ਸੀ, ਕੋਈ ਨਿਜ਼ਾਮ ਦੇ ਵਿੱਚ ਫਰਕ ਨਹੀਂ ਪਿਆ ਸੀ। ਤਾਂ ਇਹ ਆਪਦੇ ਉਸ ਲਿੰਗੁਇਸਟਿਕ ਸੂਬਿਆਂ ਦੀ ਵਾਅਦੇ ਤੋਂ ਪਿਛਾਂਹ ਹੋਣ ਲੱਗੇ। ਵੈਸੇ ਇਹ ਵਾਅਦੇ ਤੋਂ ਪਹਿਲਾਂ ਹੀ ਪਿੱਛੇ ਹੋਣ ਲੱਗ ਗਏ ਸੀ, ਪਰ ਉਦੋਂ ਹਲੇ ਦਬਾਅ ਸੀਗਾ, ਇਹ ਜ਼ਿਆਦਾ ਨਹੀਂ ਪਿਛਾਂਹ ਹਟੇ ਸੀ, ਪਰ ਬਣਦੇ ਸਾਰ ਹੀ ਹੋਣ ਲੱਗ ਗਏ। ਤੇ ਇਹ ਸਾਊਥ ਦੇ ਵਿੱਚ ਵੇਖਣ ਨੂੰ ਮਿਲਿਆ ਕਿ ਵੀ ਉਹਨਾਂ ਨੇ ਬੜੀ ਮੁਸ਼ਕਿਲ ਨਾਲ ਉੱਥੇ ਤੇ ਆਪਣਾ ਜਿਹੜੇ ਲਿੰਗੁਇਸਟਿਕ ਸੂਬੇ ਬਣਨੇ ਸ਼ੁਰੂ ਹੋਏ ਤੇ ਉੱਥੇ 1-2 ਸੁਸਾਈਡਸ ਵੀ ਹੋਈਆਂ। ਪਰ ਇਹ ਉੱਥੇ ਫਿਰ ਵੀ ਇਹਨਾਂ ਨੇ ਉਸ ਸਪੇਸ ਨੂੰ ਕੰਸੀਡ ਕਰਤਾ ਜਾਂ ਉਹਨਾਂ ਨੂੰ ਦੇਤਾ। ਪਰ ਪੰਜਾਬ ਦੇ ਵਿੱਚ ਇਹ ਬਿਲਕੁਲ ਹੀ ਅੜ ਗਏ। ਉੱਥੇ ਇਹਨਾਂ ਨੇ ਹਰ ਤਰੀਕੇ ਮਤਲਬ ਇੱਥੋਂ ਤੱਕ ਕਿ ਪੰਜਾਬੀ ਸੂਬਾ ਜ਼ਿੰਦਾਬਾਦ ਦਾ ਨਾਅਰਾ ਲਾਉਣਾ ਵੀ ਇੱਕ ਔਫੈਂਸ ਬਣ ਗਿਆ, ਮਤਲਬ ਇੱਕ ਤਰ੍ਹਾਂ ਕ੍ਰਾਈਮ ਬਣ ਗਿਆ। ਤੇ ਇਹ ਟ੍ਰੈਂਡ ਜਿਹੜਾ ਹੈਗਾ ਇਹ ਆਪਣਾ ਇਹਨੂੰ, ਕਿਉਂਕਿ ਨਹਿਰੂ ਇਹਨੂੰ ਇਹ ਸਮਝਦਾ ਸੀਗਾ ਕਿ ਵੀ ਇਹ ਸੈਪਰੇਟਿਸਟ ਦਾ ਨਾਅਰਾ ਹੈਗਾ ਜਾਂ ਇਹ ਕਮਿਊਨਲ ਨਾਅਰਾ ਹੈਗਾ। ਤੇ ਦੂਸਰਾ ਕਿਉਂਕਿ ਸਿੱਖਾਂ ਨੇ ਇਹ ਮੂਵਮੈਂਟ ਚਲਾਈ ਵੀ, ਅਕਾਲੀ ਪਾਰਟੀ ਦੀ ਜਿਹੜੀ ਮੂਵਮੈਂਟ ਸੀ ਉਹ ਚੱਲੀ ਵੀ ਗੁਰਦੁਆਰਿਆਂ ਚੋਂ ਸੀ, ਤਾਂ ਉਹ ਇੱਕ ਤਰ੍ਹਾਂ ਦਾ ਇਹ ਕਨਵੇ ਵੀ ਕਰਦੀ ਸੀ ਤੇ ਹਿੰਦੂ ਜਮਾਤ ਤਕਰੀਬਨ ਇਹਦੇ ਅਗੇਂਸਟ ਸੀਗੀ। ਤਾਂ ਇਹ ਫਿਰ ਇਹ ਵਖਰੇਵਾਂ ਵੱਧਦਾ ਗਿਆ, ਮਤਲਬ ਪਾੜਾ ਵੱਧਦਾ ਗਿਆ ਜੋ ਹੁੰਦੇ ਗਏ। ਤੇ 1960 ਤੋਂ ਬਾਅਦ ਇੱਕ ਬਹੁਤ ਵੱਡੀ ਚੇਂਜ ਆਈ ਜਿਹੜੀ ਅਕਾਲੀ ਲੀਡਰਸ਼ਿਪ 'ਚ ਆਈ ਕਿ 1960 ਤੋਂ ਬਾਅਦ ਅਕਾਲੀ ਲੀਡਰਸ਼ਿਪ ਦੇ ਵਿੱਚ ਮਾਸਟਰ ਤਾਰਾ ਸਿੰਘ ਹਰਿਆਂ ਦਾ ਜਿਹੜਾ ਗਰੁੱਪ ਉਹ ਪਿੱਛੇ ਹੁੰਦਾ ਗਿਆ ਤੇ ਸੰਤ ਫਤਿਹ ਸਿੰਘ ਅੱਗੇ ਆਉਣੇ ਸ਼ੁਰੂ ਹੋ ਗਏ। ਸੰਤ ਫਤਿਹ ਸਿੰਘ ਦੇ ਆਉਣ ਤੋਂ ਬਾਅਦ ਇੱਕ ਅਕਾਲੀ ਜਿਹੜੀ ਲੀਡਰਸ਼ਿਪ ਸੀ ਜਾਂ ਅਕਾਲੀ ਜਿਹੜੇ ਕੇਡਰ ਸੀ ਉਹਦੇ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਆਈ ਜੀ। ਉਹ ਇਕੱਲੀ ਇਸ ਕਰਕੇ ਨਹੀਂ ਸੀ, ਖੈਰ ਉਹਦਾ ਹੋਰ ਵੀ ਕਾਰਨ ਸੀ ਕਈ, ਪਰ ਸੰਤ ਫਤਿਹ ਸਿੰਘ ਦੇ 1960 ਦੇ ਵਿੱਚ ਖੱਤਰੀਆਂ ਦੀ ਜਿਹੜੀ ਆਪਣਾ ਜਿਹੜੀ ਸ਼ਮੂਲੀਅਤ ਸੀ ਲੀਡਰਸ਼ਿਪ 'ਚ 50% ਸੀ। 1970 ਆਉਂਦੇ ਬਿਲਕੁਲ ਹੀ ਖਤਮ ਹੋ ਗਈ। ਇਸੇ ਤਰ੍ਹਾਂ ਜਿਹੜਾ ਹਰਾ ਇਨਕਲਾਬ ਆਇਆ ਉਹਨੇ ਪਿੰਡਾਂ ਦੇ ਵਿੱਚ ਫਰਕ ਪਾਤਾ। ਤਕਰੀਬਨ 10% ਲੋਕ ਹੀ ਸੀਗੇ ਜਿਨ੍ਹਾਂ ਦੀ 70-75% ਜਿਹੜੀ ਸਟੇਟ ਦੀ ਆਮਦਨ ਸੀ ਉਹਨਾਂ ਦੇ ਕੋਲੇ ਸੀਗੀ ਜ਼ਮੀਨ ਤੋਂ। ਤੇ ਇਸੇ ਤਰ੍ਹਾਂ ਜਿਹੜੇ ਲੈਂਡਲੈਸ ਲੇਬਰ ਸੀਗੇ ਉਹਨਾਂ ਦੀ ਗਿਣਤੀ ਬਹੁਤ ਵੱਧ ਗਈ। ਤਾਂ ਇੱਕ ਪੰਜਾਬ ਦੇ ਵਿੱਚ ਇੱਕ ਬਹੁਤ ਮੇਜਰ ਚੇਂਜ ਆ ਗਈ, ਡੈਮੋਗ੍ਰਾਫਿਕ ਚੇਂਜ ਆ ਗਈ, ਕਹਿ ਲਓ ਡੈਮੋਗ੍ਰਾਫੀ ਦੇ ਵਿੱਚ ਜਿਹੜੀ ਇਕਨੋਮਿਕ ਚੇਂਜ ਆ ਗਈ ਜੀ। ਤੇ ਉਹਨਾਂ ਦਿਨਾਂ ਦੇ ਹਾਲਾਤ ਵੀ ਭਾਰਤ ਦੇ ਜੇ ਵੇਖੀਏ 62 ਦੀ ਜੰਗ ਚੋਂ ਨਿਕਲਿਆ, 65 ਦੀ ਚੋਂ ਨਿਕਲਿਆ, ਉਦੋਂ ਬਾਅਦ 67 ਦੇ ਵਿੱਚ ਸ਼ਾਸਤਰੀ ਦੇ ਮਰਨ ਤੋਂ ਬਾਅਦ ਇੱਕ ਪਾਵਰ ਸਟਰਗਲ ਚੱਲੀ। ਤਾਂ ਇਹ ਕਈ ਚੇਂਜਿਸ ਆਈਆਂ ਜਿਹਦੇ ਵਿੱਚ ਅਕਾਲੀ ਪਾਰਟੀ 'ਚ ਵੀ ਚੇਂਜਿਸ ਆਈਆਂ ਤੇ ਭਾਰਤ ਦੇ ਹਾਲਾਤਾਂ 'ਚ ਵੀ ਬਦਲਾਅ ਆਇਆ ਤੇ ਭਾਰਤ ਹੌਲੀ ਹੌਲੀ ਖੁੱਲ੍ਹ ਕੇ ਇੱਕ ਹਿੰਦੂ ਸਾਮਰਾਜ ਦੇ ਰੂਪ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ। ਸੋ ਉਹਦਾ ਕਾਰਨ ਇਹ ਸੀ ਵੀ ਦਿੱਲੀ ਦੇ ਵਿੱਚ ਜ਼ੋਰ ਰੱਖਣ ਦੇ ਲਈ ਬਹੁ ਗਿਣਤੀ ਨੂੰ ਹੱਥ 'ਚ ਰੱਖਿਆ ਜਾਵੇ। ਬਹੁ ਗਿਣਤੀ ਨੂੰ ਹੱਥ 'ਚ ਰੱਖਣ ਲਈ ਇੱਕ ਨੇਸ਼ਨ ਸਟੇਟ ਦੀ ਇੱਕ ਧਰਮ ਦੇ ਨਾਂ ਤੇ ਸਟੇਟ ਬਿਲਡ ਕੀਤੀ ਜਾਵੇ। ਇਹ ਹੋਇਆ। ਤੇ ਇੱਕ ਇਹ ਦੱਸੋ ਜਿਹੜਾ ਤੁਸੀਂ ਕਹਿੰਦੇ ਹੋ ਵੀ ਅਕਾਲੀ ਦਲ ਦੇ ਵਿੱਚੋਂ ਖੱਤਰੀ ਜਿਹੜੇ ਸੀ ਉਹ ਪਰਾਂ ਹੋ ਗਏ, ਕੀ ਅਕਾਲੀ ਦਲ ਦੇ ਵਿੱਚ ਨੌਨ ਸਿੱਖ ਲੋਕ ਵੀ ਰਹੇ ਮਤਲਬ ਲੀਡਰਸ਼ਿਪ 'ਚ? ਨਹੀਂ, ਉਦੋਂ ਹਲੇ ਨੌਨ ਸਿੱਖ ਨਹੀਂ ਆਇਆ ਸੀ ਜੀ। ਉਦੋਂ ਜਿਹੜੀ ਜ਼ਿਮੀਂਦਾਰਾਂ ਦੇ ਵਿੱਚੋਂ ਅਲੀਟ ਕਲਾਸ ਸੀ ਉਹ ਤਕਰੀਬਨ ਉਸੇ ਰੇਸ਼ੋ ਦੇ ਉਸੇ ਤਰੀਕੇ ਨਾਲ ਕਿ ਕਿੰਨਾ ਕੋ ਫਿਊਡਲੀ ਜ਼ਮੀਨ ਦੇ ਵਿੱਚ ਤਕੜਾ ਜਾਂ ਜ਼ਿਮੀਂਦਾਰ ਤਕੜਾ, ਉਸ ਹਿਸਾਬ ਨਾਲ ਹੀ ਉਹਦੀ ਇੱਕ ਹਾਇਰਾਰਕੀ ਬਣ ਗਈ ਤੇ ਉਹਨੇ ਬਾਕੀਆਂ ਨੂੰ ਪੁਸ਼ ਕਰਤਾ। ਕਿਉਂਕਿ ਹਰੇ ਇਨਕਲਾਬ ਨੇ ਜ਼ਮੀਨਾਂ ਤੋਂ ਆਮਦਨ ਜਿਵੇਂ ਪ੍ਰੋਡਕਟਿਵਿਟੀ ਵਧੀ ਜਾਂ ਲੈਂਡ ਪ੍ਰੋਡਕਟਿਵਿਟੀ ਵਧੀ ਤਾਂ ਉਹਨੇ ਉਸ ਕਲਾਸ ਨੂੰ ਡੋਮੀਨੇਟ ਕਰਾਤਾ ਅਕਾਲੀ ਦਲ ਦੇ ਉੱਤੇ। ਇੱਕ ਤੁਸੀਂ ਹੁਣੇ ਜਿਹੜੀ ਗੱਲ ਕੀਤੀ ਸੀ ਕਿ ਨੇਸ਼ਨ ਸਟੇਟ ਬਣਾਉਣ ਦੀ,
ਮੈਂ ਥੋੜਾ ਜਿਹਾ ਉਹਦੇ ਤੋਂ ਡਿਫਰ ਕਰਦਾ। ਗਿੱਲ ਸਾਹਿਬ ਤੁਸੀਂ ਵੇਖੋ ਕੈਨੇਡਾ 'ਚ ਰਹਿੰਦੇ ਹੋ, ਇਹ ਵੀ ਇੱਕ ਨੇਸ਼ਨ ਸਟੇਟ ਆ ਤੇ ਹੋਰ ਵੀ ਬਹੁਤ ਯੂਰਪ ਦੀਆਂ ਨੇਸ਼ਨ ਸਟੇਟਸ ਆ। ਨੇਸ਼ਨ ਸਟੇਟ ਆਪਦੇ ਲੋਕਾਂ ਨਾਲ ਵਿਤਕਰਾ ਨਹੀਂ ਕਰਦੀਆਂ ਹੁੰਦੀਆਂ। ਇਹ ਨੇਸ਼ਨ ਸਟੇਟ ਨਹੀਂ ਬਣਾ ਰਹੇ ਸੀ, ਇਹ ਇੱਕ ਹਿੰਦੂ ਸਾਮਰਾਜ ਬਣਾ ਰਹੇ ਸੀ ਪੂਰਾ। ਅੱਛਾ ਜੀ। ਤੁਸੀਂ ਥੋੜਾ ਜਿਹਾ ਇਹ ਇੱਥੇ ਮੈਂ ਕਿਉਂਕਿ ਜੇ ਨੇਸ਼ਨ ਸਟੇਟ ਹੁੰਦੀ ਤਾਂ ਨੇਸ਼ਨ ਸਟੇਟ ਤਾਂ ਜਦੋਂ ਜੇ ਸਮਝੋ ਅਸੀਂ ਨੇਸ਼ਨ ਸਟੇਟ ਦਾ ਹਿੱਸਾ ਬਣ ਗਏ ਤਾਂ ਸਾਡੇ ਨਾਲ ਵਿਤਕਰਾ ਨਹੀਂ ਹੋਊਗਾ ਉਸ ਤੋਂ ਬਾਅਦ, ਠੀਕ ਹੈ ਨਾ। ਤੇ ਇੱਥੇ ਵਿਤਕਰਾ ਹੈਗਾ ਤੇ ਇਹ ਵਿਤਕਰਾ ਜਿਹੜਾ ਹੈ ਹਿੰਦੂ ਸਾਮਰਾਜ ਵੱਲ ਨੂੰ ਜਾ ਰਹੇ ਸੀ। ਮਤਲਬ ਸਿਰਫ ਇੰਨਾ ਫਰਕ ਪਿਆ ਕਿ ਉਹ ਜਿਹੜੀ ਬਸਤੀਵਾਦੀ ਸਟੇਟ ਸੀ ਉਹਦੇ ਵਿੱਚ ਅੰਗਰੇਜ਼ ਮੁਗਲਾਂ ਤੋਂ ਅੰਗਰੇਜ਼ ਆਏ, ਅੰਗਰੇਜ਼ਾਂ ਤੋਂ ਬਦਲ ਕੇ ਇਹ ਆ ਗਏ। ਕੋਈ ਹੋਰ ਉਹਦੇ ਤੱਤ ਸਾਰ ਦੇ ਵਿੱਚ ਲੰਬਾ ਚੌੜਾ ਫਰਕ ਨਹੀਂ ਪਿਆ। ਸਿਰਫ ਇਹ ਕਹਿ ਲਓ ਕਿ ਬਈ ਉਦੋਂ ਹਥਿਆਰਾਂ ਵਾਲੇ ਬੰਦੇ ਉਹਨਾਂ ਨੂੰ ਅਲਾਇੰਸ ਚਾਹੀਦੇ ਸੀ, ਹੁਣ ਵੋਟਾਂ ਵਾਲੇ ਚਾਹੀਦੇ ਸੀ, ਬਸ ਇੰਨਾ ਹੀ ਫਰਕ ਪਿਆ ਜੀ। ਅੱਛਾ ਜੀ, ਇਹ ਦੱਸਿਓ ਫਿਰ ਜਦ ਪੰਜਾਬੀ ਸੂਬਾ ਬਣਦਾ, ਪੰਜਾਬੀ ਸੂਬੇ ਤੋਂ ਜਦ ਪਾਠਵੇਂ ਰੁਝਾਨ ਸ਼ੁਰੂ ਹੁੰਦੇ ਨੇ, ਪੰਜਾਬੀ ਸੂਬੇ ਤੋਂ ਜਦ ਆਪਾਂ 84 ਤੱਕ ਆਉਂਦੇ ਆ, ਉਹ ਸਫ਼ਰ ਨੂੰ ਹੁਣ ਆਪਾਂ ਤੈਅ ਕਰੀਏ ਵੀ ਉਹ 'ਚ ਫਰਕ ਪੰਜਾਬ ਦੇ ਵਿੱਚ ਕੀ ਪਿਆ। ਜਦ ਪੰਜਾਬੀ ਸੂਬੇ ਬਣਨ ਤੋਂ ਫਰਕ ਏਡਾ ਵੱਡਾ ਕੀ ਪੈ ਗਿਆ ਕਿ ਜਿਹਦੇ ਵਿੱਚੋਂ ਗੁਰੂਦਮ ਨਿਕਲਦਾ ਉਸੇ ਸਮੇਂ ਮੈਨੂੰ ਲੱਗਦਾ ਜਿਹੜਾ ਗ੍ਰੀਨ ਰੈਵੋਲੂਸ਼ਨ ਦੇ ਵਿੱਚ ਗਰੀਬ ਤਬਕਾ ਪਿੰਡਾਂ ਦਾ ਰਹਿ ਗਿਆ, ਉਹ ਕਿਤੇ ਨਾ ਕਿਤੇ ਉਹਨੇ ਉਹ ਗੁਰਦੁਆਰਾ ਸਾਹਿਬਾਂ ਤੋਂ ਪਰਾਂ ਗੁਰੂ ਘਰ ਤੋਂ ਹੋ ਕੇ ਉਹ ਇੱਧਰ ਨੂੰ ਤੁਰ ਪਏ, ਜਿਵੇਂ ਮੈਂ ਸੋਚਦਾ। ਤੇ ਇਹਨੂੰ ਆਪਾਂ ਅੱਗੇ ਲੈ ਕੇ ਚੱਲੀਏ। ਇਹਦੇ ਵਿੱਚ ਆਏ ਆ ਜੀ ਕਿ ਆਪਣਾ ਗਿੱਲ ਸਾਹਿਬ ਕਿ ਜਦੋਂ ਪੰਜਾਬੀ ਸੂਬਾ ਬਣ ਗਿਆ ਉਦੋਂ ਬਾਅਦ ਵੀ ਅਕਾਲੀਆਂ ਨੇ ਜਦੋਂ ਕੋਸ਼ਿਸ਼ ਕੀਤੀ ਮਿਨਿਸਟਰੀਆਂ ਬਣਾਉਣ ਦੀ ਜਾਂ ਕੁਛ ਕਰਨ ਦੀ, ਤਾਂ ਉਹ ਕਾਂਗਰਸ ਨੇ ਬਣਨ ਨਹੀਂ ਦਿੱਤੀਆਂ। ਉਹਨਾਂ ਦੇ ਅੰਦਰ ਇੱਕ ਭਾਵਨਾ ਆ ਗਈ ਕਿ ਵੀ ਇਹ ਸਾਨੂੰ ਇੱਥੇ ਰਾਜ ਨਹੀਂ ਕਰਨ ਦੇਣਾ ਚਾਹੁੰਦੇ, ਠੀਕ ਹੈ ਜੀ। ਨਾਲ ਦੀ ਨਾਲ ਇੱਕ ਹਰਾ ਇਨਕਲਾਬ ਆਉਣ ਕਰਕੇ ਜਿਹੜੇ ਆਪਣਾ ਮੈਂ ਜਿਵੇਂ ਆਖਿਆ ਕਿ ਵੀ ਜਿਹੜੀ ਕਲਾਸ ਸੀਗੀ ਜਿਹੜੀ ਡੋਮੀਨੇਟ ਕਰਨ ਲੱਗ ਗਈ ਅਕਾਲੀ ਪੋਲਿਟਿਕਸ ਨੂੰ, ਉਹਦੇ ਵਿੱਚ ਇੱਕ ਚੇਂਜ ਆ ਗਈ। ਉਹਦੀ ਡੈਮੋਗ੍ਰਾਫੀ ਬਦਲ ਗਈ ਕਿ ਵੀ ਖੱਤਰੀ ਵੀ ਲਾਂਭੇ ਹੋ ਗਏ ਤੇ ਜਿਹੜੇ ਪਛੜੀਆਂ ਸ਼੍ਰੇਣੀਆਂ ਸੀ ਉਹ ਵੀ ਪਾਸੇ ਹੋ ਗਈਆਂ। ਤਾਂ 1972-73 ਦੇ ਵਿੱਚ ਅਕਾਲੀਆਂ ਨੇ ਇੱਕ ਕਾਨਫਰੰਸ ਕੀਤੀ ਜਿਹਦੇ ਵਿੱਚ ਉਹਨਾਂ ਨੇ ਜਦੋਂ ਆਪਣਾ ਉਹਨਾਂ ਨੇ ਇੱਕ ਮਤਾ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਵੀ ਆਪਣੀਆਂ ਡਿਮਾਂਡਸ ਕੀ ਹੈਗੀਆਂ ਤੇ ਵੀ ਸਿੱਖ ਐਸਪੀਰੇਸ਼ਨ ਕਿੱਥੇ ਫੁਲਫਿਲ ਹੁੰਦੀ ਆ। ਉਹ ਮਤਾ ਵੈਸੇ ਕੁਛ ਵੀ ਗੱਲ ਨਹੀਂ ਸੀ, ਉਹ ਬੇਸਿਕਲੀ ਤਾਂ ਜਿਹੜਾ ਕਨਸਟੀਟਿਊਸ਼ਨ ਦੇ ਵਿੱਚ ਜਾਂ ਸੰਵਿਧਾਨ ਦੇ ਵਿੱਚ ਫੈਡਰਲ ਸਟਰਕਚਰ ਦਿੱਤਾ ਗਿਆ ਉਸੇ ਨੂੰ ਹੀ ਮਤਲਬ ਅੱਗੇ ਉਹਦੀ ਤਰਜਮਾਨੀ ਕਰਦਾ ਸੀਗਾ। ਪਰ ਉਹਦੇ ਵਿੱਚ ਕੁਛ ਸ਼ਬਦਾਂ ਦੀ ਐਸਿਆਂ ਦੀ ਵਰਤੋਂ ਸੀਗੀ ਜਿਵੇਂ ਖਾਲਸਾ ਜੀ ਕੇ ਬੋਲ ਬਾਲੇ ਜਾਂ ਸਾਨੂੰ ਇੱਕ ਏਰੀਆ ਚਾਹੀਦਾ, ਜਿਹੜਾ ਦੁਬਾਰਾ ਜੇ ਦੇਖਿਆ ਜਾਵੇ ਤਾਂ ਉਹੀ ਗੱਲਾਂ ਕਰਦਾ ਸੀ ਜਿਹੜੀਆਂ ਨਹਿਰੂ ਹਰਿਆ ਨੇ ਪ੍ਰੋਮਿਸ ਕੀਤੀਆਂ ਸੀ ਜਾਂ ਜੋ ਇਹ ਕਿਹਾ ਜਾਂਦਾ ਸੀ ਸਿੱਖਾਂ ਨੂੰ ਅਸੀਂ ਦੇਵਾਂਗੇ। ਪਰ ਉਹ ਜਿਹੜਾ ਮਤਾ ਹੈਗਾ ਉਹ ਮਤਾ ਇੱਕ ਤਰ੍ਹਾਂ 73 ਦੇ ਵਿੱਚ ਤਾਂ ਫਿਰ ਅਕਾਲੀ ਲੈ ਕੇ ਨਹੀਂ ਆਏ ਕਿਉਂਕਿ 71 ਦੇ ਵਿੱਚ ਇੰਦਰਾ ਗਾਂਧੀ ਨੇ ਬੰਗਲਾਦੇਸ਼ ਬਣਾਇਆ ਸੀ ਤੇ ਉਹ ਬਹੁਤ ਹੈਵੀ ਮੈਜੋਰਟੀ ਨਾਲ ਜਿੱਤੀ ਸੀ, ਤਾਂ ਇਹਨਾਂ ਨੇ ਉਸ ਸਮੇਂ ਉਹਨੂੰ ਲਿਆਉਣਾ ਨਾ ਮੁਨਾਸਬ ਨਹੀਂ ਸਮਝਿਆ। ਪਰ ਜਦੋਂ ਬਾਅਦ ਦੇ ਵਿੱਚ ਐਮਰਜੈਂਸੀ ਤੋਂ ਬਾਅਦ ਇਹਨਾਂ ਨੇ ਪੇਸ਼ ਕੀਤਾ ਤਾਂ ਉਹਨੂੰ ਇੱਕ ਤਰ੍ਹਾਂ ਸੈਪਰੇਟਿਸਟ ਮਤਾ ਕਰਨ ਦੀ ਕੋਸ਼ਿਸ਼ ਕੀਤੀ। ਆਪਾਂ ਉਹਦੇ ਤੇ ਵੀ ਆਉਣੇ ਆ। ਇਸ ਸਮੇਂ ਦੇ ਦੌਰਾਨ ਪੰਜਾਬ ਦੇ ਵਿੱਚ ਕਈ ਚੇਂਜਸ ਆਈਆਂ। ਇੱਕ ਤਾਂ ਇਹ ਹੈ ਕਿ ਵੀ ਜਿਵੇਂ ਜਿਵੇਂ ਇਹ ਪਾੜਾ ਵਧਿਆ, ਜਿਹੜੀ ਆਪਾਂ ਸ਼ੁਰੂ 'ਚ ਮੈਂ ਗੱਲ ਕੀਤੀ ਸੀ ਕਿ ਵੀ ਆਈਡੀਓਲੋਜੀਕਲੀ ਸਾਡੇ ਅੰਦਰ ਹਿੰਦੂ ਕਾਸਟ ਸਿਸਟਮ ਜਾਂ ਜਾਤੀਵਾਦ ਪਿਆ ਸੀ ਤੇ ਸਾਡੇ ਅੰਦਰ ਜਦੋਂ ਹਰਾ ਇਨਕਲਾਬ ਆਇਆ ਤਾਂ ਇਹ ਭਾਈਚਾਰਕ ਸਾਂਝ ਤੇ ਕਦਰਾਂ ਕੀਮਤਾਂ ਕੁੱਟਣੀਆਂ ਸ਼ੁਰੂ ਹੋ ਗਈਆਂ ਪੰਜਾਬ ਦੀਆਂ। ਜਿੱਥੇ ਆਮਦਨ ਵਧੀ ਉੱਥੇ ਕਈ ਬੁਰਾਈਆਂ ਵੀ ਆਉਣੀਆਂ ਸ਼ੁਰੂ ਹੋ ਗਈਆਂ, ਮੋਰਲ ਡਿਕੇ ਹੋਣਾ ਸ਼ੁਰੂ ਹੋ ਗਿਆ। ਸਾਡਾ ਜਿਹੜਾ ਮਤਲਬ ਜਿਹੜਾ ਸਾਡਾ ਕਿਰਦਾਰ ਸੀ ਉਹਦਾ ਪਤਨ ਸ਼ੁਰੂ ਹੋ ਗਿਆ ਪੈਸੇ ਆਉਣ ਨਾਲ ਤੇ ਕੁਛ ਪ੍ਰੈਸ਼ਰਸ ਆਉਣ ਨਾਲ। ਤੇ ਇਹਨੇ ਇੱਕ ਜਿਹੜਾ ਸਦੀਆਂ ਤੋਂ ਸਮਾਜ ਬਣਿਆ ਗਿਆ ਸੀ ਉਹਦੇ ਉੱਤੇ ਇੱਕ ਤਰ੍ਹਾਂ ਦਾ ਸਮਝ ਲਓ ਪੂੰਜੀਵਾਦੀ ਹਮਲਾ ਹੋ ਗਿਆ ਤੇ ਉਹਨੇ ਉਸ ਸਮਾਜ ਦੇ ਦੀਆਂ ਕਦਰਾਂ ਕੀਮਤਾਂ ਤੇ ਤੰਦਾਂ ਤੋੜਤੀਆਂ ਜੀ। ਤਾਂ ਜਿਹੜੇ ਲੋਕ ਇਹਦੇ ਕਰਕੇ ਡੇਰਾਵਾਦ ਵੀ ਵੱਧ ਗਿਆ ਪੰਜਾਬ ਦੇ ਵਿੱਚ, ਤੇ ਡੇਰਾਵਾਦ ਵਧਿਆ ਹੀ ਨਹੀਂ, ਇਕੱਲਾ ਡੇਰਾਵਾਦ ਦੇ ਕੋਲੇ ਪੈਸਾ ਵੀ ਆਉਣ ਲੱਗ ਗਿਆ ਕਿਉਂਕਿ ਸਮਾਜ ਦੇ ਵਿੱਚ ਪੈਸਾ ਦੀ ਬਹੁਤਾਤ ਸੀ ਤੇ ਡੇਰਾਵਾਦ ਹੋਰ ਵੀ ਤੱਕ ਸਟਰੋਂਗ ਹੋਣਾ ਸ਼ੁਰੂ ਹੋ ਗਿਆ ਜਾਂ ਮਜ਼ਬੂਤ ਹੋਣਾ ਸ਼ੁਰੂ ਹੋ ਗਿਆ। ਤੇ ਨਾਲ ਦੀ ਨਾਲ ਅਕਾਲੀ ਜਦੋਂ ਭਾਰਤ ਦੇ ਵੀ ਹਾਲਾਤ ਬਦਲੇ, 1973 ਦੇ ਵਿੱਚ ਆਇਲ ਸ਼ੌਕ ਆਇਆ ਤੇ ਭਾਰਤ ਦੇ ਵਿੱਚ ਜਿਹੜਾ ਪੁਰਾਣਾ ਸਮਾਜਵਾਦੀ ਢਾਂਚਾ ਸੀ ਉਹ ਖਿਲਰਨ ਲੱਗ ਗਿਆ ਤੇ ਲੋਕਾਂ ਨੂੰ ਰੋਜ਼ੀ ਰੋਟੀ ਦੇ ਉੱਤੇ
ਮੁਸ਼ਕਿਲ ਆਉਣ ਲੱਗ ਗਈ ਤੇ ਇੱਕ ਪਹਿਲੀ ਵਾਰ ਭਾਰਤ ਦੇ ਵਿੱਚ ਚੇਂਜ ਆਈ ਜਿਹੜੀ ਐਮਰਜੈਂਸੀ ਲੱਗਣ ਤੋਂ ਬਾਅਦ ਕਿ ਵੀ ਭਾਰਤ ਦੇ ਵਿੱਚ ਸਰਕਾਰ ਕਾਂਗਰਸ ਤੋਂ ਬਗੈਰ ਵਾਲੀ ਕੇਂਦਰ ਦੇ ਵਿੱਚ ਬਣੀ ਤੇ ਅਕਾਲੀਆਂ ਨੇ ਐਮਰਜੈਂਸੀ ਵੇਲੇ ਇਹ ਸੋਚ ਕੇ ਕਿ ਵੀ ਜਿਹੜੀ ਇਹ ਨਵੀਂ ਸਰਕਾਰ ਆਊਗੀ ਇਹ ਸ਼ਾਇਦ ਸਿੱਖਾਂ ਪ੍ਰਤੀ ਬਿਹਤਰ ਨਜ਼ਰੀਆ ਰੱਖਦੀ ਹੋਊਗੀ, ਸਾਡੀਆਂ ਡਿਮਾਂਡਸ ਨੂੰ ਮੰਨੂਗੀ, ਤਾਂ ਉਹਨਾਂ ਨੇ ਉਹਦਾ ਸਾਥ ਵੀ ਦਿੱਤਾ ਤੇ ਐਮਰਜੈਂਸੀ ਵੇਲੇ ਹੁਮ ਹਮਾ ਕੇ ਉਹਦੇ ਵਿੱਚ ਪਾਰਟਿਸਪੇਸ਼ਨ ਵੀ ਕੀਤੀ। ਪਰ ਇੱਕ ਗੱਲ ਨਹੀਂ ਅਕਾਲੀ ਸਮਝੇ ਕਿ ਵੀ ਜਿਹੜਾ ਉਤਲੀ ਅਲੀਟ ਆ ਉਹਦਾ ਰਾਜ ਕਰਨ ਦਾ ਜਾਂ ਸਟੇਟ ਦਾ ਟੈਕਸਚਰ ਤਾਂ ਨਹੀਂ ਨਾ ਬਦਲਿਆ। ਸਟੇਟ ਦਾ ਉਹੀ ਬਸਤੀਵਾਦੀ ਸਟੇਟ ਸੀ, ਉਹਦੇ ਉੱਤੇ ਕੋਈ ਵੀ ਆ ਕੇ ਬੈਠ ਜੇ ਉਹ ਉਵੇਂ ਸਿਰਫ ਉਸੇ ਅਲੀਟ ਧਿਰ ਚੋਂ ਅਦਲਾ ਬਦਲੀ ਹੋ ਰਹੀ ਸੀ। ਇਸ ਸਮੇਂ ਦੇ ਵਿੱਚ ਸਟੇਟ ਖੁੱਲ੍ਹ ਕੇ ਹਿੰਦੂਵਾਦ ਚ ਆ ਗਈ ਕਿਉਂਕਿ ਐਮਰਜੈਂਸੀ ਦੇ ਦੌਰਾਨ ਆਪਣਾ ਇੰਦਰਾ ਗਾਂਧੀ ਦੀ ਮੁਲਾਕਾਤ ਕਹਿੰਦੇ RSS ਦੇ ਬਾਲਾ ਜੀ ਦੇ ਰਸ ਨਾਲ ਹੋ ਗਈ ਸੀ ਤੇ ਉਹਨੇ ਕਿਹਾ ਸੀਗਾ ਕਿ ਅਸੀਂ ਤੈਨੂੰ ਸਪੋਰਟ ਕਰਾਂਗੇ। ਤੇ ਜਨਤਾ ਪਾਰਟੀ ਦੀ ਵੀ ਜਿਹੜੀ ਸਰਕਾਰ ਸੀ ਉਹ ਵੀ ਬੁਰੀ ਤਰ੍ਹਾਂ ਫੇਲ ਹੋ ਗਈ ਕਿਉਂਕਿ ਨਾ ਤਾਂ ਉਹਨਾਂ ਤੋਂ ਇਨਫਲੇਸ਼ਨ ਰੁਕ ਸਕੀ, ਨਾ ਉਹਨਾਂ ਤੋਂ ਆਪਣਾ ਵੇਜਸ ਰੋਕੀਆਂ ਜਾ ਸਕੀਆਂ, ਨਾ ਉਹਨਾਂ ਤੋਂ ਜਨਤਾ ਦੀ ਨੀਡਸ ਪੂਰੀਆਂ ਹੋ ਸਕੀਆਂ। ਇਹਨੂੰ ਗਿੱਲ ਸਾਹਿਬ ਜੇ ਆਪਾਂ ਦੇਖੀਏ ਤਾਂ ਇਹ ਐਕਚੁਅਲੀ ਇਕੱਲਾ ਭਾਰਤ ਦੀ ਸਰਕਾਰ ਦਾ ਫੇਲੀਅਰ ਨਹੀਂ ਸੀ, ਇਹ ਦੁਨੀਆ ਦੇ ਵਿੱਚ ਹੀ ਸਮਾਜਵਾਦ ਜਾਂ ਕਮਿਊਨਿਜ਼ਮ ਦਾ ਫੇਲੀਅਰ ਸੀ। ਇਹਨਾਂ ਦਿਨਾਂ ਦੇ ਵਿੱਚ ਹੀ ਚੀਨ ਨੇ ਇੱਕ ਕਦਮ ਚੁੱਕਿਆ ਸੀ ਕਿ ਉਹਨੇ 79 ਦੇ ਵਿੱਚ ਕਮਿਊਨਿਜ਼ਮ ਛੱਡ ਕੇ ਤੇ ਕੈਪੀਟਲਿਸਟ ਅਪਰੋਚ ਧਾਰ ਲਈ ਸੀਗੀ ਜਿਹੜੀ ਕਿ ਭਾਰਤ ਨੇ ਫਿਰ 1991 ਦੇ ਆਸ-ਪਾਸ ਜਾ ਕੇ ਲਈ। ਤਾਂ ਉਹਦੇ ਕਰਕੇ ਬਹੁਤ ਪ੍ਰੈਸ਼ਰ ਸ਼ੁਰੂ ਹੋ ਗਏ ਸੀ। ਜੇ ਉਸ ਸਮੇਂ ਦੇ ਭਾਰਤ ਨੂੰ ਦੇਖਿਆ ਜਾਵੇ ਤਾਂ ਇੱਕ MG ਅਕਬਰ ਨੇ ਕਿਤਾਬ ਲਿਖੀ ਹੈ ਉਹਦੇ ਉੱਤੇ ਰਾਈਟ ਆਫਟਰ ਰਾਈਟ ਕਿ ਵੀ ਹਰ ਜਗ੍ਹਾ ਦੰਗੇ ਹੋ ਰਹੇ ਸੀ। ਬੰਬੇ ਦੇ ਵਿੱਚ ਦੱਤਾ ਸਮੰਤ ਦੇ ਵਰਕਰਸ 3 ਲੱਖ ਟੈਕਸਟਾਈਲ ਵਰਕਰਸ ਨੇ ਸਟ੍ਰਾਈਕ ਕਰਤੀ ਸੀ 80s ਦੇ ਵਿੱਚ ਤੇ 70s ਮਤਲਬ ਇਹ ਜਨਤਾ ਦਾ ਸਰਕਾਰ ਫੇਲ ਹੋ ਕੇ ਇੰਦਰਾ ਗਾਂਧੀ ਆਈ। ਇੰਦਰਾ ਗਾਂਧੀ ਨੇ ਪਹਿਲੀ ਸਰਕਾਰ ਸੀ ਜਿਹੜੀ ਦੁਬਾਰਾ ਆਈ ਜਿਹਦੇ ਵਿੱਚ ਇੰਦਰਾ ਗਾਂਧੀ ਆਈ ਤੇ ਉਹ ਆਈਡੀਓਲੋਜੀ ਜਾਂ ਕਿਸੇ ਸਿਧਾਂਤ ਤੇ ਆਧਾਰਿਤ ਨਹੀਂ ਸੀ, ਉਹ ਸਿਰਫ ਇਸ ਗੱਲ ਤੇ ਆਧਾਰਿਤ ਸੀ ਕਿ ਬਾਕੀਆਂ ਤੋਂ ਸਰਕਾਰ ਚੱਲਦੀ ਨਹੀਂ, ਲਓ ਅਸੀਂ ਚਲਾ ਕੇ ਵਿਖਾਉਣੇ ਆ ਤੁਹਾਨੂੰ। ਤੇ ਉਹ ਦੁਬਾਰਾ ਇੰਦਰਾ ਗਾਂਧੀ ਬਹੁਤ ਹੀ ਮੈਜੋਰਿਟੀ ਨਾਲ ਆਈ, ਚਿਕਮੰਗਲੂਰ ਤੋਂ ਖੜੀ ਹੋਈ ਸੀ, ਚਿਕਮੰਗਲੂਰ ਤੋਂ ਜਿੱਤ ਕੇ ਆਈ ਸੀ ਸਾਊਥ ਚੋਂ। ਤੇ ਪਰ ਉਦੋਂ ਵੀ ਇਹ ਅਨਰੈਸਟ ਖਤਮ ਨਹੀਂ ਹੋਈ, ਬੜੀਆਂ ਮੂਵਮੈਂਟਸ ਭਾਰਤ ਦੇ ਵਿੱਚ ਚੱਲੀਆਂ ਜਿਵੇਂ ਅਸਾਮ ਗਣ ਪਰਿਸ਼ਦ ਚੱਲੀ, ਹੋਰ ਚੱਲੀ। ਤੇ ਸਿੱਖਾਂ ਨੇ ਵੀ ਉਦੋਂ 2 ਮੂਵਮੈਂਟਸ ਸਿੱਖਾਂ ਦੀਆਂ ਚੱਲੀਆਂ ਜਿਹਦੇ ਵਿੱਚ ਇੱਕ ਤਾਂ ਆਰਥਿਕ ਮੰਗਾਂ ਸੀ ਅਕਾਲੀਆਂ ਦੀਆਂ ਕਿਉਂਕਿ ਅਕਾਲੀ ਮੈਂ ਜਿਵੇਂ ਤੁਹਾਨੂੰ ਆਖਿਆ ਕਿ ਅਕਾਲੀਆਂ ਦੇ ਵਿੱਚ ਡੈਮੋਗ੍ਰਾਫਿਕ ਚੇਂਜ ਹੋਣ ਕਰਕੇ ਅਕਾਲੀ ਸਿਰਫ ਆਰਥਿਕ ਮੰਗਾਂ ਤੱਕ ਹੀ ਸੀਮਤ ਹੋ ਗਏ ਸੀ। ਤੇ ਉਹ ਇੱਕ ਮੂਵਮੈਂਟ ਤਾਂ ਚੱਲੀ ਜਿਹੜੀ ਕਿ ਕਪੂਰੀ ਦੇ ਵਿੱਚ ਮੋਰਚਾ ਲੱਗਿਆ ਕਿ ਵੀ ਅਸੀਂ ਪਾਣੀ ਨਹੀਂ ਜਾਣ ਦੇਣਾ ਕਿਉਂਕਿ ਵੇਖੋ ਸਟ੍ਰੈਸ ਸਟ੍ਰੇਨ ਇੰਡੀਅਨ ਇਕੋਨਮੀ ਦੇ ਵਿੱਚ ਬਹੁਤ ਵੱਧ ਚੁੱਕੇ ਸੀ ਉਸ ਟਾਈਮ। ਤਕਰੀਬਨ ਇੰਡੀਅਨ ਢਾਂਚਾ ਜਿਹੜਾ ਫੇਲ ਹੋ ਚੁੱਕਿਆ ਸੀ, ਸਟੇਟਾਂ ਦੀਆਂ ਮੰਗਾਂ ਹੋਈਆਂ ਸੀ, ਚੀਫ ਮਿਨਿਸਟਰ ਬਦਲੇ ਜਾ ਰਹੇ ਸੀ, ਮਤਲਬ ਇੱਕ ਤਰ੍ਹਾਂ ਦਾ ਹੌਚ ਪੌਚ ਹੀ ਹੋਇਆ ਪਿਆ ਸੀ ਸਾਰਾ ਸਿਸਟਮ। ਤੇ ਉਹਨਾਂ ਦਿਨਾਂ ਦੇ ਵਿੱਚ ਇੱਕ ਜੀਓਪੋਲੀਟੀਕਲ ਇੰਪੈਕਟ ਵੀ ਜਾਂ ਕਹਿ ਲਓ ਉਹ ਵੀ ਪਿਆ ਸੀ ਕਿ ਰੂਸ ਜਿਹੜਾ ਹੈ ਉਹ ਅਫਗਾਨਿਸਤਾਨ ਦੇ ਉੱਤੇ ਹਮਲਾ ਕਰ ਚੁੱਕਿਆ ਸੀਗਾ ਜੀ। ਸੋ ਖਿੱਤੇ ਦੇ ਵਿੱਚ ਵੀ ਇੱਕ ਤਰ੍ਹਾਂ ਦੀ ਖਲਬਲੀ ਮੱਚੀ ਵੀ ਸੀਗੀ। ਉਸ ਸਾਰੇ ਸਿਨੈਰੀਓ ਦੇ ਵਿੱਚ ਡੇਰਾਵਾਦ ਵਧਣ ਕਰਕੇ 1978 ਦੇ ਵਿੱਚ ਇੱਕ ਇਨਸੀਡੈਂਟ ਹੋਇਆ ਜਿਹਨੂੰ ਆਪਾਂ ਖੂਨੀ ਸਾਕਾ ਕਹਿੰਦੇ ਆ, ਜਿਹਦੇ ਵਿੱਚ ਨਿਰੰਕਾਰੀਆਂ ਨੇ ਸਿੱਖ ਜੱਥੇ ਤੇ ਪੀਸਫੁਲ ਸਿੱਖ ਜੱਥੇ ਤੇ ਹਮਲਾ ਕੀਤਾ ਤੇ ਸਿੰਘ ਸ਼ਹੀਦ ਕਰ ਦਿੱਤੇ। ਤੇ ਉਸ ਰਿਪਰਕਸ਼ਨ ਚੋਂ ਤੇ ਉਸ ਡੇਰਾਵਾਦ ਦੇ ਵਿਰੁੱਧ, ਉਸ ਵਾਇਲੈਂਸ ਦੇ ਵਿਰੁੱਧ ਜਾਂ ਉਸ ਹਿੰਸਾ ਦੇ ਵਿਰੋਧ ਚ ਤੇ ਆਪਣਾ ਇੱਕ ਜਿਹੜਾ ਪਤਨ ਹੋ ਗਿਆ ਸੀ ਕਿਰਦਾਰ ਦਾ, ਉਹਦੇ ਵਿੱਚੋਂ ਇੱਕ ਰਿਵਾਈਵਲ ਮੂਵਮੈਂਟ ਵੀ ਚੱਲ ਪਈ ਸੀ ਜਿਹਦੇ ਵਿੱਚੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਸੰਤ ਕਰਤਾਰ ਸਿੰਘ ਨੇ ਚਲਾਈ ਉਹ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉੱਭਰ ਕੇ ਆਏ ਜਿਹਨੂੰ ਧਰਮ ਯੁੱਧ ਮੋਰਚਾ ਕਿਹਾ ਗਿਆ। ਅਕਾਲੀਆਂ ਦਾ ਜਿਹੜਾ ਕਪੂਰੀ ਮੋਰਚਾ ਸੀ ਉਹ ਕੋਈ ਕਾਮਯਾਬ ਮੋਰਚਾ ਨਹੀਂ ਹੋ ਰਿਹਾ ਸੀ, ਪਰ ਅਕਾਲੀਆਂ ਨੇ ਜਦੋਂ ਵੇਖਿਆ ਸਾਡਾ ਕਪੂਰੀ ਮੋਰਚਾ ਕਾਮਯਾਬ ਨਹੀਂ ਹੋ ਰਿਹਾ ਤਾਂ ਉਹਨਾਂ ਨੇ ਇਹ ਧਰਮ ਯੁੱਧ ਮੋਰਚੇ ਨਾਲ ਇਹਨੂੰ ਕਲੱਬ ਕਰ ਦਿੱਤਾ। ਤੇ ਅੱਗੇ ਆਪਾਂ ਨੂੰ ਪਤਾ ਹੀ ਆ ਫਿਰ ਉਹ ਜਿਵੇਂ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਸੀਗਾ ਉਹ 2-3 ਹਿੱਸਿਆਂ 'ਚ ਸੀਗਾ। ਇੱਕ ਸਿੱਖਾਂ ਦੀਆਂ ਐਸਪੀਰੇਸ਼ਨਲ ਡਿਮਾਂਡ ਸੀ ਜਿਹੜੀਆਂ ਫੈਡਰਲਿਜ਼ਮ ਤੇ ਬੇਸਡ ਸੀਗੀਆਂ, ਕੁਛ ਗਰੀਵੈਂਸਸ ਸੀਗੇ ਸਿੱਖਾਂ ਦੇ ਜਾਂ ਪੰਜਾਬੀਆਂ ਦੇ ਕਹਿ ਲਓ ਅਸਲ 'ਚ, ਪਰ ਪੰਜਾਬੀ ਹਿੰਦੂ ਨੇ ਉਹਦਾ ਸਾਥ ਨਹੀਂ ਦਿੱਤਾ। ਤੇ ਤੀਜਾ ਜਿਹੜਾ ਸੀਗਾ ਉਹਦੇ ਵਿੱਚ ਕੁਛ ਨਿੱਕੀਆਂ ਮੋਟੀਆਂ ਮੰਗਾਂ ਸੀ ਜਿਹੜੀਆਂ ਅਕਾਲੀ ਸੋਚਦੇ ਸੀ ਕਿ ਅਸੀਂ ਇਹ ਮੰਗਾਂ ਮਨਵਾ ਕੇ ਸ਼ਾਇਦ ਕਰ ਲਾਂਗੇ, ਪਰ ਸੰਤਾਂ ਦਾ ਕਿਰਦਾਰ ਐਸਾ ਸੀ ਜਾਂ ਉਹਨਾਂ ਦਾ ਉਹ ਸੀਗਾ ਕਿ ਉਹਨਾਂ ਨੇ ਕਿਹਾ ਕਿ ਨਹੀਂ ਆਪਾਂ ਜਿੱਥੇ ਤੁਰੇ ਆ ਆਪਾਂ ਉਸ ਤੱਕ ਤੁਰਾਂਗੇ।
ਜੋ ਟੀਚਾ ਲੈ ਜੀ ਇੱਥੋਂ ਹੀ ਅੱਗੇ ਚੱਲਦੇ ਹਾਂ ਜੀ। ਆਪਾਂ ਲਾਸਟ ਇਹਨੂੰ ਹੁਣ ਆਪਾਂ ਰੈਪ ਅਪ ਕਰਾਂਗੇ ਆਉਣ ਵਾਲੇ 5-7 ਮਿੰਟ 'ਚ। ਇੱਕ ਵਪਾਰਕ ਸੰਦੇਸ਼ ਆਖਰੀ ਲੈ ਕੇ ਜੀ ਹੁਣੇ ਵਾਪਸ। ਸਾਹਿਬ ਬਰਾੜ ਮੇਰੇ ਨਾਲ ਨੇ। ਅੱਛਾ ਜੀ, 3 ਸਵਾਲ ਨੇ ਮੇਰੇ, ਫਰਦਰ ਆਪਾਂ ਉਹ ਤੇ ਜਾਵਾਂਗੇ। ਇੱਕ ਤਾਂ ਇਹ ਕਿ ਸਿੱਖਾਂ ਦਾ ਜਾਂ ਪੰਜਾਬੀ ਬੋਲਦਿਆਂ ਦਾ, ਇੱਕ ਪੰਜਾਬੀ ਜਿਹੜਾ ਬੋਲਣ ਵਾਲਾ ਇੱਕ ਇਲਾਕਾ ਜਿਵੇਂ ਭਾਸ਼ਾ ਦੇ ਆਧਾਰ ਤੇ ਬਾਕੀ ਵੀ ਸੂਬੇ ਦਿੱਤੇ ਗਏ ਸਾਊਥ ਦੇ ਵਿੱਚ, ਜਦ ਸਿੱਖ ਕੋਈ ਪੰਜਾਬੀ ਆਪਣੀ ਭਾਸ਼ਾ ਦੇ ਆਧਾਰ ਤੇ ਖਿੱਤਾ ਮੰਗਦੇ ਨੇ ਜਾਂ ਵੱਧ ਪਾਣੀਆਂ ਦਾ ਅਧਿਕਾਰ ਮੰਗਦੇ ਆ ਰਿਪੇਰੀਅਨ ਲਾਅ ਥੱਲੇ, ਜਾਂ ਇੱਕ ਆਪਣੇ ਮੁਕੱਦਸ ਸਥਾਨ ਨੂੰ ਆਪਣਾ ਜਿਹੜਾ ਦਰਬਾਰ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਜਿਹੜਾ ਕਰਾਰ ਦੇਣ ਦੀ ਗੱਲ, ਜਾਂ ਟਰਾਂਸਮੀਟਰ ਦੀ ਗੱਲ ਇੱਕ ਰਿਲੇ ਕਰਨ ਲਈ, ਜਾਂ ਇੱਕ ਗੱਡੀ ਦਾ ਜਿਹੜਾ ਉਸ ਨੂੰ ਨਾਂ ਲਿਖਾਉਣ ਲਈ ਸੱਚਖੰਡ ਦਰਬਾਰ ਸਾਹਿਬ ਦੇ ਨਾਂ ਤੇ, ਇਹ ਜਿਹੜੀਆਂ ਮੰਗਾਂ ਨੇ ਇਹ ਆਈਸੋਲੇਟ ਕਰਕੇ ਸਿੱਖਾਂ ਦੀਆਂ ਮੰਗਾਂ ਕਿਉਂ ਜਿਹੜੀਆਂ ਕਿਵੇਂ ਲੱਗਣ ਲਾ ਦਿੱਤੀਆਂ ਜਾਂਦੀਆਂ? ਫਿਰਕੂ ਮੰਗ ਕਿਵੇਂ ਹੈ? ਤੇ ਇਹਦੇ ਵਿਰੁੱਧ ਦੇ ਵਿੱਚ ਇੱਕ ਹਿੰਦੂ ਜਿਹੜੇ ਜਥੇਬੰਦੀਆਂ ਨੇ ਉਹ ਮਤਲਬ ਕੱਚ ਕੜਾ ਕਿਰਪਾਨ ਭੇਜਾਂਗੇ ਪਾਕਿਸਤਾਨ, ਹਰਬੰਸ ਲਾਲ ਖੰਨਾ ਜਿਹੜਾ ਆਪਣੇ ਸਿਗਰਟਾਂ ਬੀੜੀਆਂ ਦੇ ਜਿਹੜੇ ਸਿਗਰਟਾਂ ਦੀਆਂ ਡੱਬੀਆਂ ਨੇ ਉਹ ਸ੍ਰੀ ਸਭਾ 'ਚ ਫਸਾ ਕੇ ਜਲੂਸ ਕੱਢਦਾ ਹੈ। ਇਹ ਸਾਰੀ ਜਿਹੜੀ ਕਮਿਊਨਿਟੀਆਂ ਇਕੱਠੀਆਂ ਰਹਿ ਰਹੀਆਂ ਨੇ। ਮਤਲਬ ਠੀਕ ਹੈ, ਇੱਕ ਰਾਜ ਕਰਨ ਵਾਲਾ ਅਲੀਟ ਵਰਗ ਦਿੱਲੀ ਦਾ, ਪੰਜਾਬ 'ਚ ਇੱਕ ਹੱਥੀਂ ਕੰਮ ਕਰਨ ਵਾਲਾ ਸਿੱਖ ਹੈ ਜਿਹੜਾ ਖੇਤਾਂ 'ਚ ਕੰਮ ਕਰਦਾ, ਦੁਕਾਨ ਤੇ ਸੌਦਾ ਵੇਚਣ ਵਾਲਾ ਕੋਈ ਜਿਹੜਾ ਵਪਾਰੀ ਵਰਗ ਹੈ ਹਿੰਦੂ ਪਰਿਵਾਰ ਦੇ ਵਿੱਚੋਂ ਵੱਧ ਨੇ। ਇਹ ਜਿਹੜੀ 2 ਕਮਿਊਨਿਟੀਆਂ ਦੀ ਰਿਫਟ ਆਈ ਹੈ ਜਿਹੜੀ ਇਹਦੇ ਵਿੱਚ ਇਹ ਕਿੱਥੋਂ ਕ੍ਰੀਏਟ ਹੋਇਆ? ਕੀ ਭਾਸ਼ਾ ਪ੍ਰੈਸ ਨੇ ਇਹ ਕੰਮ ਕੀਤਾ? ਜੇ ਲਾਲਾ ਜਗਤ ਰਾਏ ਨੇ ਇਹ ਕੰਮ ਤੋਰਿਆ ਤਾਂ ਉਹਦਾ ਇਹਦੇ ਵਿੱਚ ਹੈ ਕੀ ਸੀ? ਆਰੀਆ ਸਮਾਜ ਦਾ ਰੌਲਾ ਜਾਂ RSS ਦਾ? ਇਹਨੂੰ ਥੋੜਾ ਜਿਹਾ ਸਰਲ ਕਰਿਓ ਜੀ। ਫਿਰ ਅੱਗੇ ਸੰਤਾਂ ਬਾਰੇ ਮੈਂ ਕੁਝ ਇੱਕ ਸਵਾਲ ਸੰਤਾਂ ਦੋਨਾਂ ਦੇ ਬਾਰੇ, ਸੰਤ ਕਰਤਾਰ ਸਿੰਘ ਤੇ ਸੰਤ ਜਰਨੈਲ ਸਿੰਘ ਬਾਰੇ ਮੈਂ ਕੁਝ ਗੱਲ ਕਰਨੀ ਚਾਹੁੰਦਾ ਜੀ। ਇਹ ਆਪਣਾ ਗਿੱਲ ਸਾਹਿਬ ਕੀ ਜਿਹੜਾ ਰਿਫਟ ਆਇਆ ਹੈ ਨਾ ਜੀ, ਇਹ ਰਿਫਟ ਤਾਂ ਖੈਰ ਇਹਦੀ ਜੜ ਬਹੁਤ ਪੁਰਾਣੀ ਹੈ। ਰਿਫਟ ਤਕਰੀਬਨ ਸਿੱਖ ਰਾਜ ਖਤਮ ਹੋਣ ਤੋਂ ਬਾਅਦ ਹੀ ਆਉਣਾ ਸ਼ੁਰੂ ਹੋ ਗਿਆ ਸੀ, ਪਰ ਜਿਹੜਾ ਜ਼ਿਆਦਾ ਰਿਫਟ ਆਇਆ ਉਹ ਆਰਿਆ ਸਮਾਜ ਦੀ ਦੇ ਬਣਨ ਤੋਂ ਬਾਅਦ ਆਇਆ ਪੰਜਾਬ ਦੇ ਵਿੱਚ। ਆਰਿਆ ਸਮਾਜ ਦੇ ਆਉਣ ਤੋਂ ਬਾਅਦ ਹਿੰਦੂ ਜਿਹੜੇ ਸੀਗੇ ਇੱਥੋਂ ਦੇ, ਇਹ ਐਕਚੁਅਲੀ ਇਹ ਵੀ ਮਾਰਜਨਲਾਈਜ਼ਡ ਹਿੰਦੂ ਪਾਰਟ ਹੈਗਾ, ਬਾਕੀ ਹਿੰਦੂ ਸੁਸਾਇਟੀ ਦਾ ਹਿੱਸਾ ਨਹੀਂ ਗੇ। ਉਹ ਜਿਹੜਾ RSS ਤੇ ਆਰਿਆ ਸਮਾਜ ਉਹ ਥੋੜਾ ਜਿਹਾ ਡਿਫਰੈਂਟ ਤਰੀਕੇ ਨਾਲ ਦੇਖਦੇ ਆ। ਆਰਿਆ ਸਮਾਜ ਜਿਹੜਾ ਹੈਗਾ ਉਹ ਸਿੱਖਾਂ ਨੂੰ ਸਿੱਖੀ ਨੂੰ ਐਕਸਟਰਮੀਨੇਟ ਕਰਨ ਦੇ ਹਿਸਾਬ ਨਾਲ ਸੋਚਦਾ ਕਿ ਇਹਨੂੰ ਖਤਮ ਕਰ ਦਿੱਤਾ ਜਾਵੇ। ਜਿਹੜਾ ਆਹ ਰੰਗ ਰੂਪ ਆਪਾਂ ਦੇਖ ਰਹੇ ਸੀਗੇ, ਜਿਹੜਾ 1900 ਸਮਝ ਲਓ 20-25 ਤੋਂ ਸ਼ੁਰੂ ਹੋਇਆ ਆਰਿਆ ਸਮਾਜ, ਜਾਂ 1905 ਤੋਂ ਹੀ ਸ਼ੁਰੂ ਹੋ ਗਿਆ ਹਿੰਦੁਸਤਾਨ ਵਾਲਾ ਜਿਹੜਾ ਉਹ ਰੰਗ ਰੂਪ ਜਿਹੜਾ ਸੀਗਾ ਉਹ ਆਰਿਆ ਸਮਾਜ ਦਾ ਰੂਪ ਸੀ। ਉਹ ਨਾਰਾ ਉਹਨਾਂ ਦਾ ਸੀਗਾ ਤੇ ਉਹ ਬਿਲਕੁਲ ਸਿੱਖੀ ਨੂੰ ਉਹ ਸਮਝ ਲਓ ਐਲੀਮੀਨੇਸ਼ਨ ਦਾ ਕਰਨਾ ਚਾਹੁੰਦੇ ਸੀ, ਜਾਂ ਬਿਲਕੁਲ ਐਕਸਟਰਮੀਨੇਟ ਕਰਨਾ ਚਾਹੁੰਦੇ ਸੀਗੇ। ਜਿਹੜਾ RSS ਹੈਗਾ ਉਹ ਅਸਿਮੀਲੇਸ਼ਨ ਦੇ ਰੂਪ 'ਚ ਚੱਲਦਾ। ਉਹ ਹੋਰ ਢੰਗ ਨਾਲ ਸਿੱਖੀ ਮਤਲਬ ਇੱਕ ਲਾ ਲਓ ਵੀ ਕਿ ਇੱਕ ਜੇ ਤਬਦਕਾ ਤੇ ਦੂਜਾ ਹੈ ਜਾਂ ਵੀ ਖਤਮ ਦੋਵੇਂ ਹੀ ਕਰਨਾ ਚਾਹੁੰਦੇ ਆ, ਪਰ ਦੋਵਾਂ ਦੇ ਤਰੀਕਾ ਅੱਡ ਅੱਡ ਹੈਗਾ। ਤਾਂ ਜਿਹੜਾ ਰੰਗ ਰੂਪ ਆਪਾਂ ਪੰਜਾਬ ਦੇ ਵਿੱਚ 1984 ਤੱਕ ਵੇਖਿਆ ਜਾਂ 1990 ਤੱਕ ਵੇਖਿਆ, ਉਹ ਆਰਿਆ ਸਮਾਜ ਦਾ ਰੂਪ ਦੇਖਿਆ। ਉਹਨੇ ਇਹਨੂੰ ਬਿਲਕੁਲ ਹੀ ਇਸ ਆਈਡੀਆ ਨੂੰ ਹੀ ਖਤਮ ਕਰਨਾ ਚਾਹੁੰਦੇ ਸੀਗੇ। ਪਰ ਫਿਰ ਜਿਵੇਂ ਮੈਂ ਗੱਲ ਕਰਦਾ ਤੁਹਾਨੂੰ ਕਿ ਵੀ ਇਹ ਜਿਹੜਾ ਸਾਰਾ ਕੁਛ ਜੋ ਸਟੇਟ ਦਾ ਰਿਸਪੌਂਸ ਇਹਦੇ ਵਿੱਚ ਆਉਂਦਾ ਸੀ, ਉਹ ਫਿਰ ਉਸੇ ਅੰਗਰੇਜ਼ਾਂ ਦੀ ਸਟੇਟ ਦੇ ਰਿਸਪੌਂਸ 'ਚ ਆਉਂਦੇ ਸੀ। ਜਿਹੜੇ ਉਹਨਾਂ ਦੇ CID ਪੇਪਰ ਸੀ ਜਾਂ ਜੋ ਉਹ ਕਹਿੰਦੇ ਸੀ, ਉਵੇਂ ਹੀ ਸਟੇਟ ਐਕਟ ਕਰ ਰਹੀ ਸੀ ਸਿੱਖਾਂ ਦੇ ਅਗੇਂਸਟ। ਉਹੀ ਡਿਮਾਂਡ ਜਦੋਂ ਅਸਾਮ ਦੇ ਵਿੱਚ ਮੰਗੀ ਜਾਂਦੀ ਆ ਜਾਂ ਕਿਤੇ ਹੋਰ ਮੰਗੀ ਜਾਂਦੀ ਆ, ਤਾਂ ਸਟੇਟ ਦਾ ਰਿਸਪੌਂਸ ਬਹੁਤ ਉਹਨਾਂ ਸਟਰੋਂਗ ਨਹੀਂ ਆਉਂਦਾ, ਜਾਂ ਉਹਨਾਂ ਹੈਵੀ ਹੈਂਡਡਨੈਸ ਨਾਲ ਨਹੀਂ ਆਉਂਦਾ, ਜਾਂ ਜਿਹਨੂੰ ਅਸੀਂ ਟਰਮਸ ਕਹਿੰਦੇ ਉਨੀ ਮਿਲੀਟਰਾਈਜੇਸ਼ਨ ਨਹੀਂ ਹੁੰਦੀ ਉਹਦੀ, ਜਿੰਨੀ ਜਦੋਂ ਪੰਜਾਬ ਦੇ ਵਿੱਚ ਉਹ ਮੰਗੀ ਜਾਂਦੀ ਹੈਗੀ ਆ। ਤਾਂ ਉਹਨੂੰ ਉਹ ਅੰਗਰੇਜ਼ ਦੇ ਜਿਹੜਾ ਸੋਚ ਸੀ ਉਹ ਇਹ ਸੀਗੀ ਕਿ ਸਿੱਖ ਇੱਕ ਰਾਜ ਵੱਲ ਜਾਣਗੇ ਤੇ ਉਸ ਚੀਜ਼ ਨੂੰ ਕਿਵੇਂ ਨਾ ਕਿਵੇਂ ਕੀਤਾ। ਅੰਗਰੇਜ਼ ਨੇ ਜਿੱਥੇ ਜਿੱਥੇ ਗਿਆ ਉਹਨੇ ਇਸ ਤਰ੍ਹਾਂ ਦੀਆਂ ਕੌਮਾਂ ਨੂੰ ਵੰਡਿਆ ਜਾਂ ਦਬਾਇਆ ਹੀ ਆ, ਚਾਹੇ ਉਹ ਪਠਾਨ ਉਹਨਾਂ ਨੂੰ ਡਿਊਰਨ ਲਾਈਨ ਨਾਲ ਵੰਡ ਗਿਆ, ਬੰਗਾਲੀਆਂ ਨੂੰ ਵੰਡ ਗਿਆ,
ਕੁਰਦਾਂ ਨੂੰ ਵੰਡ ਗਿਆ ਤੇ ਉਵੇਂ ਸਿੱਖਾਂ ਨੂੰ ਤੇ ਰਾਜਪੂਤਾਂ ਨੂੰ ਦੋਵਾਂ ਨੂੰ ਹਿੰਦੁਸਤਾਨ ਦੇ ਵਿੱਚ ਵੀਕ ਕਰਕੇ ਗਿਆ ਉਹ। ਤੇ ਇਹ ਉਹਦੀ ਸਟੇਟ ਪਾਲਿਸੀ ਸੀ। ਉਹ ਸਟੇਟ ਅੱਗੇ ਟਰਾਂਸਫਰ ਹੋ ਗਈ। ਉਹ ਟਰਾਂਸਫਰ ਆਫ ਪਾਵਰ ਹੋਣ ਤੋਂ ਬਾਅਦ ਉਹ ਹਿੰਦੂ ਸਾਮਰਾਜ ਕੋਲ ਜਦੋਂ ਆ ਗਈ ਤਾਂ ਉਹਨੇ ਉਹੀ ਪਾਲਿਸੀ ਤੁਹਾਡੇ ਆਪਣਾ ਸਿੱਖਾਂ ਦੇ ਅਗੇਂਸਟ ਵਰਤੀ ਹੈਗੀ ਹੈ। ਜੀ ਜੀ। ਅੱਛਾ ਬਰਾੜ ਸਾਹਿਬ, ਇੱਕ ਹੁਣ ਜਿਹੜਾ ਧਰਮ ਯੁੱਧ ਮੋਰਚੇ ਦਾ ਆਭਾਰ ਹੈ, ਉਦੋਂ ਪਹਿਲਾਂ ਇੱਕ ਬਹੁਤ ਵੱਡੀ ਗੱਲ ਭਾਈਚਾਰੇ 'ਚ ਕਹੀ ਜਾਂਦੀ ਹੈ, ਬਾਹਰ ਫੈਲਾਈ ਜਾਂਦੀ ਹੈ ਜੀ। ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਬਿਲਕੁਲ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੇ ਸੰਬੰਧੀ ਨਗਰ ਕੀਰਤਨ ਇੰਦਰਾ ਗਾਂਧੀ ਦੇ ਨਾਲ ਆਪਣੇ ਰਾਮਲੀਲਾ ਗਰਾਊਂਡ ਦੇ ਵਿੱਚ ਜਦੋਂ ਆ ਗਈ ਤਾਂ ਲੋਕ ਉੱਠ ਖੜੇ, ਤਾਂ ਬਜਟ 'ਚ ਆ ਕੇ ਸੰਤਾਂ ਨੇ ਗੱਲ ਕਹਿ ਦਿੱਤੀ ਕਿ ਇਹ ਜਦ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਨੇ ਜਬਰ ਤੱਕ ਦੇ ਮਾਲਕ, ਇਹ ਕੌਣ ਆ ਬੀਬੀ? ਇਹਦੇ ਮਤਲਬ ਤੁਸੀਂ ਇੱਕ ਦੁਨਿਆਵੀ ਪ੍ਰਧਾਨ ਮੰਤਰੀ ਕਰਕੇ ਕੀ ਉਹ ਜਿਹੜੀ ਉਹ ਲੋਕਾਂ ਨੂੰ ਪਤਾ ਹੈ। ਪਰ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਹਾਲਾਂਕਿ ਉਹਨਾਂ ਦੀ ਜਗ੍ਹਾ 14ਵੇਂ ਮੁਖੀ ਨੇ, ਉਹਨਾਂ ਬਾਰੇ ਇਹ ਗੱਲ ਕੀਤੀ ਜਾਂਦੀ ਹੈ ਕਿ ਉਹ ਜੈਲ ਸਿੰਘ ਤੇ ਦਰਬਾਰਾ ਸਿੰਘ ਦੀ ਆਪਸੀ ਰੰਜਿਸ਼ ਕਰਕੇ ਕਾਂਗਰਸ ਨੇ ਉਹਨਾਂ ਦਾ ਆਭਾਰ ਕੀਤਾ ਜੈਲ ਸਿੰਘ। ਇਹ ਗੱਲ ਕਿੰਨੀ ਕੁ ਸੱਚੀ ਹੈ ਕਿ ਉਹਨਾਂ ਨੂੰ ਲਿਆਉਣ ਵਾਲੀ ਕਾਂਗਰਸ? ਦੇਖੋ ਜੀ, ਇਹ ਇੱਕ ਫੈਕਟਰ ਕੋਈ ਸਹਾਈ ਹੋ ਸਕਦਾ ਹੈ ਕਿਸੇ ਦੇ ਉਭਾਰ ਆਉਣ ਦੇ ਵਿੱਚ। ਇਹ ਤਾਂ ਉਵੇਂ ਉਹ ਗੱਲ ਹੋ ਗਈ ਜਿਵੇਂ ਕਹਿ ਦਈਏ ਵੀ ਸਿੱਖਾਂ ਨੂੰ ਦਾ ਉਭਾਰ ਅਬਦਾਲੀ ਨੇ ਕੀਤਾ ਜਾਂ ਸਿੱਖਾਂ ਦਾ ਉਭਾਰ ਮਰੱਠਿਆਂ ਨੇ ਕੀਤਾ ਮਿਸਲ ਕਾਲ ਵੇਲੇ, ਉਹ ਗੱਲ ਹੋ ਗਈ। ਇਹ ਜ਼ਰੂਰ ਆ ਕਿ ਉਹਨਾਂ ਦੀ ਕੋਈ ਰਿਫਟ ਹੋਵੇ ਜਾਂ ਉਹਨਾਂ ਦਾ ਕੋਈ ਪ੍ਰੋਬਲਮ ਹੋਵੇ, ਉਹਦੇ ਕਰਕੇ ਉਸ ਉਭਾਰ ਦੇ ਵਿੱਚ ਕੋਈ ਫੈਕਟਰ ਸਹਾਈ ਹੋ ਗਏ ਹੋਣ ਜਾਂ ਉਹ ਮਦਦ ਕਰ ਗਏ ਹੋਣ। ਪਰ ਇਹ ਕਹਿ ਦੇਣਾ ਕਿ ਉਹਨਾਂ ਨੇ ਉਭਾਰ ਕੀਤਾ ਜਾਂ ਉਹਨਾਂ ਦੀ ਕਾਰਨ ਇਹ ਸਭ ਕੁਛ ਹੋਇਆ, ਇਹ ਤਾਂ ਬਿਲਕੁਲ ਹੀ ਗਲਤ। ਹਾਂ, ਕਿਸੇ ਸਮੇਂ ਦੇ ਵਿੱਚ ਕੁਛ ਮੈਕਰੋ ਫੈਕਟਰਸ ਤੇ ਕੁਛ ਮਾਈਕਰੋ ਫੈਕਟਰ ਜਿਹੜੇ ਹੈਗੇ ਆ ਜਾਂ ਕੁਛ ਜਿਹੜੀਆਂ ਰੀਜ਼ਨ ਕਾਰਨ ਬਣ ਜਾਂਦੇ ਆ ਜਿਨ੍ਹਾਂ ਦੇ ਵਿੱਚ ਇੱਕ ਸ਼ਖਸੀਅਤ ਜਾਂ ਇੱਕ ਵਰਤਾਰਾ ਉੱਭਰ ਜਾਂਦਾ ਹੈ, ਤਾਂ ਉਹ ਚੀਜ਼ਾਂ ਦੇ ਉੱਤੋਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਵੀ ਉਹਦੇ ਕਰਕੇ ਉਭਾਰ ਹੋਇਆ ਕਿ ਕੱਲ ਨੂੰ ਇਹ ਮਤਲਬ ਇਹ ਚੀਜ਼ ਇਹਦੇ ਉੱਤੇ ਸਪੈਸੀਫਿਕਲੀ ਇੱਕੋ ਆਪਣਾ ਜ਼ੈਲ ਸਿੰਘ ਤੇ ਦਰਬਾਰਾ ਸਿੰਘ ਦਾ ਜਿਹੜਾ ਰਿਫਟ ਸੀ ਉਹਨੇ ਵਾਰ ਕੀਤਾ। ਜੇ ਮਤਲਬ ਮੈਂ ਤਾਂ ਇੱਥੋਂ ਤੱਕ ਵੀ ਜਾ ਕੇ ਕਹੂੰਗਾ ਕਿ ਵੀ ਜੇ ਕੋਈ ਵੀ ਸ਼ਖਸੀਅਤ ਇਹਨਾਂ ਦੀ ਬਜਾਏ ਕੋਈ ਹੋਰ ਹੁੰਦੀ ਤਾਂ ਜੋ ਉਸ ਟਾਈਮ ਹਾਲਾਤ ਬਣਦੇ ਜਾ ਰਹੇ ਸੀ, ਜਿਵੇਂ ਆਪਾਂ ਗੱਲ ਕੀਤੀ ਕਿ ਜੋ ਭਾਰਤ ਦੇ ਹਾਲਾਤ ਬਣ ਰਹੇ ਸੀ ਜਾਂ ਜੋ ਇਹ ਨਿਜ਼ਾਮ ਸੀ ਜੋ ਟਕਰਾ ਆ ਰਿਹਾ ਸੀ ਸਿੱਖ ਹੋਮਲੈਂਡ ਵਾਲੀ ਸੋਚ ਦਾ। ਦੇਖੋ 1966 ਚ ਖੁਸ਼ਵੰਤ ਸਿੰਘ ਵੀ ਲਿਖਦਾ ਕਿ ਵੀ ਸਿੱਖਾਂ ਦੀ ਇੱਕ ਹੋਮਲੈਂਡ ਹੋਣੀ ਚਾਹੀਦੀ ਆ ਭਾਰਤ ਦੇ ਅੰਦਰ ਹੀ। ਸੋ ਕਿਤੇ ਨਾ ਕਿਤੇ ਇਹ ਭਾਵਨਾ ਦਾ ਟਕਰਾਅ ਸੀ ਜਿਹੜਾ ਚੀਜ਼ਾਂ ਨੂੰ ਉਸ ਸ਼ਖਸੀਅਤਾਂ ਨੂੰ ਜਾਂ ਹੋਰਾਂ ਨੂੰ ਉਭਾਰ ਲਿਆ ਰਿਹਾ ਸੀ। ਜੇ ਗਿਆਨੀ ਜ਼ੈਲ ਸਿੰਘ ਦੀ ਜਗ੍ਹਾ ਕੋਈ ਹੋਰ ਹੁੰਦਾ ਤੇ ਸਾਰਾ ਕੁਛ ਉਵੇਂ ਹੁੰਦਾ ਤੇ ਇਹ ਨਹੀਂ ਕਿ ਉਭਾਰ ਨਹੀਂ ਹੋਣਾ ਸੀ। ਇਹ ਤਾਂ ਵਰਤਾਰਿਆਂ ਦਾ ਉਭਾਰ ਜਿਹੜਾ ਹੈ, ਵੱਡੀਆਂ ਵਰਤਾਰੇ ਜਾਂ ਸ਼ਖਸੀਅਤਾਂ ਤਾਂ ਉਹਦਾ ਸ਼ਖਸੀਅਤ ਤੋਂ ਦੀ ਮੈਨੀਫੈਸਟੇਸ਼ਨ ਹੁੰਦੀ ਹੈ। ਉਹ ਵਰਤਾਰਾ ਤਾਂ ਇਹ ਚੀਜ਼ਾਂ ਉਭਾਰਦਾ ਜਿਹੜੀਆਂ ਫੋਰਸਿਸ ਜਿਹੜੀਆਂ ਟਕਰਾ ਰਹੀਆਂ ਹੁੰਦੀਆਂ ਜਾਂ ਕੁਛ ਆ, ਇਹ ਟਕਰਾਅ ਹੋਣਾ ਵੀ ਇੱਕ ਨੈਚੁਰਲ ਗੱਲ ਸੀਗੀ ਕਿਉਂਕਿ ਉਹ ਇੱਕ ਤਰ੍ਹਾਂ ਦਾ ਦੋ ਅੱਡ-ਅੱਡ ਸਿਧਾਂਤਕ ਤੌਰ ਤੇ ਅੱਡ-ਅੱਡ ਸੋਚਾਂ ਸੀਗੀਆਂ ਜਿਨ੍ਹਾਂ ਦਾ ਟਕਰਾਅ ਹੋਇਆ ਤੇ ਉਹਦੇ ਵਿੱਚ ਇੰਜ ਉਭਾਰ ਹੋਣੇ ਹੀ ਹੋਣੇ ਸੀ। ਇੱਕ ਕਿਸੇ ਦੇ ਉਹ ਕਾਰਨ ਜ਼ਰੂਰ ਬਣ ਸਕਦੇ ਕਿਸੇ ਦਾ, ਮਤਲਬ ਦੋ ਫੋਰਸਿਸ ਟਕਰਾ ਜਾਣ। ਕੱਲ ਨੂੰ ਵੇਖੋ ਚੀਨ ਤੇ ਅਮਰੀਕਾ ਟਕਰਾ ਜਾਣ ਤੇ ਰਸ਼ੀਆ ਉੱਭਰ ਕੇ ਆ ਜਾਏ, ਤੇ ਇਹ ਤਾਂ ਨਹੀਂ ਨਾ ਵੀ ਰੂਸ ਨੂੰ ਉਭਾਰਨ ਵਾਸਤੇ ਅਮਰੀਕਾ ਟਕਰਾਇਆ। ਅੱਛਾ ਬਰਾੜ ਸਾਹਿਬ, ਅਖੀਰ 'ਚ ਜਿਹੜੇ ਸਕੇਲ ਤੇ ਆ ਜਾ ਕੇ ਫਿਰ ਅਟੈਕ ਹੋਇਆ, ਅਟੈਕ ਤੋਂ ਬਾਅਦ ਸੰਤਾਂ ਨੂੰ ਫੜਨ ਦੀ ਗੱਲ, ਉਹਦੇ ਬਾਅਦ ਆਪਰੇਸ਼ਨ ਬੁੱਡਰੋਜ਼, ਆਪਰੇਸ਼ਨ ਚੇਜ਼, ਉਹ 10 ਸਾਲਾਂ ਦਾ 84-94 ਦਾ ਪੀਰੀਅਡ, ਉਹ ਆਪਾਂ ਨੈਕਸਟ ਸੈਗਮੈਂਟ ਦੇ ਵਿੱਚ ਕਰਾਂਗੇ। ਉਹ ਜਿਹੜਾ ਹੁਣ ਜਨਰਲ ਸਿਨਹਾ ਨੇ ਵੀ ਦੱਸਤਾ ਵੀ ਕਿਵੇਂ ਚਕਰਾਤੇ ਸਰਸਾਵਾਂ ਦੇ ਵਿੱਚ ਗੱਲ ਸ਼ੁਰੂ ਹੋ ਗਈ। 2 ਜੂਨ ਨੂੰ ਕੌਮ ਦੇ ਨਾਂ ਸੰਦੇਸ਼ ਦੇ ਰਹੀ ਹੈ ਇੰਦਰਾ ਗਾਂਧੀ, ਨਫ਼ਰਤ ਤਿਆਗ ਦਿਓ। ਅਕਾਲੀ ਲੀਡਰਸ਼ਿਪ ਮਾਰਜਨ ਤੇ ਚਲੇ ਗਈ, ਕਪੂਰੀ ਮੋਰਚਾ ਇੱਕ ਕਿਸਮ ਦਾ ਫੇਲ ਹੋ ਗਿਆ। ਸੰਤਾਂ ਦੇ ਬੰਦੇ ਤਾਂ ਆ ਗਏ ਸੀ, ਅਮਰੀਕ ਸਿੰਘ, ਖਾਰਾ ਸਿੰਘ ਤਾਂ ਉਹਨਾਂ ਨੇ ਛੱਡਤੇ ਸੀ। ਸੰਤਾਂ ਦਾ ਮੋਰਚਾ ਅੱਗੇ ਉਹਨਾਂ ਨੂੰ ਲੋੜ ਨਹੀਂ ਸੀ, ਪਰ ਇੱਕ ਗੁਲਾਮ ਅਸੀਂ ਹੈ ਤੇ ਉਹਨੂੰ ਤਸ਼ਵੀਹਾਂ ਦੇ ਕੇ ਲੋਕਾਂ ਨੂੰ ਜਦ ਸੰਗਤਾਂ ਨੂੰ ਸੰਤ ਜਰਨੈਲ ਸਿੰਘ ਉਹਨਾਂ ਨੇ ਦੱਸਿਆ, ਉਹਨਾਂ ਦੀ ਇੱਕ ਦੈਵੀ ਸ਼ਖਸੀਅਤ ਦੇ ਵਿੱਚੋਂ ਕੌਮ ਉਹਨਾਂ ਵੱਲ ਖਿੱਚ ਕੇ ਚਲੇ ਗਈ ਤੇ ਇੱਕ ਬਹੁਤ ਮਤਲਬ ਬਜਟ ਦੇ ਵਿੱਚ ਆ ਕੇ ਇੱਕ ਬੇਸ ਤੇ ਉਹ ਸਦਾ ਗੱਲ ਕਰਦੇ, ਮਤਲਬ ਇੱਕ ਸਾਮਰਾਜ ਨੂੰ ਉਹ ਕਿੱਥੇ ਪਾਉਂਦੀ ਸੀ ਵੀ ਇੱਕ ਮਿਨੋਰਟੀ ਗਵਰਨਮੈਂਟ ਦਾ, ਮਿਨੋਰਟੀ ਇੱਕ ਕੌਮ ਦਾ ਇੱਕ ਸੰਤ ਸਾਨੂੰ ਨਿਤ ਚੈਲੰਜ ਕਰੇ ਅਕਾਲ ਤਖਤ ਸਾਹਿਬ ਤੇ ਖੜ ਕੇ, ਜਿਹੜਾ ਇਮੋਰਟਲ ਤਖਤ ਹੈ ਜਿਹੜਾ ਕਦੇ ਵੀ ਖਤਮ ਨਹੀਂ ਹੋਇਆ। ਉਸ ਗੱਲ ਦੇ ਅੰਤਰੀਬ ਨੂੰ
ਅੰਡਰਮਾਈਨ ਕਰਕੇ ਜਦ ਫੁੱਲ ਸਕੇਲ ਇੱਕ ਆਰਮੀ ਆਪਰੇਸ਼ਨ ਲੱਖ ਦੇ ਕਰੀਬ ਫੌਜਾਂ ਤੇ ਸਾਰਾ ਵਿੰਗ, ਉਹ ਜਿਹੜੀ ਮੈਂ ਪਿਛਲੇ ਦਿਨੀ ਇਸ ਤੇ ਜਦ ਤਿਆਰੀ ਕਰ ਰਿਹਾ ਸੀ, ਨਾਓਮੀ ਕਲੈਨ ਦੀ ਜਿਹੜੀ ਸ਼ੌਕ ਡਾਕਟਰੀਨ ਪੜ੍ਹ ਰਿਹਾ ਸੀ ਵੀ ਦੁਨੀਆ ਦੇ ਵਿੱਚ ਜਦ ਕੋਈ ਸ਼ੌਕ ਸਦਮੇ 'ਚ ਲਿਜਾ ਕੇ ਜਦ ਦੁਬਾਰਾ ਰੰਗ ਚਾੜਿਆ ਜਾਂਦਾ, ਪੁੱਠ ਚਾੜੀ ਜਾਂਦੀ ਹੈ, ਜਿਵੇਂ ਸਾਡੇ ਤੇ 84 ਤੋਂ ਬਾਅਦ ਚਾੜੀ ਗਈ, ਸਾਡਾ ਸਭ ਕੁਝ ਬਰਬਾਦ, ਐਜੂਕੇਸ਼ਨ ਸਿਸਟਮ ਤੇ ਧਰਮ ਦੇ, ਉਸ ਤੋਂ ਬਾਅਦ ਹੈਲਥ ਸਿਸਟਮ, ਉਹਦੇ ਬਾਅਦ ਕਲਚਰਲ ਐਕਟੀਵਿਟੀਜ਼ ਦੇ ਥੱਲੇ ਸਾਡਾ ਜਿਹੜਾ ਸ਼ੋਸ਼ਣ ਪੰਜਾਬ 'ਚ ਹੋ ਰਿਹਾ ਪਿਛਲੇ 25 ਸਾਲਾਂ ਤੋਂ, ਉਸ ਨੂੰ ਮੈਨੂੰ ਦੱਸਿਓ ਹੁਣ ਅਖੀਰ ਦੇ ਵਿੱਚ ਲੋਕਾਂ ਨੂੰ ਕਿ ਉਹ 84 ਦਾ ਜਿਹੜਾ ਅਟੈਕ ਸੀ ਉਹ ਹੈ ਕੀ ਸੀ, ਉਹਦੇ ਤੋਂ ਸਿੱਧ ਕੀ ਕਰਨਾ ਚਾਹੁੰਦੇ ਸੀ? ਸੰਤਾਂ ਨੂੰ ਫੜਨਾ ਚਾਹੁੰਦੇ ਸੀ ਜਾਂ ਸਾਰੀ ਕੌਮ ਨੂੰ ਕੁਛ ਦੱਸਣਾ ਚਾਹੁੰਦੇ ਸੀ? ਗਿਲ ਸਾਹਿਬ, ਮੈਂ ਇਹਨੂੰ ਇਸ ਤਰ੍ਹਾਂ ਦੇਖਦਾ ਹੈ ਕਿ ਵੀ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਨਹੀਂ ਜੀ ਉਹ ਕਮਾਂਡੋਆਂ ਨਾਲ ਵੀ, ਜਿਵੇਂ ਜਨਰਲ ਸਿੰਘਾ ਕਹਿੰਦਾ ਘੇਰਾ ਪਾ ਕੇ ਫੜ ਲੈਂਦੇ, ਜਾਂ ਉਹ ਉਧਰੋਂ ਕਮਾਂਡੋਆਂ ਨਾਲ ਫੜ ਲੈਂਦੇ, ਜਾਂ ਕੋਈ ਹੋਰ ਤਰੀਕਾ ਕਰ ਲੈਂਦੇ, ਮਨਾ ਲੈਂਦੇ। ਮੇਰਾ ਖਿਆਲ ਸਰਕਾਰ ਦੀ ਇਹ ਨੀਅਤ ਹੀ ਹੈ ਨਹੀਂ ਸੀ। ਜੇ ਆਪਾਂ ਜਿਹੜਾ ਉਹਨਾਂ ਨੇ ਦਿਨ ਚੁਣਿਆ ਸਟੇਟ ਨੇ ਉਸ ਹਮਲਾ ਕਰਨ ਦਾ, ਉਹ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਵਾਲਾ ਦਿਨ ਸੀ, ਤੇ ਉਦੋਂ ਮਤਲਬ ਲੋਕਾਂ ਨੇ ਉੱਥੇ ਇਕੱਠੇ ਹੋਣਾ ਹੀ ਹੋਣਾ ਸੀ, ਇਕੱਠ ਹੋਣਾ ਹੀ ਹੋਣਾ ਸੀਗਾ। ਤੇ ਇਹ ਕਹਿ ਦਈਏ ਸਟੇਟ ਨੂੰ ਇਹ ਪਤਾ ਹੀ ਨਹੀਂ ਸੀਗਾ, ਇਹ ਤਾਂ ਬਿਲਕੁਲ ਬੱਚਿਆਂ ਵਾਲੀ ਗੱਲ ਹੋਊਗੀ। ਤਾਂ ਇਸ ਚੀਜ਼ ਨੂੰ ਤੁਸੀਂ ਜੇ ਦੇਖੋ ਤਾਂ ਇਹ ਨਾ ਇੱਕ ਸਪੈਕਟੀਕਲ ਆਫ ਵਾਇਲੈਂਸ ਉਹ ਦਿਖਾਉਣਾ ਚਾਹੁੰਦੇ ਸੀ। ਉਹ ਇਹ ਕਰਕੇ ਉਹ ਇੱਕ ਤਰ੍ਹਾਂ ਦਾ ਸ਼ੌਕ ਦੇਣਾ ਚਾਹੁੰਦੇ ਸੀ, ਜਾਂ ਸਪੈਕਟੀਕਲ ਆਫ ਵਾਇਲੈਂਸ ਕਰਨਾ ਚਾਹੁੰਦੇ ਸੀ। ਇਹ ਜਮਾਂ ਉਵੇਂ ਸੀ, ਪਰ ਜਿਵੇਂ ਜਲਿਆਂਵਾਲੇ ਬਾਗ ਦਾ ਸਾਕਾ ਸੀ, ਪਰ ਉਹਨੂੰ ਕਈ ਗੁਣਾ ਵੱਡਾ ਕਰਕੇ ਕਿ ਵੀ ਇੱਕਦਮ ਐਡਾ ਵੱਡਾ ਸ਼ੌਕ ਦਿੱਤਾ ਜਾਵੇ ਕਿ ਵੀ ਇਹ ਇੱਕਦਮ ਮਤਲਬ ਬੈਠ ਜਾਣ, ਬਿਲਕੁਲ ਹੀ ਮਤਲਬ ਭੁੱਲ ਹੀ ਜਾਣ, ਬਿਲਕੁਲ ਆਪਦੀ ਹੋਂਦ, ਆਪਦੀ ਪਹਿਚਾਣ ਵਾਲੀਆਂ ਗੱਲਾਂ ਕਰਨੀਆਂ ਬਿਲਕੁਲ ਭੁੱਲ ਜਾਣ। ਕਿਉਂਕਿ ਇੱਕ ਤਰ੍ਹਾਂ ਦਾ ਮੈਸੈਕਰ ਕਰਨਾ ਸੀ। ਤਰੀਕੇ ਤਾਂ ਹੋਰ ਬੜੇ ਅਵੇਲੇਬਲ ਸੀਗੇ, ਮਤਲਬ ਇਹ ਤਾਂ ਸਪਲਾਈ ਕੱਟੀ ਜਾ ਸਕਦੀ ਸੀ, ਜਿਵੇਂ ਜਨਰਲ ਸਿੰਘਾ ਕਹਿੰਦੇ ਆ, ਕੋਈ ਹੋਰ ਆਪਸ਼ਨਸ ਵਰਤੀਆਂ ਜਾਂਦੀਆਂ। ਇੰਨੇ ਬੰਦੇ ਮਾਰਨ ਦੀ ਕੀ ਲੋੜ ਸੀ? ਕੋਈ ਦੇਖੋ ਅਨਾਊਂਸਮੈਂਟਸ ਨਹੀਂ ਹੋਈਆਂ, ਹੁਣ ਤਾਂ ਗੱਲਾਂ ਇਹ ਕਲੀਅਰ ਹੀ ਹੈਗੀਆਂ ਕਿ ਜਨਰਲ ਆਪਣਾ ਉੱਥੇ ਆਪਣਾ ਬ੍ਰਿਗੇਡੀਅਰ ਗੁਰਾਇਆ ਨੇ ਆਪਦੀ ਕਿਤਾਬ 'ਚ ਲਿਖਿਆ ਕਿ ਜਿਹੜੀਆਂ ਅਨਾਊਂਸਮੈਂਟ ਸੀਗੀਆਂ ਉਹ ਬਿਹਤਰ ਤਰੀਕੇ ਨਾਲ ਹੋ ਸਕਦੀਆਂ ਸੀ, ਪੈਂਫਲੇਟ ਸਿੱਟੇ ਜਾ ਸਕਦੇ ਸੀ ਲੋਕਾਂ ਨੂੰ ਬਾਹਰ। ਜੇ 4 ਬੰਦੇ ਅੰਦਰ ਵਾਲੇ ਬਾਹਰ ਨਿਕਲ ਵੀ ਜਾਂਦੇ ਤਾਂ ਕਿਹੜੀ ਗੱਲ ਸੀਗੀ ਉਹਦੇ ਵਿੱਚ। ਉਹ ਬਾਅਦ 'ਚ ਵੀ ਵੁਡਰੋਜ਼ ਆਪਰੇਸ਼ਨ ਕੀਤਾ ਗਿਆ ਤੇ ਉਹਦੇ ਵਿੱਚ ਵੀ ਬਹੁਤ ਮਤਲਬ ਡਰ, ਟਰੋਮਾ ਦਿੱਤਾ ਗਿਆ ਕੌਮ ਨੂੰ। ਪਰ ਇਹ ਸਪੈਕਟੀਕਲ ਆਫ ਵਾਇਲੈਂਸ ਸਾਮਰਾਜ ਨੇ ਇਕੱਲੇ ਸਿੱਖਾਂ ਵਾਸਤੇ ਨਹੀਂ ਕੀਤਾ ਜੀ। ਸਿੱਖ ਤਾਂ ਕਿਉਂਕਿ ਇੱਕ ਇਸ ਖਿੱਤੇ ਦੇ ਝੰਡਾ ਬਰਦਾਰ ਹੈਗੇ ਆ, ਉਹ ਮੰਗ ਕਰ ਰਹੇ ਸੀ ਫੈਡਰਲਿਜ਼ਮ ਦੀ, ਜਿਹੜਾ ਕਿ ਸਾਮਰਾਜ ਨੂੰ ਪਸੰਦ ਨਹੀਂ ਸੀ। ਤਾਂ ਉਦੋਂ ਬਾਅਦ ਤੁਸੀਂ ਵੇਖੋ ਬਾਕੀ ਇਲਾਕੇ ਜਮਾਂ ਸ਼ਾਂਤ ਹੋ ਗਏ। ਜਿਹੜੇ ਮੈਂ ਕਹਿ ਰਿਹਾ ਕਿ ਉਦੋਂ ਪਹਿਲਾਂ ਰਾਇਟਸ ਹੋ ਰਹੇ ਸੀਗੇ, ਮੁਸਲਮਾਨਾਂ ਦੇ ਰਾਇਟਸ ਹੋ ਰਹੇ ਸੀ, ਵਰਕਰ ਉੱਠ ਰਹੇ ਸੀ, ਕਿੰਨਾ ਕੁਛ ਹੀ ਹੋ ਰਿਹਾ ਸੀ। ਉਹ ਕੋਈ ਵੀ ਬਿਲਕੁਲ ਉਦੋਂ ਮੂਵਮੈਂਟਸ ਚੱਲੀਆਂ ਹੀ ਨਹੀਂ ਹੈ। ਆਸਾਮ ਗਨ ਪ੍ਰਸ਼ਨ ਨੇ ਬਹੁਤ ਹੀ ਘੱਟ ਮਤਲਬ ਆਮ ਨਾਰਮਲ ਸਮਝੌਤਾ ਕਰ ਲਿਆ ਰਾਜੀਵ ਗਾਂਧੀ ਨਾਲ। ਤਾਂ ਹੋਰ ਬੜੀਆਂ ਮੂਵਮੈਂਟਸ ਜਿਹੜੀਆਂ ਉੱਠੀਆਂ ਵੀਆਂ ਸੀ ਉਹ ਸਾਰੀਆਂ ਬੰਦ ਹੋਈਆਂ। ਤਾਂ ਸਪੈਕਟੀਕਲ ਉਹਨਾਂ ਨੇ ਸਭ ਤੋਂ ਪਾਵਰਫੁਲ ਝੰਡਾ, ਮਤਲਬ ਇਸ ਦੱਖਣੀ ਏਸ਼ੀਆ ਦੇ ਵਿੱਚ ਜੇ ਕਿਸੇ ਨੇ ਝੰਡਾ ਚੁੱਕਿਆ ਕਿਸੇ ਜ਼ੁਲਮ ਦੇ ਉਲਟ, ਕਿਸੇ ਸਾਮਰਾਜ ਦੇ ਉਲਟ, ਤਾਂ ਉਹ ਸਿੱਖਾਂ ਨੇ ਚੁੱਕਿਆ। ਤੇ ਉਹ ਸਾਮਰਾਜ ਅੱਜ ਹਿੰਦੂ ਸਾਮਰਾਜ ਆ, ਕਦੀ ਅੰਗਰੇਜ਼ ਸਾਮਰਾਜ ਸੀ, ਉਦੋਂ ਪਹਿਲਾਂ ਮੁਗਲ ਸਾਮਰਾਜ ਸੀ। ਹਰੇਕ ਨੇ ਉਹ ਸਪੈਕਟੀਕਲ ਜਿਹੜਾ ਉਹ ਸਿੱਖਾਂ ਦੇ ਉਲਟ ਕਰਕੇ ਉਹਨੇ ਇੱਕ ਮੈਸੇਜ ਦਿੱਤਾ ਹੈ। ਸਿੱਖਾਂ ਨੂੰ ਤਾਂ ਦਿੱਤਾ ਹੀ ਦਿੱਤਾ, ਉਹਨਾਂ ਦੀ ਹੋਂਦ ਨੂੰ ਤਾਂ ਖਤਮ ਕਰਨ ਦੀ ਠੀਕ ਆ ਉਹ ਪਾਲਿਸੀ ਉਹਦੀ ਕਾਮਯਾਬ ਨਹੀਂ ਹੋਈ, ਕਿਉਂਕਿ ਸਿੱਖਾਂ ਦਾ ਆਪਦਾ ਇਤਿਹਾਸ ਆ, ਇੱਕ ਪਹਿਚਾਣ ਆ, ਇੱਕ ਉਹਨਾਂ 'ਚ ਸਿਰੜੀਪੁਣ ਹੈਗਾ ਜਾਂ ਕੁਛ ਵੀ ਕਹਿ ਲਓ, ਉਹ ਝੱਲ ਗਏ ਉਸ ਗੱਲ ਨੂੰ। ਪਰ ਉਹਨੇ ਮੈਸੇਜ ਦੇਣ ਦੀ ਸਪੈਕਟੀਕਲ ਆਫ ਵਾਇਲੈਂਸ ਕਰਕੇ ਜਿਹਨੂੰ ਕਿਹਾ ਜਾਂਦਾ, ਉਸ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਕਿ ਵੀ ਮਤਲਬ ਇਹ ਬਿਲਕੁਲ ਉੱਠ ਹੀ ਨਾ ਸਕਣ। ਜਿਵੇਂ ਤੁਸੀਂ ਆਖਿਆ ਕਿ ਉਸ ਤੋਂ ਬਾਅਦ ਉਹ ਬਿਲਕੁਲ ਉਹਨੂੰ ਖਤਮ ਕਰਨ ਦਾ ਜਾਂ 20-30 ਸਾਲ ਦਾ ਜੀਨੋਸਾਈਡ ਦਾ ਹੀ ਪ੍ਰੋਗਰਾਮ ਚੱਲਿਆ, ਸਟੇਟ ਵਾਇਲੈਂਸ ਚੱਲੀ। ਤਾਂ ਮੈਂ ਤਾਂ ਇਹਨੂੰ ਇਸ ਤਰੀਕੇ ਨਾਲ ਸਮਝਦਾ ਕਿ ਕੋਈ ਆਪਸ਼ਨ ਦੀ ਕੋਈ ਘਾਟ ਨਹੀਂ ਸੀ। ਜੇ ਉਹ ਕਰਨਾ ਚਾਹੁੰਦੇ ਬੜੇ ਤਰੀਕੇ ਹੁੰਦੇ ਆ ਸੀਗੇ ਅਵੇਲੇਬਲ, ਪਰ ਉਹਨਾਂ ਨੇ ਪਰਪਸਲੀ ਇੰਨੀ ਕਿਲਿੰਗ ਕੀਤੀ, ਪਰਪਸਲੀ ਇੰਨੇ ਲੋਕ ਇੱਥੇ ਮਾਰੇ ਗਏ। ਉਹ ਵੀ ਫੈਸਟੀਵਲ ਵਾਲਾ ਦਿਨ ਜਾਂ ਇੱਕ ਤਿਉਹਾਰ ਵਾਲਾ ਦਿਨ, ਜਾਂ ਤਿਉਹਾਰ ਤਾਂ ਨਹੀਂ ਕਹਿ ਸਕਦੇ, ਮਤਲਬ ਇੱਕ ਸ਼ਹਾਦਤ ਵਾਲਾ ਦਿਨ ਜਿੱਦਣ ਲੋਕ ਉੱਥੇ ਇਕੱਠੇ ਹੋਣੇ ਸੀ, ਪਿੰਡਾਂ ਤੋਂ ਵੀ ਹੋਣੇ ਸੀ, ਉਹਨਾਂ ਨੂੰ ਕੀਤਾ ਗਿਆ। ਫਿਰ ਆਪਰੇਸ਼ਨ ਵੁਡਰੋਜ਼ ਜਿਹੜਾ ਪਿੰਡਾਂ ਦੇ ਵਿੱਚ ਕੀਤਾ ਗਿਆ, ਉਹਨਾਂ ਦਿਨਾਂ 'ਚ ਕਹਿੰਦੇ ਆ ਕਿ ਇੱਕ ਜਿਹੜਾ ਟੈਂਕ ਹੁੰਦਾ ਸੀ ਉਹ 12 ਮਿੰਟਾਂ ਵਿੱਚ ਕਿੰਨੇ 'ਚ ਗੇੜਾ ਕੱਢ ਦਿੰਦਾ ਹੁੰਦਾ ਸੀ ਹਰੇਕ ਪਿੰਡ ਦਾ। ਤੇ ਉਹ ਵੀ ਸੀਗਾ ਕਿ ਕੁਛ ਵੀ ਕੀਤਾ ਜਾ ਸਕਦਾ ਸੀ। ਤਾਂ ਇਹ ਤਾਂ ਸਟੇਟ ਨੇ ਪਰਪਸਲੀ ਇਹ ਸਪੈਕਟੀਕਲ ਕੀਤਾ, ਸੋਚ ਕੇ ਮਿੱਥ ਕੇ ਕਿ ਇੰਨੀ ਕਿਲਿੰਗ ਕੀਤੀ।
ਬਰਾੜ ਸਾਹਿਬ ਬਹੁਤ ਬਹੁਤ ਧੰਨਵਾਦ। ਰਾਤ ਦਾ 1 ਵਜੇ ਜੀ ਤੁਸੀਂ ਜਾਗ ਰਹੇ ਹੋ। ਮੈਂ ਇਸ ਪ੍ਰੋਗਰਾਮ ਸੁਣਨ ਵਾਲੇ ਜਿੰਨੇ ਸਰੋਤੇ ਨੇ ਉਹਨਾਂ ਵੱਲੋਂ ਦੇਣਾ ਨਹੀਂ ਅਸੀਂ ਦੇ ਸਕਦੇ, ਪਰ ਇੱਕ ਗੱਲ ਦਾ ਮਾਣ ਹੈ ਜੇ ਬੁੱਧੀ ਗੁਰੂ ਪਾਤਸ਼ਾਹ ਨੇ ਦਿੱਤੀ, ਇੱਕ ਵਧੀਆ ਸਕੂਲਾਂ 'ਚ ਸਨਾਵਰਾਰੀਆਂ 'ਚ ਪੜ੍ਹ ਕੇ, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਤੋਂ ਪੜ੍ਹ ਕੇ, MBA ਕਰਕੇ, ਦੁਨੀਆ ਵਧੀਆ ਆਪਣਾ ਬਿਜ਼ਨਸ ਕਰਕੇ, ਆਪਣਾ ਜਿਹੜਾ ਧੁਰਾ ਹੈ ਉਹਦੇ ਨਾਲ ਰਹਿ ਕੇ ਜਦ ਇੱਕ ਬਿਲਕੁਲ ਸਹੀ ਗੱਲ ਜਿਹੜੀ ਕਰਨੀ ਆਪਣੀ ਵਿਦਵਤਾ ਨਾਲ, ਇਹ ਮਾਣ ਹੈ। ਅਸੀਂ ਦੋਨੇ, ਮੈਂ ਹੋਸਟ ਹਾਂ, ਤੁਸੀਂ ਮੇਰੇ ਗੈਸਟ ਹੋ, ਠੀਕ ਹੈ, ਸਾਨੂੰ ਮਾਣ ਹੈ, ਅਸੀਂ ਸਿੱਖ ਧਰਮ 'ਚ ਜੰਮੇ ਪਲੇ ਹਾਂ, ਪਰ ਗੱਲ ਜਿਹੜੀ ਲੋਕਾਂ ਨੂੰ ਇੱਕ ਆਪਾਂ ਡਿਊਟੀ ਦੇ ਤੌਰ ਤੇ ਪੇਸ਼ ਕਰ ਰਹੇ ਹਾਂ। ਧੰਨਵਾਦ। ਇਸ ਸਾਰੇ ਹਫ਼ਤੇ ਮੈਂ ਗੱਲਬਾਤ ਇਹ 5 ਦਿਨ ਕਰਨੀ ਹੈ। ਆਪਾਂ ਅਗਲਾ ਇਹਦਾ ਜਿਹੜਾ ਨੈਕਸਟ ਜਿਹੜਾ ਚੈਪਟਰ ਹੈ ਜੀ, ਉਹਦੇ ਬਾਰੇ ਸੁਣਨ ਵਾਲਿਆਂ ਨੂੰ ਦੱਸ ਕੇ ਜਾਓ ਜੀ। ਨੈਕਸਟ ਆਪਾਂ ਕੀ ਇਹਦੇ ਤੇ ਨੈਕਸਟ ਤੁਹਾਡਾ ਜਿਹੜਾ ਐਪੀਸੋਡ ਆ ਉਹ ਕੀ ਕਰਨਾ ਚਾਹੁੰਦੇ ਹੋ ਜੀ, ਆਪ ਹੀ ਤੁਸੀਂ ਦੱਸੋ। ਮੈਂ ਕਹਿੰਦਾ ਜੀ ਆਪਾਂ ਕਿ ਇਹ ਜਿਹੜੀ ਮੂਵਮੈਂਟ ਉੱਠੀ, ਲਹਿਰ ਉੱਠੀ, ਉਸ ਤੋਂ ਬਾਅਦ ਤਾਂ ਇਹ 1995 ਤੱਕ ਆਉਂਦੇ ਬੰਦ ਕਿਉਂ ਹੋਈ, ਆਪਾਂ ਇਹਦੇ ਕਈ ਪਰਤਾਂ ਆਪਾਂ ਫਰੋਲਣ ਦੀ ਕੋਸ਼ਿਸ਼ ਕਰਾਂਗੇ। ਅੱਡ ਪੱਖਾਂ ਤੋਂ ਕਿਹੜੇ ਵਿਦਵਾਨਾਂ ਨੇ ਕੀ ਇਹਨੂੰ ਕਿਵੇਂ ਜੱਜ ਕੀਤਾ ਜਾਂ ਕਿਵੇਂ ਸਮਝਿਆ ਕਿ ਵੀ ਇਹ ਕਿਉਂ, ਇਹ ਲਹਿਰ ਕਿਸ ਪਾਸੇ ਚਲੀ ਗਈ ਤੇ ਕਿਉਂ ਇੱਕਦਮ ਖਤਮ ਹੋ ਗਈ, ਤਾਂ ਉਹਦੇ ਬਾਰੇ ਆਪਾਂ ਕਿਸੇ ਟਾਈਮ ਉਸ ਟਾਈਮ ਆਪਾਂ ਉਸ 'ਤੇ ਕੋਈ ਗੱਲਬਾਤ ਕਰਾਂਗੇ। ਉਹਦੇ ਕਈ ਪੱਖ ਹੈਗੇ ਆ, ਆਪਾਂ ਸਿਰਫ ਜਿਹੜੀ ਆਮ ਆਪਣੀ ਗੱਲਬਾਤ ਦੇ ਵਿੱਚ ਇੱਕ ਅੱਧਾ ਪੱਖ ਹੀ ਉਹਦਾ ਆਉਂਦਾ ਹੈਗਾ ਜੀ। ਠੀਕ ਹੈ ਬਰਾੜ ਸਾਹਿਬ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਅਜੇਪਾਲ ਸਿੰਘ ਜੀ ਬਰਾੜ ਮੋਹਾਲੀ ਤੋਂ ਗੱਲਬਾਤ ਕਰ ਰਹੇ ਸੀ। ਸਰ ਸਾਹਿਬ ਉਹਨਾਂ ਦੀ ਇੱਕ ਕਿਤਾਬ ਹੈ ਅਬਦਾਲੀ ਵਾਲੀ, ਉਹ ਇੱਕ ਸਾਨੂੰ ਮੇਰੇ ਖਿਆਲ ਪੜ੍ਹਨ ਦੀ ਜ਼ਰੂਰਤ ਹੈ। ਇੱਕ ਉਹ ਕਹਾਣੀ ਬਵਾਣੀਆਂ ਕਹਾਣੀਆਂ ਦੇ ਰੂਪ ਦੇ ਵਿੱਚ ਦਾਦਾ ਆਪਣੇ ਪੋਤੇ ਨੂੰ ਸੁਣਾਉਂਦਾ ਕਿ ਜਦ ਪਾਲਕੀ ਅਬਦਾਲੀ ਦੀ ਪੁੱਤਰਾ ਹਿੱਲੀ, ਕਿਵੇਂ ਹਿੱਲੀ, ਕਿਹਨਾਂ ਨੇ ਹਲਾਈ, ਸਿੱਖ ਮਿਸਲ ਦਾ ਸਮਾਂ। ਉਹਨਾਂ ਨੇ ਆਪਣੀ ਵਿਦਵਤਾ ਨਾਲ ਗੱਲ ਕੀਤੀ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕੋਸ਼ਿਸ਼ ਕਰ ਰਹੇ ਹਾਂ ਇਸ ਹਫ਼ਤੇ 'ਚ ਵਿਦਵਾਨ ਲਿਆ ਕੇ ਜਿਹੜੀ ਗੱਲਬਾਤ ਕਰਾਂਗੇ। ਅਖੀਰਲੇ ਦਿਨ ਸ਼ੁੱਕਰਵਾਰ ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਤੇ ਸੰਤ ਕਰਤਾਰ ਸਿੰਘ ਜੀ ਖਾਲਸਾ ਦਾ ਸ਼ੁਰੂ ਕੀਤਾ ਸੰਘਰਸ਼, ਜਿਹੜਾ ਟਕਸਾਲ ਸ਼ੁਰੂ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ, ਉਸ ਤੋਂ ਬਾਅਦ ਦੂਸਰੇ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸ਼ਹੀਦ, ਦੂਸਰੇ ਜਿਨ੍ਹਾਂ ਦੇ ਅਬਦਾਲੀ ਤੇ ਜਿਨ੍ਹਾਂ ਦੀ ਜਗ੍ਹਾ ਬਿਲਕੁਲ ਪਿੱਛੇ ਬਣੀ ਹੈ ਜਿੱਥੇ ਹੁਣ ਸ਼ਹੀਦਾਂ ਦੀ ਯਾਦ ਬਣੀ ਆ ਅਕਾਲ ਤਖ਼ਤ ਸਾਹਿਬ। ਅੱਖੀ ਡਿੱਠਾ ਹਾਲ ਸੰਤਾਂ ਦੀਆਂ ਕੁਝ ਤਕਰੀਰਾਂ ਸ਼ੁੱਕਰਵਾਰ ਨੂੰ ਤੁਹਾਡੇ ਸਨਮੁਖ ਕਰਨੀ ਹੈ ਤੇ ਆਉਣ ਵਾਲੇ 3 ਦਿਨ ਦੇ ਵਿੱਚ ਹੋਰ ਵਿਦਵਾਨਾਂ ਨੂੰ ਲੱਭ ਕੇ, ਕਿਉਂਕਿ ਰਾਤ ਦਾ ਸਮਾਂ ਹੋ ਜਾਂਦਾ, ਮੇਰੇ ਬੇਵਸ ਹੋ ਜਾਂਦੀ ਹੈ, ਪਰ ਬਰਾੜ ਸਾਹਿਬ ਇਹ ਬੇਨਤੀ ਨੂੰ ਮੰਨ ਲੈਂਦੇ ਆ, ਨਾਲ ਆ ਜਾਂਦੇ ਆ। ਤੇ ਕੁਛ ਵਪਾਰਕ ਸੰਦੇਸ਼ਾਂ ਤੋਂ ਬਾਅਦ 20 ਮਿੰਟ ਤੁਹਾਡੇ ਨਾਲ ਵੀ ਗੱਲ 1:20 ਤੱਕ ਮੈਂ ਕਰਨੀ ਚਾਹੁੰਦਾ, ਤੁਸੀਂ ਇਸ 'ਚ ਆਪਣੀ ਰਾਏ ਦੇ ਸਕਦੇ ਹੋ। ਕੁਝ ਕਾਲਰ ਨਾਲ ਮੈਂ ਗੱਲਬਾਤ ਕਰਨੀ ਚਾਹੁੰਦਾ ਇਸ ਵਿਸ਼ੇ ਤੇ। ਕੋਈ ਚੀਜ਼ ਤੁਸੀਂ ਇਹਦੇ ਵਿੱਚੋਂ ਫੜੀ ਹੋਵੇ ਜਿਹੜੀ ਡਿਸਕਸ ਕਰਨੀ ਚਾਹੋ ਜਾਂ ਕੁਝ ਹੋਰ ਇਹ 'ਚ ਐਡ ਕਰਨੀ ਚਾਹੋ ਤਾਂ ਅਜੇਪਾਲ ਸਿੰਘ ਬਰਾੜ ਉਹਨਾਂ ਨੇ ਆਪਣੀ ਵਿਦਵਤਾ ਦੇ ਨਾਲ ਪੂਰਾ 20ਵੀਂ ਸਦੀ ਨੂੰ ਅੱਧੇ ਸਵਾ ਘੰਟੇ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਕੁਝ ਰਹਿ ਗਿਆ ਪਰ ਮੇਨ ਚੀਜ਼ਾਂ ਆਪਾਂ ਛੂਹੀਆਂ ਨੇ। ਸਰ ਜਤਿੰਦਰ ਸਿੰਘ ਜੀ ਲਾਈਨ ਨੰਬਰ 1 ਤੇ ਹੋ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ, ਜਤਿੰਦਰ ਸਿੰਘ ਸਹੇੜੀ ਬੋਲਦਾ ਕੈਲਗਰੀ ਤੋਂ ਬਾਈ ਜੀ। ਸਹੇੜੀ ਸਾਹਿਬ ਧੰਨਵਾਦ ਜੀ। ਸਭ ਤੋਂ ਪਹਿਲਾਂ ਤਾਂ ਧੰਨਵਾਦ ਹੈ ਬਰਾੜ ਸਾਹਿਬ ਦਾ, ਜਿਨ੍ਹਾਂ ਨੇ ਐਡੀ ਵੱਡੇ ਸਾਡੇ ਪਿਛੋਕੜ ਤੇ ਸਾਡੇ ਲਈ ਚਾਨਣਾ ਪਾਇਆ, ਉਹ ਵੀ ਰਾਤ ਦੇ ਸਮੇਂ ਸਾਡੇ ਲਈ ਉੱਠ ਕੇ। ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਿਆ। ਪਰ ਇੱਕ ਗੱਲ ਤਾਂ ਇਸ ਚੀਜ਼ ਤੋਂ ਉੱਪਰ ਕੇ ਸਾਹਮਣੇ ਬਿਲਕੁਲ ਆਉਂਦੀ ਹੈ ਗਿੱਲ ਸਾਹਿਬ ਕਿ ਸਾਡੀ ਲੀਡਰਾਂ ਦੀ ਆਪਣੇ ਆਪ ਨੂੰ ਲਿਆਕਤ ਨੂੰ ਮੂਹਰੇ ਲਿਆਉਣ ਲਈ ਤੇ ਮਾੜੀ ਸੋਚ ਨੇ ਸਾਡੀ ਕੌਮ ਨੂੰ ਡੋਬਿਆ। ਸਿਰਫ ਇੱਕ ਅੱਧੇ ਨੂੰ ਛੱਡ ਕੇ, ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਉਹਨੇ ਗੱਲ ਕੀਤੀ ਹੈ, ਉਹਨਾਂ ਤੋਂ ਬਿਨਾਂ ਬਾਕੀ ਦੀ ਸੋਚ ਨੇ ਤਾਂ ਮੌਕਾ ਪ੍ਰਸਤ ਸੋਚ ਨੇ ਸਾਨੂੰ ਦੋ ਵੀ ਦਿੱਤਾ ਸਾਡੀ ਕੌਮ ਨੂੰ। ਕਿਸੇ ਨੇ ਵੀ ਅੱਗੇ ਲਿਆਉਣ ਦੀ ਗੱਲ ਤਾਂ ਕੋਈ ਆ ਫਿਊਚਰ ਕੋਈ ਪਲੈਨਿੰਗ ਦੇ ਨਾਲ ਤਾਂ ਕੋਈ ਗੱਲ ਹੋਈ ਨਹੀਂ, ਜਿਹਦਾ ਕੌਮ ਮੇਰਾ ਤਾਂ ਅੱਗੇ ਟੁੱਟੀ ਆ ਤੇ ਆਉਣ ਲੱਗੇ ਸਮੇਂ ਜਤਿੰਦਰ ਸਿੰਘ ਜੀ ਓਕੇ। ਦਿਓਲ ਸਾਹਿਬ ਲਾਈਨ ਨੰਬਰ 4 ਤੁਸੀਂ ਹੋ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਗਿੱਲ ਸਾਹਿਬ ਦੇਖੋ, ਇਹ ਸਮੁੱਚੇ ਜਿਹੜੇ ਆਪਾਂ ਘਟਨਾਕ੍ਰਮ ਦੇ ਨਾਲ ਜਿਹੜਾ ਮੈਂ ਦੇਖਦਾ ਵੀ ਇੱਕ ਜਿਹੜਾ ਮਾਡਰਨ ਸਟੇਟ ਦਾ ਢਾਂਚਾ ਆ ਜਾਂ ਪੁਰਾਤਨ ਜਿਹੜੇ ਸਾਮਰਾਜ ਹੁੰਦੇ ਸੀਗੇ
ਉਹਨਾਂ ਦੇ ਵਿੱਚ ਕੁਝ ਚੀਜ਼ਾਂ ਦਾ ਮੈਂ ਕਰਨਾ ਚਾਹੁੰਦਾ ਜਿੱਦਾਂ ਮੇਰੇ ਖਿਆਲ ਆ ਵੀ ਇੱਕ ਤਾਂ ਇਹ ਆ ਵੀ ਪੁਰਾਤਨ ਸਮੇਂ ਦੇ ਵਿੱਚ ਜਦੋਂ ਕੋਈ ਸਾਮਰਾਜ ਦੇ ਤੌਰ ਤੇ ਜਾਂ ਕੌਮ ਕਬੀਲੇ ਨਸਲ ਜਾਤ ਦੇ ਨਾਂ ਦੇ ਉੱਤੇ ਕਿਸੇ ਧਾੜਵੀ ਬਣ ਕੇ ਆਉਂਦੇ ਸੀਗੇ, ਉਹਨਾਂ ਲਈ ਲੋਕਾਂ ਦੀ ਸਹਿਮਤੀ ਨਹੀਂ ਜ਼ਰੂਰੀ ਹੁੰਦੀ ਸੀਗੀ। ਉਹ ਆਪਣੀ ਰਾਜਨੀਤੀ ਜਿੰਨੀ ਵੀ ਉਹਨਾਂ ਕੋਲ ਤਾਕਤ ਹੁੰਦੀ ਸੀ, ਤਾਕਤ ਦੇ ਜ਼ੋਰ ਤੇ ਲੋਕਾਂ ਦੇ ਉੱਤੇ ਜਿੱਤ ਪ੍ਰਾਪਤ ਕਰਕੇ ਤੇ ਉਹਨਾਂ ਨੂੰ ਸਹਿਮਤ ਕਰ ਲੈਂਦੇ ਹੁੰਦੇ ਸੀਗੇ ਵੀ ਜਾਨੀ ਉੱਥੋਂ ਦੇ ਲੋਕਾਂ ਦੀ ਸਹਿਮਤੀ। ਪਰ ਮਾਡਰਨ ਸਟੇਟ ਦੇ ਵਿੱਚ ਇੱਕ ਢੰਗ ਬਣ ਗਿਆ ਵੀ ਕਿਸੇ ਨੂੰ ਹਮਲਾ ਕਰਨ ਤੇ ਪਹਿਲਾਂ ਕਿਸੇ ਵੀ ਮੰਨ ਲਓ ਪਹਿਲਾਂ ਉਹ ਸਮੁੱਚੇ ਸਟੇਟ ਨੇ ਦੇ ਲੋਕਾਂ ਨੂੰ ਬੜੀ ਤਰੀਕੇ ਨਾਲ ਪ੍ਰੋਪੋਗੰਡਾ ਕਰਕੇ ਆਪਣੇ ਨਾਲ ਸਹਿਮਤ ਕਰ ਲਿਆ ਜਾਂਦਾ। ਖਾਸ ਤੌਰ ਤੇ ਜੇ ਆਪਾਂ ਘੱਲੂ ਘਾਰੇ ਦੇ ਦਿਨਾਂ ਨੂੰ ਦੇਖਣਾ ਵੀ ਉਸ ਤੋਂ ਪਹਿਲਾਂ ਜਿਹੜਾ ਮਾਹੌਲ ਤਿਆਰ ਕੀਤਾ ਗਿਆ ਸੀਗਾ, ਇੱਕ ਤਾਂ ਉਹ ਦੇਖਣਾ ਆਪਾਂ ਨੂੰ ਬਣਦਾ ਵੀ ਇੱਕ ਇਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਹੁੰਦੀਆਂ ਇਹ ਸਟੇਟ ਦਾ ਹਿੱਸਾ ਹੁੰਦੀਆਂ ਤੇ ਉਹ ਸਟੇਟ ਦੇ ਅੰਦਰ ਵਿਦਨ ਉਹ ਆਪਣੇ ਜਿੱਦਾਂ ਅੱਜ ਦੇਖਦੇ ਆ ਵੀ ਉਦੋਂ ਇੱਕ ਉਸ ਸਾਲ ਦੇ ਵਿੱਚ 1984 ਦੇ ਵਿੱਚ ਇਲੈਕਸ਼ਨ ਵੀ ਐਂਡ ਆਫ ਦਾ ਈਅਰ ਹੋਣੀ ਸੀ। ਇੰਦਰਾ ਗਾਂਧੀ ਨੇ ਉਹ ਇਲੈਕਸ਼ਨ ਕਾਂਗਰਸ ਨੇ ਲੜਨੀ ਸੀਗੀ, ਜਿਹਦੇ ਵਿੱਚ ਲਗਭਗ ਇਹ ਉਦੋਂ ਦੇ ਹਾਲਾਤਾਂ ਦੇ ਐਮਰਜੈਂਸੀ ਤੋਂ ਬਾਅਦ ਵੀ ਤੈਅ ਸੀਗਾ ਵੀ ਉਹ ਹਾਰ ਜਾਣੀ ਸੀਗੀ। ਇੱਕ ਤਾਂ ਜਿੱਦਾਂ ਅੱਜ ਵੀ ਸਟੇਟਾਂ ਕਰਦੀਆਂ ਵੀ ਜਿੱਦਾਂ ਮੰਨ ਲਓ ਕਿਸੇ ਪਾਕਿਸਤਾਨ ਦੇ ਨਾਲ ਕੋਈ ਜੰਗ ਲੜ ਲਈ ਜਾਂ ਇੱਥੇ ਅਮਰੀਕਾ ਵਗੈਰਾ ਜਾਂ ਸਟੇਟਾਂ ਮੰਨ ਲਓ ਉਹਦੇ ਉੱਧਰ ਯੂਰਪ ਜਾਂ ਮਿਡਲ ਈਸਟ ਦੂਜੀਆਂ ਕੰਟਰੀਆਂ ਨਾਲ ਉਹ ਆਪਣਾ ਇੱਕ ਇਲੈਕਸ਼ਨ ਪੈਂਤੜਾ ਖੇਡਦੀਆਂ ਮੇਰਾ ਕਹਿਣ ਤੋਂ ਆ। ਪਰ ਜਿਹੜਾ ਪ੍ਰੋਪੋਗੰਡਾ ਕੀਤਾ ਜਾਂਦਾ ਹੈ ਵੀ ਉਹ ਪੂਰੇ ਉਸ ਸਟੇਟ ਦੇ ਮਾਈਂਡ ਦੇ ਲੋਕਾਂ ਨੂੰ ਤਿਆਰ ਕਰ ਲਿਆ ਜਾਂਦਾ ਮੀਡੀਆ ਰਾਹੀਂ, ਜਦੋਂ ਉਦੋਂ ਸਟੇਟ ਦਾ ਪੂਰਾ ਮਾਈਂਡ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਵੀ ਜਾਂ ਉਹ ਇੰਟੈਲੈਕਚੁਅਲ ਮਾਈਂਡ ਵਿਸ਼ਾ ਕੋਈ ਲੈਫਟ ਵਾਲਾ ਹੋਵੇ ਸੈਕੂਲਰ ਹੋਵੇ ਉਹਨੂੰ ਸਾਰਿਆਂ ਨੂੰ ਤਿਆਰ ਕਰ ਲਿਆ ਜਾਂਦਾ ਵੀ ਮੇਰੇ ਵਿਰੋਧ ਵਿੱਚ ਸਾਡੇ ਵਿਰੋਧ ਵਿੱਚ ਕੋਈ ਨਾ ਹੋਵੇ। ਆਪਣੇ ਹਮਲੇ ਨੂੰ ਜਾਇਜ਼ ਕਰਨ ਦੇ ਲਈ ਮੇਰਾ ਕਹਿਣ ਤੋਂ ਤਾਂ ਭਾਵ ਹੈ ਵੀ ਅੱਜ ਮਾਡਰਨ ਸਟੇਟ ਦਾ ਇਹ ਇੱਦਾਂ ਦਾ ਢੰਗ ਤਰੀਕਾ ਵੀ ਲੋਕ ਕਹਿਣ ਨਾ ਵੀ ਅਸੀਂ ਗਲਤ ਕੰਮ ਕੀਤਾ, ਸਟੇਟ ਕਿਸੇ ਰਾਜਨੀਤਿਕ ਵਿੰਗ ਨੂੰ ਕਵੇ ਨਾ, ਜਿਹੜੀ ਉਹਨਾਂ ਨੂੰ ਇੱਥੋਂ ਤੱਕ ਬਦਨਾਮ ਕਰ ਦਿੱਤਾ ਜਾਂਦਾ ਵੀ ਇਹ ਅੱਤਵਾਦੀ ਆ, ਦੇਸ਼ ਧਰੋਹੀ ਆ ਜਾਂ ਇਹ ਧਾਰਮਿਕ ਕੱਟੜ ਆ ਜਾਂ ਜੋ ਵੀ ਉਹਨਾਂ ਨੂੰ ਜਿਹੜੇ ਵਿਸ਼ੇਸ਼ਣ ਦੇਣੇ ਮੰਨ ਲਓ ਲੋਕਾਂ ਨੂੰ ਤਿਆਰ ਕਰ ਲਿਆ ਜਾਂਦਾ ਤੇ ਇਹ ਜਿਹੜੇ ਆਪਣੇ ਪੜ੍ਹੇ ਲਿਖੇ ਕਹਾਉਣ ਵਾਲੇ ਲੋਕ ਪੂਰੀ ਤਰ੍ਹਾਂ ਉਹਦੇ ਵਿੱਚ ਮਾਈਂਡ ਸੈੱਟ ਹੋ ਜਾਂਦਾ। ਤੇ ਦੂਜੀ ਗੱਲ ਇਹ ਮੇਰੀ ਵੀ ਜੇ ਇਸ ਹਮਲੇ ਨੂੰ ਜਿੱਦਾਂ ਹੁਣ ਇਹ ਹਮਲਾ ਕੀਤਾ ਗਿਆ ਇਹਨੂੰ ਕੱਲਾ ਕਾਂਗਰਸ ਪਾਰਟੀ ਜਾਂ ਇੰਦਰਾ ਤੱਕ ਨਾ ਸੀਮਿਤ ਕੀਤਾ ਜਾਵੇ। ਇਹ ਇੱਕ ਭਾਰਤੀ ਸਟੇਟ ਦਾ ਹੀ ਹਮਲਾ ਸੀਗਾ ਜਿਹਦੇ ਵਿੱਚ ਸਮੁੱਚੀਆਂ ਤਾਕਤਾਂ ਉਹਦੇ ਹੱਥ ਸੀਗੀਆਂ ਤੇ ਉਹ ਤਾਕਤਾਂ ਜਿਹੜੀਆਂ ਅੱਜ ਤੱਕ ਉਹਦਾ ਵਿਰੋਧ ਇਸ ਕਰਕੇ ਕਰਦੀਆਂ ਵੀ ਵੋਟਾਂ ਲੈਣ ਦੇ ਲਈ ਵੀ ਉਹਨੇ ਹਮਲਾ ਕੀਤਾ ਆ ਜੀ, ਉਹ ਬਹੁਤ ਦੁਸ਼ਮਣ ਵੱਡੀ, ਮੈਂ ਕਹਿੰਦਾ ਨੋ ਡਾਊਟ ਉਹ ਹੈਗੇ ਆ। ਪਰ ਉਹ ਜੇ ਉਹਨਾਂ ਨੇ ਤਾਕਤਾਂ ਦੂਜੀਆਂ ਦੇ ਰਾਜਨੀਤਿਕ ਸੱਤਾ ਵਿੱਚ ਆਉਣ ਤੇ ਉਹਨਾਂ ਨੂੰ ਅੰਦਰ ਕਿਉਂ ਨਹੀਂ ਕੀਤਾ? ਜਿਹੜੀ ਉਸੇ ਸਾਲ ਇਲੈਕਸ਼ਨ ਕਮਿਸ਼ਨ ਨੇ ਉਹਨੂੰ ਇਸ ਕਰਕੇ ਕਿਉਂ ਨਹੀਂ ਕਹਿ ਦਿੱਤਾ ਵੀ ਤੂੰ ਇਲੈਕਸ਼ਨ ਨਹੀਂ ਲੜ ਸਕਦੀ ਕਾਂਗਰਸ ਪਾਰਟੀ? ਵਾਰ-ਵਾਰ ਜਿਹੜੀਆਂ ਪਾਰਟੀਆਂ ਪੰਥਕ ਸਾਡੀ ਪਾਰਟੀ ਉਹਦੇ ਵਿੱਚ ਹੋਵੇ ਉਹ ਲੋਕਾਂ ਦਾ ਫੇਲੀਅਰ ਰਿਹਾ ਵੀ ਉਹ ਉਸੇ ਸਟੇਟ ਦੇ ਹੱਥ ਦੇ ਵਿੱਚ ਭੁਗਤਦੇ ਰਹੇ ਆ ਵੀ ਉਹ ਸਟੇਟ ਦੇ ਹੱਥ ਟੋਕੇ ਬਣੇ ਆ। ਤੇ ਜਾਣੀ ਇਸ ਚੀਜ਼ ਨੂੰ ਪੂਰੀ ਭਾਰਤੀ ਸਟੇਟ ਤੇ ਦੁਨੀਆ ਦਾ ਜਿਹੜਾ ਆਪਣੇ ਆਪ ਨੂੰ ਇਨਸਾਫ ਦੇ ਢਾਂਚੇ ਵਿੱਚ ਅਸੀਂ ਇੱਥੇ ਬੈਠੇ ਹਾਂ ਦੁਨੀਆ 'ਚ ਕਿਤੇ ਵੀ ਬੈਠੇ ਹਾਂ, ਇਹਨਾਂ ਲੋਕਾਂ ਨੇ ਆਪਣੇ ਲੋਕਾਂ ਦੇ ਜ਼ੋਰ ਦੇਣ ਤੇ ਹੀ ਲੋਕਾਂ ਦੀ ਮੰਨ ਲਓ ਜਾਂ ਵੋਟਿੰਗ ਸ਼ਕਤੀ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਮਾੜਾ ਮੋਟਾ ਮਜਬੂਰ ਕੀਤਾ ਹੋਇਆ। ਅਦਰਵਾਈਜ਼ ਇਹ ਉਹ ਸਟੇਟ ਦੇ ਵਿਰੁੱਧ ਜਾਂ ਉਹਨਾਂ ਉਸ ਢਾਂਚੇ ਵਿਰੁੱਧ ਅੱਜ ਤੱਕ ਵੀ ਏਡੀ ਸਖਤਾਈ ਦੇ ਨਾਲ ਸਟੈਂਡ ਨਹੀਂ ਲੈ ਸਕੇ ਵੀ ਉਹ ਨਸਲਕੁਸ਼ੀ ਜਾਂ ਉਹ ਹਮਲਾ ਗਲਤ ਸੀਗਾ, ਜਿਹੜਾ ਕਿ ਇੱਕ ਉਹ ਸਾਊਥ ਏਸ਼ੀਅਨ ਜਾਂ ਮਾਡਰਨ ਢਾਂਚੇ ਨੂੰ ਦੁਨੀਆ ਭਰ ਦੇ ਵਿੱਚ ਇੱਕ ਬਹੁਤ ਵੱਡਾ ਚੈਲੰਜ ਸਿੱਖਾਂ ਵੱਲੋਂ ਦਿੱਤਾ ਗਿਆ। ਤੇ ਮੇਰਾ ਕਹਿਣ ਤੋਂ ਭਾਵ ਵੀ ਇਹਦੀ ਵਿਆਖਿਆ ਇਸ ਢੰਗ ਦੇ ਨਾਲ ਹੀ ਹੋਣੀ ਚਾਹੀਦੀ ਆ, ਆਮ ਬੰਦਿਆਂ ਵੱਲੋਂ ਕੀਤੀ ਜਾਣੀ। ਇਹਨੂੰ ਇੱਕ ਤਰੀਕੇ ਨਾਲ ਨਹੀਂ ਕਿ 5-7 ਬੰਦੇ ਹੈਗੇ ਅੰਦਰ ਜੀ ਉਹ ਦੇਸ਼ ਧਰੋਹੀ ਆ, ਉਹ ਬਿਲਕੁਲ ਗਲਤ ਵਿਆਖਿਆ ਹੋਊਗੀ। ਤੇ ਖਾਸ ਕਰਕੇ ਇੱਕ ਉਹਨਾਂ ਦੀ ਇਹ ਆਦਰਸ਼ੀ ਉਹਨਾਂ ਦੀ ਕਿਤਾਬ ਆ ਜਾਵਾ ਜਰਾਖਾ ਦਾ ਗੈਲੈਂਟ, ਤੇ ਉਹਦੇ ਵਿੱਚ ਉਹਨਾਂ ਨੇ ਕਾਫੀ ਉਸ ਸਮੇਂ ਦੇ ਸਾਰੇ ਹਾਲਾਤ ਵਰਣਨ ਕੀਤੇ ਆ, ਸਾਰੇ ਅਕਾਲੀ ਲੀਡਰਾਂ ਦੇ, ਕਾਂਗਰਸ ਦੇ, ਜੋ ਲੈਫਟ ਵਾਲਿਆਂ ਦੇ, ਹਰਕਿਸ਼ਨ ਸਰਜੀਤ ਹੋਣੀ ਜਾਂ ਉਹ ਪੂਰੇ ਵਰਤਾਰੇ ਨੂੰ ਬੜੀ ਇਮਾਨਦਾਰੀ ਨਾਲ ਉਹਨਾਂ ਨੇ ਪੇਸ਼ ਕੀਤਾ, ਕਿਉਂਕਿ ਸਾਨੂੰ ਸਾਰੇ ਪੱਖ ਕਿਸੇ ਨਾਲ ਢਿੱਲ ਨਹੀਂ ਕਰਨੀ ਚਾਹੀਦੀ ਜਦੋਂ ਅਸੀਂ ਗੱਲ ਬੈਠੇ ਆ। ਤੇ ਮੈਨੂੰ ਲੱਗਦਾ ਵੀ ਉਹ ਪੰਥਕ ਅਕਾਲੀ ਦਲ ਦੇ ਤੌਰ ਤੇ ਤਾਂ ਅਸੀਂ ਠੀਕ ਆ ਉਸ ਅਕਾਲੀਆਂ ਦੀ ਪਾਰਟੀ, ਪਰ ਜਿਹੜੇ ਉਹਨਾਂ ਨੇ ਰੋਲ ਨਿਭਾਏ ਆ ਉਹਨਾਂ ਦਾ ਮੇਰੇ ਨਾਲ ਕਿਸੇ ਨੂੰ ਬਖਸ਼ਣਾ ਨਹੀਂ ਚਾਹੀਦਾ, ਕਿਉਂਕਿ ਇਕੱਲਾ ਇੱਕ ਪਾਰਟੀ ਤੱਕ ਸੀਮਤ ਨਾ ਹੋ ਕੇ ਸਮੁੱਚੇ ਵਰਤਾਰੇ ਦੀ ਗੱਲ ਹੋ ਰਹੀ ਆ, ਉਹ ਵਧੀਆ ਚੀਜ਼ ਆ। ਕਿਉਂਕਿ ਤਾਂ ਹੀ ਅਸੀਂ ਆਪਣੇ ਭਵਿੱਖ ਦੇ ਪੈਂਤੜੇ ਤੈਅ ਕਰ ਸਕਦੇ, ਮੰਨ ਲਓ ਕੋਈ ਵਿਜ਼ਨ ਸੈੱਟ ਕਰ ਸਕਦੇ ਕਿ ਕਿਹੜੀਆਂ ਗੱਲਾਂ ਕਰਕੇ ਸਾਰੇ ਮੰਨ ਲਓ ਈਵਨ ਸੰਤ ਜਰਨੈਲ ਸਿੰਘ ਉਹਨਾਂ ਦਾ ਵੀ ਵਿਅਕਤੀ ਦੇ ਤੌਰ ਤੇ ਨਾ ਕਿਰਦਾਰ ਦੇਖਿਆ ਜਾਵੇ, ਉਹਨਾਂ ਦੇ ਪਿੱਛੇ ਇੱਕ ਇਤਿਹਾਸ ਜਿਹੜਾ ਆ, ਜਿਸ ਇਤਿਹਾਸ ਦੀ ਚੀਜ਼ ਉਹ ਸਾਰੀ ਨੂੰ ਹੀ ਦੇਖਿਆ ਜਾਵੇ ਵੀ ਉਹ ਸਰਵਉੱਚਤਾ ਜਿਹੜਾ ਸੋਵਰੇਨਟੀ ਸਿੱਖਾਂ ਦੀ ਉਹ ਉਹਨਾਂ ਦੇ ਮਗਰ ਜਿਹੜੀ ਖੜੀ ਸੀਗੀ ਉਹਨਾਂ ਦੀ ਚੇਤਿਆਂ ਦੇ ਯਾਦਾਂ ਦੇ ਵਿੱਚ, ਉਹ ਸਾਰੀ ਦਾ ਇੱਕ ਸਟੇਟ ਦੇ ਨਾਲ ਇੱਕ ਦਿੱਲੀ ਦੇ ਤਖਤ ਦਾ ਇਹ ਜਾਨੀ ਦੁਨਿਆਵੀ ਤਖਤ ਜਿੰਨੇ ਆ ਉਹ ਉਹਦੇ ਨਾਲ ਕੀ ਰੌਲਾ ਆ। ਮੈਨੂੰ ਲੱਗਦਾ ਫਿਰ ਜ਼ਿਆਦਾ ਇਹਦੇ ਖੁੱਲ੍ਹ ਕੇ ਲੋਕ ਆਪਣਾ ਮਾਈਂਡ ਇੱਥੇ ਕੋਈ ਤੈਅ ਕਰ ਸਕਦੇ ਵੀ ਆਹ ਚੀਜ਼ ਨਾਲ ਤੇ ਸਹਿਮਤੀ ਹੋ ਸਕਦੀ ਆ। ਧੰਨਵਾਦ ਜੀ ਤੁਹਾਡਾ ਪ੍ਰੋਗਰਾਮ। ਧੰਨਵਾਦ ਵੀ ਜੀ। ਸਾਹਿਬ ਮੁਕੰਦ ਸਿੰਘ ਜੀ ਲਾਈਨ ਨੰਬਰ 2। ਗਿੱਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜੇ ਪੰਜਾਬੀ ਸੂਬਾ ਨਾ ਤਾਂ ਨਹਿਰੂ ਨੇ ਇੱਕ ਵਾਰ ਯੂਪੀ 'ਚ ਬੋਲਦੇ ਨੇ ਕਿਹਾ ਸੀ ਕਿ ਪੰਜਾਬੀ ਸੂਬਾ ਕਦੇ ਨਹੀਂ ਮਿਲਣਾ, ਇਹਨਾਂ ਨੂੰ ਨਾ ਮੈਂ ਦੇਣਾ ਨਾ ਬਣ ਸਕਦਾ ਹੈ। ਉਦੋਂ ਬਾਅਦ
65 ਦੀ ਲੜਾਈ ਤੋਂ ਬਾਅਦ ਮਜਬੂਰ ਹੁਣ ਮੈਂ ਕਹਿ ਸਕਦਾ ਕਿਉਂਕਿ ਸੰਤ ਫੈਸਲ ਨੇ ਮੋਰਚਾ ਵਾਪਸ ਲੈ ਲਿਆ ਸੀ ਤੇ ਹੁਕਮ ਸਿੰਘ ਦੇ ਜਿਹੜੇ ਸਪੀਕਰ ਸੀ ਉਹਨਾਂ ਦੀ ਅਗਵਾਈ ਵਿੱਚ ਕਮੇਟੀ ਬਣਾਈ ਗਈ ਸੀ। ਲੇਕਿਨ ਪੰਜਾਬੀ ਸੂਬਾ ਦਾ ਬਣਾਉਣਾ ਪਿਆ ਪਰ ਜਿਹਨੂੰ ਛਾਂਗ ਕੇ ਇੰਨਾ ਕਰਤਾ ਕਿ ਪੰਜਾਬ ਦੇ ਨਾਲ ਬਹੁਤ ਹੀ ਵੱਡੀ ਬੇਇਨਸਾਫੀ ਹੋਈ ਸੀ। ਅਕਾਲੀ ਦਲ ਲੜਦਾ ਰਿਹਾ ਪੰਜਾਬ ਦੇ ਹੱਕਾਂ ਲਈ ਪਰ ਗਿੱਲ ਸਾਹਿਬ ਇੱਕ ਮੋੜ ਉਦੋਂ ਆਇਆ ਜਦੋਂ ਅੰਮ੍ਰਿਤਸਰ ਦੇ ਵਿੱਚ ਨਿਰੰਕਾਰੀਆਂ ਨੇ ਅਕਾਲੀ ਸਰਕਾਰ ਹੁੰਦੇ ਹੋਏ ਔਰ ਉਦੋਂ ਜਿਹੜੇ ਉੱਥੇ 90 ਗੁਨਾਹ ਬੰਦੇ ਮਾਰੇ ਉਹਨਾਂ ਤੇ ਗੋਲੀਆਂ ਚਲਾਈਆਂ ਔਰ ਫਿਰ ਉਹਨੂੰ ਨਿਰੰਕਾਰੀ ਨੂੰ ਪੰਜਾਬ ਦੇ ਵਿੱਚੋਂ ਸੇਫ ਨਿਕਲਣ ਵਿੱਚ ਸਰਕਾਰ ਨੇ ਮਦਦ ਕੀਤੀ। ਉਹ ਉਦੋਂ ਬਾਅਦ ਇਹ ਮੋੜ ਸ਼ੁਰੂ ਹੋ ਗਿਆ ਕਿ ਅਕਾਲੀ ਦਲ ਦੀ ਸਿਆਸਤ 'ਚ ਗਿਰਾਵਟ ਆ ਗਈ। ਉਦੋਂ ਬਾਅਦ ਸਾਰਾ ਕੁਝ ਦੇਖਿਆ। ਮੈਂ ਤੁਹਾਡਾ ਬਹੁਤਾ ਟਾਈਮ ਨਹੀਂ ਲੈਣਾ, ਸਾਰਾ ਕੁਝ ਕਾਫੀ ਵਰਣਨ ਕਰਤਾ ਹੈ ਆਪਣੇ ਬਰਾੜ ਸਾਹਿਬ ਨੇ। ਪਰ ਇੱਕ ਚੀਜ਼ ਜ਼ਰੂਰ ਹੈ ਕਿ ਸਾਨੂੰ ਪੰਜਾਬ ਦੇ ਹੱਕਾਂ ਲਈ ਕੁਦਰਤੀ ਆ ਸੈਂਟਰ ਦੀ ਸਰਕਾਰ ਕੋਈ ਆ ਜਾਏ, ਬੀਜੇਪੀ ਆ ਜਾਏ ਚਾਹੇ ਕਾਂਗਰਸ ਆ ਜਾਏ, ਪੰਜਾਬ ਨੂੰ ਇਨਸਾਫ ਨਹੀਂ ਮਿਲਣਾ ਜਿੰਨਾ ਚਿਰ ਪੰਜਾਬੀ ਇਕੱਠੇ ਹੋ ਕੇ ਇਹਦੇ ਲਈ ਹੰਭਲਾ ਨਹੀਂ ਮਾਰਦੇ। ਸਾਡੇ 'ਚ ਬਹੁਤ ਸਾਰੇ ਗਰੁੱਪ ਬਣ ਚੁੱਕੇ ਆ ਔਰ ਜਾਤੀ ਫਾਇਦੇ ਲੈਣ ਵਾਸਤੇ ਜਿਹੜੀ ਸਾਡੀ ਮੌਜੂਦਾ ਲੀਡਰਸ਼ਿਪ ਹੈ ਉਹਨੂੰ ਸਿਰਫ ਸੈਂਟਰ ਦੇ ਗੱਦੀ ਲੈਣ ਦੇ ਕਰਕੇ ਉਹਦੀਆਂ ਹੁਣ ਕੋਈ ਪੁੱਛੇ ਵੀ ਆਨੰਦਪੁਰ ਦਾ ਮਤਾ ਕਿੱਥੇ ਜਾ ਕੇ ਸੈਂਟਰ 'ਚ ਭਾਈਵਾਲ ਹੈ। ਚਲੋ ਕਾਂਗਰਸ ਨੇ ਬਹੁਤ ਧੱਕਾ ਕੀਤਾ, ਹੁਣ ਤਾਂ ਤੁਸੀਂ ਭਾਈਵਾਲ ਕਾਹ ਦਿਓ ਫਿਰ ਜੇ ਤੁਹਾਡੇ ਅੱਗੇ ਕੋਈ ਮੰਗ ਹੀ ਨਹੀਂ ਪੂਰੀ ਹੁੰਦੀ। ਇਹਨੇ ਕਹਿਣਾ ਜੀ ਬਹੁਤ ਤੁਹਾਡਾ ਧੰਨਵਾਦ। ਧੰਨਵਾਦ। ਸਰ ਪ੍ਰਭਜੋਤ ਪਾਲ ਸਿੰਘ ਜੀ ਲਾਈਨ ਨੰਬਰ 5 ਤੁਸੀਂ ਏਅਰ ਤੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸਿੰਘ ਸਾਹਿਬ, ਜਿਹੜਾ ਤੁਸੀਂ ਜੂਨ 84 ਵਿੱਚ ਜਿਹੜਾ ਹਿੰਦੁਸਤਾਨ ਦੀ ਸਰਕਾਰ ਜਿਹੜੀ ਆ ਉਹ ਦੁਸ਼ਮਣ ਦੇਸ਼ ਵਾਂਗੂ ਜਿਹੜਾ ਦਰਬਾਰ ਸਾਹਿਬ ਤੇ ਜਦੋਂ ਚੜ ਕੇ ਆਪਣੀਆਂ ਫੌਜਾਂ ਲੈ ਕੇ ਆਈ ਆ ਉਸ ਵਰਤਾਰੇ ਦੀ ਗੱਲ ਕਰ ਰਹੇ ਹਾਂ। ਮੈਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਜਿਹੜੇ ਕੋਈ ਡਰਲਾ ਗੱਲ ਕਰਦਾ ਆ ਤਾਂ ਮੈਂ ਇਸ ਗੱਲ ਤੇ ਕੋਈ ਗੱਲ ਕਰਨ ਦੀ ਹਿੰਮਤ ਵੀ ਨਹੀਂ ਕਰਦਾ। ਧੰਨਵਾਦ ਤੁਹਾਡਾ। ਤੇ ਜਿਹੜੀ ਗੱਲ ਆ ਜਿੱਦਾਂ ਕਿ ਹੁਣ ਤੁਸੀਂ ਆਪਣੇ ਸਰਦਾਰ ਅਜੇਪਾਲ ਸਿੰਘ ਉਹਨਾਂ ਨਾਲ ਜਿਹੜੀ ਗੱਲਬਾਤ ਕੀਤੀ 1920 ਤੋਂ ਲੈ ਕੇ ਤਾਂ 2020 ਤਾਈਂ ਜਿਹੜਾ 100 ਸਾਲ ਦਾ ਜਿਹੜਾ ਇਤਿਹਾਸ ਆ ਤੁਸੀਂ ਸਾਗਰ ਨੂੰ ਗਾਗਰ ਵਿੱਚ ਬੰਦ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਇੱਕ ਜਿਹੜੀ ਆ ਉਹ ਸਾਰੇ ਵਰਤਾਰੇ ਤੇ ਪੰਛੀ ਝਾਤ ਪਵਾਈ ਹੈਗੀ ਆ। ਜਿਹੜਾ ਕੱਲਾ ਸ਼ਬਦ ਤੁਸੀਂ ਇਹਦੇ ਵਿੱਚ ਜਾਂ ਆਪਣੇ ਅਜੇਪਾਲ ਸਿੰਘ ਹੁਣੀ ਕਿਹਾ ਹੈਗਾ ਆ ਉਹ ਇੱਕ ਟੌਪਿਕ ਬਣ ਸਕਦਾ ਆ ਜਿਹੜਾ ਕਿਹੜੀ ਗੱਲ ਕੱਲਾ ਮੁੱਦਾ ਆ ਉਹਦੇ ਵਿੱਚ ਤੁਸੀਂ ਚੁੱਕਿਆ ਉਹ ਕਈ ਦਿਨਾਂ ਦਾ ਜਿਹੜਾ ਆ ਉਹ ਤੇ ਵਿਸਥਾਰ ਕੀਤਾ ਜਾ ਸਕਦਾ ਪਰ ਤੁਸੀਂ ਕੋਸ਼ਿਸ਼ ਕੀਤੀ ਆ ਉਹਨੂੰ ਵਰਤਾਰੇ ਨੂੰ ਜਿਹੜਾ ਸਮੇਟਣ ਦੀ ਘੰਟੇ ਡੇਢ ਘੰਟੇ ਵਿੱਚ। ਹੁਣ ਗੱਲ ਇਹੋ ਹੈਗੀ ਆ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਦੇ ਹੈਗੇ ਆ ਹਿੰਦੁਸਤਾਨ ਦੀ ਸਰਕਾਰ ਤੇ ਉਸ ਵੇਲੇ ਤਾਈਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜਿਨ੍ਹਾਂ ਤੇ ਇਲਜ਼ਾਮ ਲਾਇਆ ਜਾਂਦਾ ਵੀ ਉਹ ਅੱਤਵਾਦੀ ਆ ਉਹ ਦੇਸ਼ ਨੂੰ ਤੋੜਨਾ ਚਾਹੁੰਦੇ ਆ ਉਹਨਾਂ ਤੇ ਅੱਜ ਤਾਈਂ ਵੀ ਕੋਈ ਉੱਥੇ ਹਿੰਦੁਸਤਾਨ ਦੀ ਕਿਸੇ ਅਦਾਲਤ ਦੇ ਵਿੱਚ ਕਿਸੇ ਦੂਜਾ ਥਾਣੇ ਦੇ ਵਿੱਚ ਇਹੋ ਜਿਹਾ ਕੋਈ ਪਰਚਾ ਨਹੀਂ ਹੈਗਾ ਜਿਹਦੇ ਆਧਾਰ ਤੇ ਇਹੋ ਗੱਲ ਨੂੰ ਉਹ ਸਿੱਧ ਕਰ ਸਕਣ ਕਿ ਉਹ ਉਹਨਾਂ ਤੇ ਆਹ ਦੋਸ਼ ਬਣਦਾ ਸੀ ਤੇ ਅਸੀਂ ਇਸ ਲਈ ਗਏ ਆ। ਹੁਣ ਜਿਹੜਾ ਹੈਗਾ ਆ ਆਪਾਂ ਜੇ ਗੱਲ ਦੇਖੀਏ ਗੱਲ ਕੀ ਆ ਕਾਹਤੇ ਇਹੋ ਗੱਲ ਹੋ ਰਹੀ ਆ ਜਿਹੜਾ ਇੱਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਚੁੰਕਾਰ ਅਜ਼ਮਮਾ ਹਾਲ ਤੇ ਹਲਾਲ ਬਰਤਨ ਸ਼ਮਸ਼ੀਰ ਦਾ ਉਹਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਕਿਹਾ ਵੀ ਹਰ ਗੱਲ ਹਰ ਹੀਲਾ ਕਰੋ ਹਰ ਗੱਲ ਕਰੋ ਮਸਲੇ ਨੂੰ ਹੱਲ ਕਰਨ ਦੀ ਜੇ ਨਹੀਂ ਹੁੰਦਾ ਤਾਂ ਹਥਿਆਰ ਚੁੱਕ ਆਖਰੀ ਹਥਿਆਰ ਆ ਤੇ ਹਥਿਆਰ ਨੂੰ ਹੱਥ ਪਾਓ। ਤੇ ਹੁਣ ਦੂਜਾ ਕਹਿੰਦਾ ਇੱਥੇ ਹਥਿਆਰ ਦੀ ਜਦੋਂ ਗੱਲ ਕੀਤੀ ਜਾਂਦੀ ਆ ਜਿਹੜਾ ਸਿਰਫ ਅਸੀਂ ਕਿਰਪਾਨ ਨੂੰ ਜਾਂ ਬੰਦੂਕ ਨੂੰ ਹਥਿਆਰ ਸਮਝ ਕੇ ਜਦੋਂ ਗੱਲ ਕਰਾਂਗੇ ਤੇ ਇਹੋ ਗੱਲ ਨਹੀਂ ਹੋਣੀ ਕਿਉਂ ਸਾਡੇ ਗੁਰੂ ਨੇ ਜਿਹੜਾ ਹਥਿਆਰ ਹੈ ਜਦੋਂ ਔਰੰਗਜ਼ੇਬ ਨੂੰ ਚਿੱਠੀ ਲਿਖਦੇ ਆ ਤੇ ਉਹ ਕਲਮ ਨਾਲ ਜਿਹੜਾ ਆਖਰੀ ਜਿਹੜਾ ਆ ਵਾਰ ਉਹ ਤੇ ਕੀਤਾ ਆ ਉਹ ਉਹਦੀ ਜਾਨ ਲੈਂਦਾ ਹੈਗਾ ਆ। ਇਸ ਗੱਲ ਨੂੰ ਸਾਨੂੰ ਅਸੀਂ ਸਮਝਣ 'ਚ ਅਸਮਰੱਥ ਹੋਏ ਆ। ਮੈਂ ਜਿੱਥੇ ਤੱਕ ਸੋਚਦਾ ਆ ਜਿਹੜਾ ਜਦੋਂ ਆਪਣੇ ਜਿਹੜਾ ਹਿੰਦੁਸਤਾਨ ਦੀ ਸਰਕਾਰ ਆ ਉਹ ਇਸ ਗੱਲ ਨੂੰ ਸਮਝ ਗਈ ਵੀ ਅਸੀਂ ਇਸ ਵੇਲੇ ਇਹਨਾਂ ਤੇ ਜਿਹੜਾ ਰਾਜ ਆ ਕਲਮ ਨਾ ਕਰ ਸਕਦੇ ਹਾਂ। ਜਿੱਦਾਂ ਆਪਣੇ ਅਜੇਪਾਲ ਸਿੰਘ ਹੋਣੀ ਵੀ ਵੋਟਾਂ ਦਾ ਹਥਿਆਰ ਦੀ ਗੱਲ ਕੀਤੀ ਆ ਅੱਜ ਦਾ ਜਿਹੜਾ ਹਥਿਆਰ ਆ ਵੋਟਾਂ ਦਾ ਹਥਿਆਰ ਆ ਜਾਂ ਜਿਹੜਾ ਕਲਮ ਦਾ ਹਥਿਆਰ ਆ ਅਸੀਂ ਉਸ ਗੱਲ ਨੂੰ ਹੀ ਨਕਾਰ ਕੇ ਅੱਗੇ ਅਸੀਂ ਸਾਰੇ ਜਿਹੜੇ ਜਥੇਦਾਰ ਸਾਡੇ ਜਿਹੜੇ ਹੈਗੇ ਆ ਸੰਘਰਸ਼ ਕਰਨ ਨੂੰ ਤੁਰਦੇ ਹੈਗੇ ਆ ਉਹ ਸਦਾ ਹਥਿਆਰ ਵੱਲੋਂ ਚੱਲਦੇ ਜਦ ਕਿ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕਦੀ ਵੀ ਕਿਸੇ ਦੇ ਖਿਲਾਫ ਵੀ ਹਥਿਆਰ ਨਹੀਂ ਚੁੱਕਿਆ। ਉਹਨੇ ਵੀ ਜਦੋਂ ਕੋਈ ਗੋਲੀ ਦਾਗੀ ਹੈਗੀ ਆ ਜਦੋਂ ਪਹਿਲੇ ਦਿਨ ਵੀ ਹਮਲਾ ਹੁੰਦਾ ਹੈ ਉਸ ਤੋਂ ਬਾਅਦ ਜਦੋਂ ਹਿੰਦੁਸਤਾਨ ਦੀ ਸਰਕਾਰ ਜਿਹੜੀ ਨਾਪਾਕ ਕਦਮ ਲੈ ਕੇ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਵੜਦੀ ਹੈਗੀ ਆ ਉਸ ਵੇਲੇ ਜਾ ਕੇ ਗੋਲੀ ਚਲਾਈ ਹੈਗੀ ਆ।
ਤੇ ਸੋ ਸਾਨੂੰ ਉਹਨਾਂ ਤੋਂ ਜਿਹੜਾ ਆ ਅਗਵਾਈ ਲੈਣੀ ਚਾਹੀਦੀ ਆ। ਉਹਨਾਂ ਨੇ ਜਿਹੜਾ ਜਿਸ ਤਹਮਲ ਨਾਲ ਉਸ ਸਮੇਂ ਜਿਹੜਾ ਹਾਲਾਤਾਂ ਨੂੰ ਜਿਹੜਾ ਆ ਕਿਸ ਤਰ੍ਹਾਂ ਵਿਚਰ ਕੇ ਉਹ ਅੱਜ ਸਿਰਫ ਤੇ ਸਿਰਫ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਿਹੜਾ ਆਖਰੀ ਉਹ ਜਿਹੜੇ 72 ਘੰਟਿਆਂ ਨੂੰ ਲੈ ਕੇ ਹੀ ਅਸੀਂ ਕਹਿੰਦੇ ਆ ਵੀ ਹੁਣ ਸੰਘਰਸ਼ ਸਿਰਫ ਤੇ ਸਿਰਫ ਇਹੋ ਰੂਪ ਹੈਗਾ ਆ। ਤੇ ਫਿਰ ਅਸੀਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਜਿਹੜੇ ਆਪਣੇ ਜੀਵਨ ਦੇ ਵਿੱਚ ਅਗਵਾਈ ਦਿੱਤੀ ਆ ਉਸ ਗੱਲ ਨੂੰ ਹੀ ਅੱਖੋਂ ਫਰੋਖੇ ਕਰ ਰਹੇ ਆ। ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਨਹੀਂ ਗੋਲੀ ਚਲਾਈ, ਗੋਲੀ ਹਿੰਦੁਸਤਾਨ ਦੀ ਸਰਕਾਰ ਨੇ ਚਲਾਈ ਆ। ਜਵਾਬ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਦਿੱਤਾ। ਤੇ ਹੁਣ ਉਹਦੀ ਹੌਸਲਾ ਜਦੋਂ ਗੋਲੀ ਚਲਾਈ ਆ ਉਹ ਤੋਂ ਪਹਿਲਾਂ ਜਿਹੜਾ ਆਖਰੀ ਸੁਨੇਹਾ ਸਾਨੂੰ ਉਹ ਦਿੱਤਾ ਹੈਗਾ ਆ, ਜੇ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਨਾਪਾਕ ਕਦਮ ਲੈ ਕੇ ਹਿੰਦੁਸਤਾਨ ਦੀ ਸਰਕਾਰ ਦਾਖਲ ਹੁੰਦੀ ਆ, ਉਹਨੇ ਇਹ ਨਹੀਂ ਕਿਹਾ ਵੀ ਹਿੰਦੁਸਤਾਨ ਦੀ ਸਰਕਾਰ ਦਰਬਾਰ ਸਾਹਿਬ 'ਚ ਨਹੀਂ ਆ ਸਕਦੀ। ਉਹਨੇ ਸਪੈਸ਼ਲ ਸ਼ਬਦ ਵਰਤਿਆ ਨਾਪਾਕ ਕਦਮ। ਜੇ ਅਸੀਂ ਇਸ ਭਾਵਨਾ ਨੂੰ ਸਮਝ ਕੇ ਜਿਹੜਾ ਉਹਨੇ ਕਿਹਾ ਵੀ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ, ਉਸ ਗੱਲ ਨੂੰ ਨਹੀਂ ਸਮਝਦੇ ਤੇ ਫੇਰ ਸਾਡੀਆਂ ਜਿਹੜੀਆਂ ਗੱਲਾਂ ਕਰਨ ਦੀ ਗੱਲ ਆ ਜਿਹੜੀ ਉਹ ਅਸੀਂ ਫੇਰ ਸਿਰਫ ਤੇ ਸਿਰਫ ਟਾਈਮ ਪਾਸ ਕਰਨ ਵਾਲੀ ਗੱਲ ਹੀ ਹੋਊਗੀ। ਜਿਹੜਾ ਤੁਸੀਂ ਸੁਹਿਰਦ ਉਪਰਾਲਾ ਕਰ ਰਹੇ ਹੈ ਗੱਲਬਾਤ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਲਈ, ਮੈਂ ਤੁਹਾਡਾ ਧੰਨਵਾਦ ਕਰਦਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਸਾਹਿਬ ਮਹਿੰਦਰ ਸਿੰਘ ਜੀ। ਇਸ ਵਿਸ਼ੇ ਤੇ ਲਾਈਨ ਨੰਬਰ 1। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਤੁਸੀਂ ਬਹੁਤ ਅਹਿਮ ਟੌਪਿਕ ਛੇੜਿਆ। ਗੱਲ ਇਹ ਹੈ ਵੀ ਇਹ ਜਿਹੜੀ ਗੱਲ ਚੱਲ ਰਹੀ ਹੈ, ਜੋ ਕੁਛ ਅੱਜ ਸਾਡੇ ਨਾਲ ਬੀਤ ਰਿਹਾ ਹੈ, ਜੇ ਇਹਨੂੰ ਅਸੀਂ 100 ਸਾਲ ਤੋਂ ਤੋਰ ਲਈਏ ਤਾਂ ਮੇਰਾ ਖਿਆਲ ਹੈ ਵੀ ਠੀਕ ਹੈ, ਅਸੀਂ 100 ਸਾਲ ਤੋਂ ਤੋਰ ਲਿਆ। ਪਰ ਅਸਲ ਗੱਲ ਇਹ ਹੈ ਕਿ ਭਾਰਤੀ ਮਹਾਂਦੀਪ ਵਿੱਚ ਲਗਭਗ ਪਿਛਲੇ 1000 ਸਾਲ ਤੋਂ ਇੱਕ ਇਹੋ ਜਿਹੀ ਜਮਾਤ ਹੈ ਜਿਹੜੀ ਦੂਜਿਆਂ ਤੇ ਪਲਦੀ ਹੈ, ਜਿਹਨੂੰ ਅਸੀਂ ਚਿੱਚੜ, ਜੋਕ, ਜੂਆਂ ਜਾਂ ਅੰਬਰਵੇਲ ਪਰਜੀਵੀ ਹੈ। ਜਾਣੀ ਉਹ ਤੁਸੀਂ ਇਹ ਦੇਖੋ ਵੀ ਮਨੂ ਸਮ੍ਰਿਤੀ ਤੋਂ ਲੈ ਕੇ ਜਿਹੜਾ ਇੱਕ ਵਰਗ ਬਣਾਇਆ, ਉਹ ਹਮੇਸ਼ਾ ਆਪ ਉਹਨੇ ਕੁਛ ਨਹੀਂ ਕੀਤਾ। ਆਪ ਉਹਨੇ ਸਿਰਫ ਆਪਣਾ ਦਿਮਾਗ ਵਰਤਿਆ ਤੇ ਦੂਜਿਆਂ ਨੂੰ, ਜਿਵੇਂ ਰਮਾਇਣ ਵਿੱਚ ਉਹ ਗੱਲ ਆਈ ਹੈ ਨਾ ਕਿ ਬਾਲੀ ਦੂਜੇ ਦੀ ਅੱਧੀ ਤਾਕਤ ਖਿੱਚ ਲੈਂਦਾ ਸੀ, ਉਹ ਬਿਲਕੁਲ ਉਹਨਾਂ ਨੇ ਅੱਧੀ ਤਾਕਤ ਖਿੱਚਣ ਵਾਲੀ ਆਪਸ ਵਿੱਚ ਲੜਾ ਕੇ ਤੇ ਉਹਨਾਂ ਦੀ ਕਮਾਈ ਤੇ ਪਲਣ ਦਾ ਹੀ ਸਾਰਾ ਕੰਮ ਕੀਤਾ। ਤੇ ਉਹਦੇ ਵਿੱਚ ਤੁਸੀਂ ਜੇ ਇਸ ਨੂੰ ਹੋਰ ਥੋੜਾ ਪਿੱਛੇ ਆਪਾਂ ਜਾਈਏ ਤੇ ਜੇ ਹਮਲਿਆਂ ਦੇ ਵਿੱਚ ਟਾਕਰਾ ਕੀਤਾ ਤੇ ਉਹ ਪੰਜਾਬੀਆਂ ਨੇ ਕੀਤਾ, ਗੁਰੂ ਸਾਹਿਬਾਨ ਨੇ ਜਿੱਥੇ ਸਾਨੂੰ ਲਿਆ ਕੇ ਖੜਾ ਕੀਤਾ, ਅਸੀਂ ਸਿੱਖਾਂ ਨੇ ਆਪਦਾ ਰਾਜ ਸਥਾਪਿਤ ਕੀਤਾ। ਪਰ ਉਸ ਦੇ ਵਿੱਚ ਵੀ ਤੁਸੀਂ ਸਾਰੇ ਪਿਛਲੇ ਲੈ ਲਓ, ਯਾਨੀ ਲੁਟੇਰੇ ਆਏ, ਇੱਥੇ ਵਸ ਗਏ, ਇੱਥੋਂ ਦੇ ਹੋ ਗਏ, ਇਹਨੂੰ ਇੱਕ ਬਸਤੀ ਸਮਝ ਕੇ ਲੁੱਟ ਕੇ ਲਿਜਾਂਦੇ ਰਹੇ। ਪਰ ਇੱਥੋਂ ਦਾ ਉਹ ਜਿਹੜਾ ਗਰੁੱਪ ਹੈ, ਜਿਹੜਾ ਪਰਜੀਵੀ ਗਰੁੱਪ ਹੈ, ਉਹਨੇ ਉਹਨਾਂ ਵਿੱਚ ਵੀ ਅਹਿਮ ਥਾਵਾਂ ਹਾਸਲ ਕੀਤੀਆਂ ਤੇ ਉਹਨਾਂ ਦੀ ਲੁੱਟ ਦੇ ਵਿੱਚ ਹਿੱਸਾ ਪਾਇਆ। ਉਹਨਾਂ ਨੇ ਉਹ ਲੁੱਟ ਦੇ ਹਿੱਸੇ ਦੇ ਵਿੱਚੋਂ ਆਪਣਾ ਜਿਹੜੀਆਂ ਮਹਿਲ ਮਾੜੀਆਂ ਉਸਾਰੇ, ਆਪਣਾ ਰਜੀਮ ਉਸਾਰਿਆ ਉਹਨਾਂ ਨੇ। ਉਹ ਜਿਹੜਾ ਗਰੁੱਪ ਹੈ ਉਸਨੇ ਦੇਖੋ ਜਿੰਨਾ ਕੁਝ ਵੀ ਦੂਜਿਆਂ ਦੀ ਤਾਕਤ ਤੇ, ਦੂਜਿਆਂ ਦੀਆਂ ਕਮਾਈਆਂ ਤੇ, ਯਾਨੀ ਸ਼ੇਰਾਂ ਦੀਆਂ ਮਾਰਾਂ ਤੇ ਗਿੱਦੜ ਦੀ ਜਿਹੜੀ ਪਕੜ ਹੈ, ਉਹ ਗੱਲ ਸਾਹਮਣੇ ਆਈ ਹੋਈ ਹੈ। ਹੁਣ ਜਿਹੜੀ ਗੱਲ ਅਸੀਂ ਮੁੱਕਦੀ ਗੱਲ ਜਿਹੜੀ ਅਜੇਪਾਲ ਸਿੰਘ ਹੋਣਾ ਨੇ ਬਹੁਤ ਵਧੀਆ ਗੱਲ ਲਿਆਂਦੀ ਹੈ, ਪਹਿਲਾਂ ਵੀ ਜਿਹੜਾ ਇਹਨਾਂ ਨੇ ਉਸ ਦਿਨ ਆਏ ਸੀ ਉਸ ਦਿਨ ਵੀ। ਹੁਣ ਗੱਲ ਸਾਰਿਆਂ ਤੋਂ ਵੱਡੀ ਇਹ ਹੈ, ਜਿਵੇਂ ਕਾਲਰਸ ਹੋਰ ਵੀ ਕਹਿ ਕੇ ਗਏ ਆ, ਮੇਰੇ ਨਾਲੋਂ ਮੇਰਾ ਖਿਆਲ ਹੈ ਵੀ ਸਾਰੇ ਹੀ ਸਿਆਣੇ ਆ। ਜਦੋਂ ਤੱਕ ਅਸੀਂ ਇਸ ਗੱਲ ਨੂੰ ਨਹੀਂ ਸਮਝ ਲੈਂਦੇ ਕਿ ਸਾਡੀ ਜਿਹੜੀ ਸਾਰੀ ਸ਼ਕਤੀ ਹੈ ਉਹਨੂੰ ਵਰਤ ਕੌਣ ਰਿਹਾ ਹੈ, ਵਰਤ ਉਹੀ ਗਰੁੱਪ ਰਿਹਾ ਜਿਹੜਾ ਅੱਜ ਤੱਕ ਪਰਜੀਵੀ ਗਰੁੱਪ ਸੀ, ਹੁਣ ਵੀ ਉਹ ਪਰਜੀਵੀ ਹੈ। ਭਾਵੇਂ ਉਹ ਸੱਤਾ ਤੇ ਕਾਬਜ ਹੈ ਪਰ ਉਹ ਹੈ ਪਰਜੀਵੀ। ਕਮਾਈ ਕੋਈ ਕਰਦਾ ਹੈ ਤੇ ਖਾਂਦਾ ਕੋਈ ਹੈ। ਉਹਨੂੰ ਇਸ ਤੇ ਕਿਸੇ ਹੱਦ ਤੱਕ ਅਸੀਂ ਅੱਗੇ ਤਾਂ ਹੀ ਆ ਸਕਾਂਗੇ ਜੇ ਅਸੀਂ ਜਿਹੜਾ ਗੁਰੂ ਸਾਹਿਬਾਨ ਨੇ ਸਾਨੂੰ ਸ਼ਸਤਰ ਤੇ ਸ਼ਾਸਤਰ ਦੀ ਗੱਲ ਦਿੱਤੀ ਹੈ, ਸਾਨੂੰ ਸੰਤ ਸਿਪਾਹੀ ਬਣਾਇਆ, ਉਹ ਜਦੋਂ ਤੱਕ ਅਸੀਂ ਨਹੀਂ ਸਮਝ ਸਕਦੇ। ਇਸ ਗੱਲ ਨਾਲ ਮੈਂ ਬਿਲਕੁਲ 100% ਸਹਿਮਤ ਹਾਂ ਕਿ ਜਿਹੜੀ ਗੱਲ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕੀਤੀ ਹੈ ਕਿ ਜਦੋਂ ਤੁਸੀਂ ਨਾਪਾਕ ਕਦਮ ਇੱਥੇ ਦਰਬਾਰ ਸਾਹਿਬ ਲਿਆਏ ਤੇ ਖਾਲਿਸਤਾਨ ਦੀ ਨੀਂਹ ਰੱਖੀ, ਜੋ ਉਹ ਨੀਂਹ ਵਾਕਿਆ ਹੀ ਰੱਖੀ ਗਈ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਇਹ ਨੀਂਹ ਰੱਖੀ ਗਈ ਹੈ, ਹੋ ਸਕਦਾ ਪਤਾ ਨਹੀਂ ਕਦੋਂ ਇਹ ਸਾਨੂੰ ਹਾਸਲ ਹੋਵੇ, ਪਰ ਇਹਦੇ ਵਾਸਤੇ ਜਿਹੜਾ ਪਰਜੀਵੀ ਗਰੁੱਪ ਹੈ ਉਹ ਕਦੇ ਵੀ ਸਾਨੂੰ ਉੱਠਣ ਨਹੀਂ ਦੇਊਗਾ, ਕਿਉਂਕਿ ਉਸ ਗਰੁੱਪ ਦਾ ਇੱਕ ਬਹੁਤ ਵੱਡਾ ਖਾਸਾ ਹੈ।
ਉਹ ਸਾਡੇ ਜਿਹੜੇ ਕਮਾਈ ਕਰਨ ਵਾਲੇ ਜਿਹੜਾ ਉਸ ਦੇ ਵਿੱਚੋਂ ਆਪਣੇ ਨਾਲ ਬੰਦੇ ਰਲਾ ਲੈਂਦਾ, ਹੋਰ ਪਰਜੀਵੀ ਵਿੱਚੋਂ ਪੈਦਾ ਕਰੀ ਜਾਂਦਾ। ਉਹ ਜਿਹੜੀ ਚੀਜ਼ ਹੈ ਅੱਜ ਵੀ ਤੇ ਕੱਲ ਨੂੰ ਵੀ ਮੈਨੂੰ ਲੱਗਦਾ ਵੀ ਜੇ ਉਹ ਕੱਲ ਸੀ ਤੇ ਅੱਜ ਹੈ ਤੇ ਭਲਕੇ ਵੀ ਉਹ ਰਹਿ ਰਹੀ ਹੈ, ਉਹ ਸਾਡੇ ਮਗਰੋਂ ਨਹੀਂ ਲੈ ਰਹੀ। ਉਹਦੇ ਵਾਸਤੇ ਸਾਨੂੰ ਜੇ ਕੁਛ ਸਾਡੀ ਕੌਮ, ਸਾਡੇ ਬੁੱਧੀਜੀਵੀ ਕਰ ਸਕਣ, ਸ਼ਾਸਤਰ ਨੂੰ ਪਹਿਲਾਂ ਅੱਗੇ ਲਿਆ ਕੇ ਤੇ ਆਪਣਾ ਸ਼ਾਸਤਰ ਨੂੰ ਲਿਆ ਕੇ ਤੇ ਫਿਰ ਅਸੀਂ ਸ਼ਾਸਤਰ ਵਰਤੀਏ, ਉਹੀ ਇੱਕੋ ਚੀਜ਼ ਹੈ ਜਿਹੜੀ ਸਾਨੂੰ ਬਚਾ ਸਕਦੀ ਹੈ। ਸੋ ਮੈਂ ਤੁਹਾਡਾ ਧੰਨਵਾਦੀ ਹਾਂ ਅਜੇਪਾਲ ਸਿੰਘ ਉਹਨਾਂ ਨੂੰ ਵੀ ਵਧਾਈ ਦਿੰਦਾ ਕਿ ਉਹਨਾਂ ਨੇ ਐਡਾ ਵਧੀਆ ਇਹ ਲਿਆਂਦਾ। ਪਰਮਾਤਮਾ ਕਰੇ ਕਿ ਅਸੀਂ ਉਹੀ ਸੰਤ ਸਿਪਾਹੀ ਬਣ ਕੇ ਤੇ ਆਪਣੀ ਕੌਮ ਨੂੰ ਬਚਾ ਸਕੀਏ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਇੱਕ ਜਿਹੜੀ ਸਰ ਜੀ ਨੇ ਮਹਿੰਦਰ ਸਿੰਘ ਉਹਨਾਂ ਨੇ ਗੱਲ ਕੀਤੀ, ਐਜੂਕੇਸ਼ਨ ਪੜ੍ਹਾਈ ਜਿਹੜੀ ਹੈ ਉਹ ਸਾਡਾ ਜਿਹੜਾ ਰੂਪ ਉੱਥੇ ਸਾਨੂੰ ਜਿਹੜਾ ਲੈਵਲ ਦਾ ਹੋਣਾ ਚਾਹੀਦਾ। ਮੈਂ ਹੈਰਾਨ ਹੋ ਗਿਆ ਜਦ ਤੁਸੀਂ ਫਰਦਰ ਪੜ੍ਹਦੇ ਹੋ, ਇਹ ਕੋਸ਼ਿਸ਼ ਕਰਦੇ ਹੋ ਕਿ ਕੀ ਚੀਜ਼ਾਂ ਦੁਨੀਆ ਦੇ ਵਿੱਚ। ਇੱਕ ਸ਼ੌਕ ਡਾਕਟਰੀਨ ਕਿਤਾਬ ਆ ਨਯੋਮੀ ਕਲੇਨ ਦੀ, ਉਹ ਪੜ੍ਹਨ ਵਾਲੀ ਆ ਅੰਗਰੇਜ਼ੀ ਦੀ, ਤੇ ਉਹਦੇ 'ਚ ਪਤਾ ਲੱਗਦਾ ਵੀ ਸਦਮੇ ਤੋਂ ਬਾਅਦ ਫਿਰ ਨਵੀਆਂ ਪਰਤਾਂ ਕਿਵੇਂ ਪਾਈਆਂ ਜਾਂਦੀਆਂ। ਘਰ ਢਾਹ ਕੇ ਨਵੇਂ ਚੁਬਾਰੇ ਜਿਹੜਾ ਸਾਨੂੰ ਸ਼ੌਕ ਦਿੱਤਾ, ਉਹ ਸ਼ੌਕ ਦੇ ਵਿੱਚ ਜਿਹੜੇ 3 ਸਿਸਟਮ ਉਹਨਾਂ ਨੇ ਐਜੂਕੇਸ਼ਨ ਸਿਸਟਮ ਖਤਮ ਕੀਤਾ। ਜਿਹੜਾ ਪੰਜਾਬੀ ਮਾਂ ਬੋਲੀ ਦੇ ਆਧਾਰ ਤੇ ਖਿੱਤਾ ਸੀ ਉਹ ਹਿੰਦੀ ਬੋਲਣ ਵਾਲਾ 70% ਕਰ ਦਿੱਤਾ, ਕਨਵੈਂਟਾਂ ਦੇ ਵਿੱਚ ਹਿੰਦੀ ਬੋਲੀ ਜਾਂਦੀ ਹੈ। ਹੈਲਥ ਸਿਸਟਮ, ਡਾਕਟਰਾਂ ਦੀਆਂ ਧਾੜਾਂ ਜਿਹੜਾ ਬੁਰਾ ਹਾਲ ਕਰ ਰਹੀਆਂ ਪੰਜਾਬ ਦੇ ਵਿੱਚ, ਜਿੱਥੇ ਉਹ ਇਲਾਜ ਤਾਂ ਕਰ ਰਹੀਆਂ ਪਰ ਉਹ ਕੀ ਕਰ ਰਹੀਆਂ ਇਹ ਨਹੀਂ ਪਤਾ। ਹਰੇ ਇਨਕਲਾਬ ਕਰਕੇ, ਪੈਸਟੀਸਾਈਡ ਤੇ এনवायरमेंट ਕਰਕੇ ਜਿਹੜੀ ਫਰਟੀਲਿਟੀ ਰੇਟ ਘਟਿਆ, ਉਹਦੇ ਬਾਅਦ ਫਿਰ ਹੁਣ ਜਿਹੜੇ ਬੱਚੇ ਦੇਣ ਵਾਲੇ ਕਲੀਨਿਕ ਨੇ ਉਹ ਕਿਹੜੀ ਨਸਲ ਨੂੰ ਪੰਜਾਬ ਦੇ ਵਿੱਚ ਸ਼ੁਰੂ ਕਰ ਰਹੇ ਨੇ, ਕਿਹੜੀ ਬਲੱਡ ਲਾਈਨ ਕਰ ਰਹੇ ਨੇ, ਕੌਣ ਸਪਰਮ ਡੋਨਰ ਹੈ ਉਹ ਨਹੀਂ ਪਤਾ। ਦੂਸਰਾ ਤੀਸਰਾ ਜਿਹੜਾ ਸਭ ਤੋਂ ਵੱਡੀ ਬਰਬਾਦੀ ਹੋਈ ਪੰਜਾਬ ਦੇ ਵਿੱਚ, ਉਹ ਸਾਡੀ ਕੀਤੀ ਜਿਹੜੀ ਸੱਭਿਆਚਾਰ ਨੇ। ਮਿਊਜ਼ਿਕ ਇੱਕ ਅਜਿਹਾ ਦੁਨੀਆ ਦੇ ਵਿੱਚ ਹੀ ਹੈ ਜਿਹੜੀ ਮੈਸਮਰਾਈਜ਼ ਕਰਦੀ ਹੈ। ਮਿਊਜ਼ਿਕ ਦੇ ਨਾਲ ਬੰਦਾ ਬੰਨਿਆ ਜਾਂਦਾ। ਬਿਲਕੁਲ 95 ਤੱਕ ਘਰ ਦੀ ਸ਼ਰਾਬ ਹੋਵੇ, ਆਪਣਾ ਪੰਜਾਬ ਹੋਵੇ, ਇਹੋ ਜਿਹਾ ਕੁਛ ਨਹੀਂ ਸੀ। ਨਸ਼ੇ ਕਿਤੇ ਵੀ ਓਪਨਲੀ ਜਿਹੜੇ ਨੇ ਉਹ ਪ੍ਰਚਾਰੇ ਨਹੀਂ ਗਏ ਪੰਜਾਬ ਦੇ ਵਿੱਚ 95 ਤੱਕ। ਠੇਕੇ ਤੇ ਖੜਾ ਬੰਦਾ ਸ਼ਰਮ ਮੰਨਦਾ, ਮੂੰਹ ਲਪੇਟ ਕੇ ਠੇਕੇ ਤੇ ਜਾਇਆ ਜਾਂਦਾ, ਜੇ ਪਿੰਡ 'ਚ ਕੋਈ ਜਾਂਦਾ ਵੀ ਬਹੁਤ ਸ਼ਰਮ ਮੰਨਦੇ। ਤੇ ਹਥਿਆਰ ਸਿਰਫ ਤੇ ਸਿਰਫ ਅਣਖ ਦੇ ਲਈ ਹੋਈ ਜਿਹੜੇ ਨੇ ਸਵੈਮਾਨ ਦੇ ਲਈ ਰੱਖੇ ਗਏ। ਭਗਵਤੀ ਸਿਮਰਨ ਦੀ ਗੱਲ, ਉਹਦੇ ਬਾਅਦ ਹਥਿਆਰਾਂ ਦਾ ਜਿਹੜਾ ਰੂਪ 1995 ਦੇ ਬਾਅਦ ਇਹ ਗਾਇਕਾਂ ਨੇ ਸਾਡੇ ਸਨਮੁਖ ਕੀਤਾ। ਉਹਨਾਂ ਨੇ ਸਾਡੀ ਆਉਣ ਵਾਲੀ ਪੀੜ੍ਹੀ ਦੀ ਸੋਚ ਬਦਲ ਕੇ ਜਿਹੜਾ ਸੱਤਿਆਨਾਸ਼ ਕੀਤਾ। ਤਿੰਨੇ ਚੀਜ਼ਾਂ ਉਹਨਾਂ ਨੇ ਬਦਲੀਆਂ। ਸਭ ਤੋਂ ਵੱਡੀਆਂ ਕੈਟਰੀਨਾ ਜਦ ਆਇਆ ਹੈਰੀਕੇਨ, ਨਿਊ ਔਰਲੀਨਜ਼ ਦੇ ਵਿੱਚ 130 ਸਰਕਾਰੀ ਸਕੂਲ ਸੀ ਤੇ 4 ਪ੍ਰਾਈਵੇਟ ਸਕੂਲ ਸੀ। ਜਦ ਕੈਟਰੀਨਾ ਨੇ ਸਭ ਕੁਝ ਖਤਮ ਕਰ ਦਿੱਤਾ, ਸਕੂਲ ਉਹਨੇ ਹੀ ਸੀ ਪਰ 130 ਪ੍ਰਾਈਵੇਟ ਤੇ 4 ਸਰਕਾਰੀ। ਇਸ ਤਰ੍ਹਾਂ ਬਰਬਾਦੀ ਜਿਹੜੀ ਹੁੰਦੀ ਹੈ। ਇਸੇ ਤਰ੍ਹਾਂ ਇਰਾਕ ਵਾਰ ਦੇ ਵਿੱਚ ਜਿਹੜੇ 48 ਦੇ ਕਰੀਬ ਕੰਟਰੈਕਟਰਾਂ ਨੂੰ ਠੇਕਾ ਦੇ ਕੇ ਕਿਵੇਂ ਉੱਥੇ ਵਸਾਇਆ ਗਿਆ, ਕਿਵੇਂ ਉਹਨਾਂ ਨੇ ਕਮਾਈਆਂ ਕੀਤੀਆਂ ਇਰਾਕ ਦੇ ਨਾਂ ਤੇ। ਉੱਥੇ ਲੱਗਦਾ ਲੋਕਾਂ ਨੂੰ ਵੀ ਸਰਕਾਰ ਮਿਲਟਰੀ ਸਾਰੀ ਅਮਰੀਕਾ ਦੀ ਤੁਰੀ ਫਿਰਦੇ, ਨੋ ਠੇਕੇਦਾਰ ਉੱਥੇ 48 ਤੇ 50 ਠੇਕੇਦਾਰ ਵੱਡੀਆਂ ਕੰਪਨੀਆਂ। ਸ਼ੌਕ ਡਾਕਟਰੀਨ ਜਾਂ ਸਦਮੇ 'ਚ ਦੇ ਕੇ ਨਵੀਂ ਪਰਤ ਚੜ੍ਹਨੀਆਂ, ਉਹਦਾ ਇੱਕ ਵੱਡਾ ਕਾਰਨ ਸੀ 1984 ਦਾ ਤੀਸਰਾ ਘੱਲੂਘਾਰਾ। ਇਸ ਦੀਆਂ ਪਰਤਾਂ ਹਰ ਸਾਲ ਨਵੀਆਂ ਖੁੱਲ੍ਹਦੀਆਂ ਨੇ। ਜਿਉਂ ਅਕਲ ਆਉਂਦੀ ਆ ਤਿਉਂ ਆਪਾਂ ਇਸ ਤੇ ਗੱਲ ਕਰਦੇ ਹਾਂ। ਉਹ ਸਾਡਾ ਰੂਪ ਹੈ ਜ਼ਰੂਰ, ਜਿਹੜੇ ਸਾਨੂੰ ਅਸ ਕਿਰਪਾਨ ਖੰਡੋ ਖੜਕ ਤੁਰਕ ਤਬਰ ਔਰ ਤੀਰ ਸਹਿਬ ਸਰੋਹੀ 37 ਜਹ ਹਮਾਰੇ ਪੀਰ। ਉਹ ਪੀਰ ਕਿਆ ਦਸਮ ਪਿਤਾ, ਪਰ ਉਦੋਂ ਪਹਿਲਾਂ ਭਗਤੀ ਹੈ। ਭਗਤੀ ਨੂੰ ਸਾਂਭਣ ਲਈ ਸ਼ਕਤੀ। ਜਦ ਆਪਾਂ ਸ਼ੁਰੂ ਸ਼ਕਤੀ ਤੋਂ ਕਰਾਂਗੇ ਫਿਰ ਦੁਸ਼ਮਣ ਨੂੰ ਬਾਤ ਨਾ ਹੋਣੀ ਕਹਿ ਕੇ ਕੁੱਟਣ ਦਾ ਜਿਹੜਾ ਸਾਨੂੰ ਬਹੁਤ ਵਧੀਆ ਜਿਹੜਾ ਸਮਾਂ ਮਿਲੇਗਾ। ਵਾਇਲੈਂਸ ਨਾਂ ਦੇ ਨਾਲ ਕੁੱਟਿਆ ਜਾਂਦਾ, ਪਰ ਵਾਇਲੈਂਸ ਇਹ ਦੁਨੀਆ ਦਾ, ਬ੍ਰਹਿਮੰਡ ਦਾ, ਇਹ ਧੰਦੂਕਾਰੇ ਦਾ, ਇਹ ਸਭ ਤੋਂ ਵੱਡੇ ਬੈਂਗ ਦਾ ਜਿਹੜਾ ਸ਼ੁਰੂਆਤ ਹੈ ਜਿਹੜੀ ਉਹ ਵਾਇਲੈਂਸ ਹੈ। ਧਰਤੀ ਦੀ ਹਿੱਕ ਦੇ ਵਿੱਚ ਜਿਹੜਾ ਜੇ ਹਲ ਨਾ ਫੇਰਿਆ ਜਾਵੇ ਤਾਂ ਬੀਜ ਨਹੀਂ ਵਿੱਚ ਪੁੰਗਰਦਾ। ਬੀਜ ਜਦ ਪੁੰਗਰਦਾ ਧਰਤੀ ਦੀ ਸਤਾ ਪਾੜ ਕੇ ਵਿੱਚੋਂ ਨਿਕਲਦਾ, ਜਿਹਨਾਂ ਰੋਟੀ ਖਾਂਦੇ ਆ। ਹਰ ਜਗ੍ਹਾ ਵਾਇਲੈਂਸ ਹੈ। ਝਰਨੇ ਨਿਕਲਦੇ ਨੇ, ਪੱਥਰਾਂ ਨੂੰ ਪਾੜ ਕੇ ਨਿਕਲਦੇ ਨੇ, ਜਿਨ੍ਹਾਂ ਦੇ ਸੱਭਿਅਤਾ ਜਿਹੜੇ ਨਾਲ ਜਿਹੜੀ ਪਨਪੀ ਹੈ। ਬਹੁਤ ਵਧੀਆ ਬਰਾੜ ਸਾਹਿਬ ਨੇ ਜਿਹੜੀ ਗੱਲ ਕੀਤੀ ਵੀ ਟ੍ਰਾਂਸਫਰ ਆਫ ਪਾਵਰ ਜਿਹੜੀ ਉਹ ਸਾਮਰਾਜ
ਮੰਗੋਲ, ਮੁਗਲ ਤੇ ਉਸ ਤੋਂ ਬਾਅਦ ਦਰਾਨੀ, ਅਫਗਾਨੀ, ਗੋਰਿਆਂ ਤੋਂ ਬਾਅਦ ਬਣਿਆ ਬਣਾਇਆ ਜਿਹੜਾ ਟਰਾਂਸਫਰ ਹੋਈ, ਉਹਦੇ ਵਿੱਚ ਕੀ ਕੀ ਹੋਇਆ ਆਉਣ ਵਾਲੇ ਦਿਨਾਂ 'ਚ ਕਰਾਂਗੇ ਸ਼ੁਰੂ। ਵਪਾਰਕ ਸੰਦੇਸ਼ਾਂ ਤੋਂ ਬਾਅਦ ਕੁਝ ਖਬਰਾਂ ਮੇਨ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਹੁਣੇ ਖਬਰਾਂ ਜਿਹੜੀਆਂ ਮੋਟੀਆਂ ਤੁਹਾਨੂੰ ਸੁਣਾ ਦੇਵਾਂ ਜੀ। ਅਮਰੀਕਾ ਜਿਹੜਾ ਮਿਸਟਰ ਫਲੋਇਡ ਦੇ ਇੱਕ ਕਤਲ ਹੀ ਹੈ, 8.5 ਮਿੰਟ ਧੌਣ ਤੇ ਗੋਡਾ ਰੱਖ ਕੇ ਆਫੀਸਰ ਚੌਵਨ ਨੇ ਚੱਕਿਆ ਨਹੀਂ। ਹੁਣ ਟੱਬਰ ਵੀ ਗਿਆ ਤੇ ਤੀਜੇ ਦਰਜੇ ਦਾ ਕਤਲ ਵੀ ਹੈ, ਨਾਲੇ ਜੇਲ੍ਹ 'ਚ ਸੜੂ, ਨਾਲੇ ਘਰ ਵਾਲੀ ਗਈ ਜਿਹੜੀ ਮਿਸਿਸ ਮਿਨੀਸੋਟਾ ਸੀ ਜਿਹਨੇ ਖਿਤਾਬ ਜਿੱਤਿਆ ਸੀ। ਉਹਨੇ ਡਿਵੋਰਸ ਜਿਹੜਾ ਉਹ ਫਾਈਲ ਕਰ ਦਿੱਤਾ, ਕਹਿੰਦੀ ਮੈਂ ਹਜੇ ਕਾਤਲ ਬੰਦੇ ਨਾਲ ਨਹੀਂ ਰਹਿੰਦੀ ਜਿਹਨੇ 8.5 ਮਿੰਟ ਕਿਸੇ ਦੀ ਧੌਣ ਤੇ ਗੋਡਾ ਰੱਖਿਆ। ਸਾਹ ਜਦ ਤੱਕ ਮੁੱਕ ਨਹੀਂ ਗਏ ਉਹ ਹਟਿਆ ਨਹੀਂ। ਸਰਪੰਚ ਅੰਦਰੋਂ ਲਲਕਰੇ ਮਾਰੀ ਜਾਂਦਾ, ਬੈਠਾ ਥੱਲੇ ਬੰਕਰ 'ਚ ਆ, ਕਹਿੰਦਾ ਇਹ ਜਿਹੜੇ ਗਵਰਨਰ ਨੇ ਵੀਕ ਨੇ, ਇਹ ਦੱਬਦੇ ਨਹੀਂ ਪ੍ਰੋਟੈਸਟ, ਇਹਨਾਂ ਨੂੰ ਧੱਕੇ ਨਾਲ ਦੱਬੋ। ਨੈਸ਼ਨਲ ਗਾਰਡ ਨੇ ਜਿਹੜੇ ਉਹ ਸਟੇਟਸ ਦੇ ਵਿੱਚ ਲਾ ਦਿੱਤੇ ਨੇ, ਕਰਫਿਊ ਲੱਗ ਦਿੱਤਾ। ਦੁੱਖ ਦੀ ਕਹਾਣੀ ਇਹ ਹੈ ਕਿ ਉਹ ਉਸਦੇ ਮੌਤ ਦੇ ਸੰਬੰਧੀ ਮਜ਼ਾਰੇ ਤਾਂ ਕਰੋ, ਧੱਕਾ ਹੋਇਆ, ਰੇਸਿਜ਼ਮ ਹੈ, ਪਰ ਜਿਹੜਾ ਲੋਕਾਂ ਨੂੰ ਲੁੱਟਦੇ ਹੋ ਉਹ ਬਹੁਤ ਮਾੜੀ ਗੱਲ ਹੈ। ਜਿਹੜੇ ਸਟੋਰ ਲੁੱਟਦੇ ਹੋ, ਲੋਕਾਂ ਨੂੰ ਗਰੀਬ ਮਾਰ ਕਰਦੇ ਹੋ, ਉਹ ਕਹਾਣੀ ਮਾੜੀ ਆ। ਉਹਦੇ 'ਚ ਹੁਣ ਕੱਲੇ ਕਾਲੇ ਨਹੀਂ, ਗੋਰੇ ਵੀ ਨੇ ਭੱਜੇ ਆਉਂਦੇ ਦਿਖਦੇ ਆ। ਕਿਤੇ ਕੂ ਕਲੈਕਸ ਕਲੈਨ ਵਾਲੇ ਹੀ ਨਾ ਕਿਤੇ ਵਾਈਟ ਸੁਪਰਮੈਸਿਸਟ ਨਾ ਜਾਣ ਕੇ ਇਹਨਾਂ ਦਾ ਫੇਲ ਕਰਨ ਨੂੰ ਕਰਦੇ ਹੋਣ। ਤੇ ਸਟੋਰ ਜਿਹੜੇ ਲੁੱਟ ਰਹੇ ਨੇ, ਸਟੋਰਾਂ ਨੂੰ ਅੱਗ ਲਾ ਰਹੇ ਨੇ, ਉਹ ਨਹੀਂ ਸਮਝ। ਪਰ ਗਰੀਬ ਉਹ ਕਹਿੰਦੇ ਵੀ ਸਾਡੀ ਜਦ ਸੁਣਦਾ ਹੀ ਕੋਈ ਨਹੀਂ ਤਾਂ ਅਸੀਂ ਕੀ ਕਰੀਏ। ਇਹ ਜਿਹੜਾ ਇੱਕ ਵੱਡਾ ਇਸ਼ੂ ਹੈ। ਤੇ BC ਦੀ ਸੂਬਾ ਸਰਕਾਰ ਨੇ ਜਿਹੜਾ ਇਹ ਕਿਹਾ ਕਿ ਫਾਈਨੈਂਸ ਮਿਨਿਸਟਰ ਕੈਰਲ ਜੇਮਸ ਨੇ ਵੀ ਲੈਂਡਲੋਰਡ ਜਿਨ੍ਹਾਂ ਨੇ ਕੈਨੇਡਾ ਦਾ ਐਮਰਜੈਂਸੀ ਕਮਰਸ਼ੀਅਲ ਰੈਂਟ ਰਿਲੀਫ ਪ੍ਰੋਗਰਾਮ ਦੇ ਵਿੱਚ ਚਾਹੇ ਪੈਸੇ ਸਾਤੋਂ ਲਏ ਨੇ ਚਾਹੇ ਨਹੀਂ ਲਏ, ਪਰ ਬਿਜ਼ਨਸ ਵਾਲਿਆਂ ਨੂੰ ਨਹੀਂ ਕੱਢ ਸਕਦੇ ਜਿਹੜੇ ਰੈਂਟ ਨਹੀਂ ਪੇ ਕਰ ਸਕਦੇ। ਹੁਣੇ ਉਹਨਾਂ ਨੇ ਦੱਸਿਆ ਵੀ ਇਹ ਖਿਆਲ ਰੱਖਿਆ ਜਾਵੇ। ਜਿਹੜਾ ਸਨੋਬਰਡ ਦਾ ਇੱਕ ਜਹਾਜ਼ ਜਿਹੜੀਆਂ ਉੱਠੀਆਂ ਸਿੱਧੀਆਂ ਬਾਜ਼ੀਆਂ ਜਿਨ੍ਹਾਂ ਨੇ ਲਵਾਉਣੇ, ਉਹ ਜਿਹੜਾ ਡਿੱਗ ਪਿਆ ਸੀ ਕੈਮਲੂਸ ਦੇ ਵਿੱਚ, ਉਹਦੀ ਇਨਵੈਸਟੀਗੇਸ਼ਨ ਇਹ ਆਈ ਹੈ ਕਿ ਇੱਕ ਜਾਨਵਰ ਜਿਹੜਾ ਪਰਿੰਦਾ ਇੱਕ ਜਿਹੜਾ ਉਹ ਬਰਡ ਹੈ ਜਿਹੜਾ ਉਹ ਆ ਕੇ ਉਹਦੇ ਵਿੱਚ ਲੱਗਿਆ, ਜਿਹਨੇ ਉਸ ਨੂੰ ਥੱਲੇ ਸੁੱਟਿਆ ਤੇ ਉਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਦੁਨੀਆ ਉਸ ਨਾਲ ਹੀ ਬੈਂਕਾਂ ਜਿਹੜੀਆਂ ਨੇ ਛਿੱਲ ਲਾ ਰਹੀਆਂ ਨੇ। $2000 ਤਾਂ ਇੱਕ ਬੰਨੇ ਦੇ ਰਹੇ ਨੇ, ਲੈ ਲਓ ਜੀ ਐਮਰਜੈਂਸੀ ਪ੍ਰੋਗਰਾਮ ਤੇ ਥੱਲੇ। ਪਰ ਜਿਹੜੇ ਗਰੀਬ ਮੋਸਟਲੀ ਫਸਟ ਟਾਈਮ ਬਾਇਰਸ ਨੇ, ਜਿਨ੍ਹਾਂ ਨੇ ਸਾਰਾ ਕੁਛ ਕਰੋੜ ਕੇ ਪਹਿਲਾਂ ਘਰ ਲਿਆ, ਉਹਨਾਂ ਨੂੰ ਬਹੁਤ ਮੁਸ਼ਕਲ ਹੋ ਰਿਹਾ। ਆਟਵਾ ਦੀ ਇੱਕ ਜਿਹੜੀ ਰੀਅਲਟਰ ਸੀ ਕ੍ਰਿਸਟੀਨਾ ਬੈਰੀਬੀਨਾ, ਉਹ ਜਦ ਹੁਣ ਉਹਦਾ ਕੰਮ ਘੱਟ ਗਿਆ, ਘਰ ਵੇਚਣਾ ਪਿਆ, ਉਹ ਕਹਿੰਦੀ ਮੈਨੂੰ $30,000 ਦੀ ਫਿਕਸ ਮੌਰਗੇਜ ਦੀ ਪੈਨਲਟੀ ਲਾਤੀ TD ਕੈਨੇਡਾ ਟਰਸਟ ਨੇ, TD ਬੈਂਕ ਨੇ। $30,000। ਉਹ ਕਹਿੰਦੀ ਮੈਂ ਪੈਨਾਡੈਮਿਕ ਕਰਕੇ ਇਸ ਮਹਾਮਾਰੀ ਕਰਕੇ ਮੈਂ ਇਹਦੀਆਂ ਕਿਸ਼ਤਾਂ ਨਹੀਂ ਦੇ ਸਕੀ, $2700 ਸਾਡੇ ਮੇਰੇ ਰੈਂਟ ਵਾਲੇ ਭੱਜ ਗਏ ਵਿੱਚੇ। ਇੱਕ ਮੈਂ ਸਵੀਟ Airbnb ਨੂੰ ਰੈਂਟ ਕਰਦੀ, ਉਹ ਭੱਜ ਕੇ ਮੇਰੇ 2700 ਪੇ ਨਹੀਂ ਕਰ ਰਿਹਾ, ਲਿਸਟਿੰਗ ਖਤਮ ਹੋ ਗਈ ਤੇ ਮੈਨੂੰ ਘਰ ਵੇਚਣਾ, ਮੈਨੂੰ ਛੱਡਣਾ ਪਿਆ, ਘਰ ਵਿੱਚ ਛੱਡਣਾ ਪਿਆ। ਉਹ ਕਹਿੰਦੇ 30,000 ਇੱਥੇ ਰੱਖ ਪੈਨਲਟੀ। ਇੱਕ ਬੰਦੇ 2000 ਦੇ ਰਹੇ ਆ, ਇੱਕ ਬੰਦੇ 30,000 ਬੈਂਕਾਂ ਜਿਹੜੀ ਛਿੱਲ ਲਾ ਰਹੀਆਂ ਨੇ ਆਟਵਾ ਦੇ ਵਿੱਚ, ਉਸ ਨੂੰ ਘਰ ਵੇਚਣਾ ਪਿਆ। ਤੇ ਪੈਨਲਟੀਜ਼ ਨੇ ਜਿਹੜੀਆਂ ਉਹ ਬਹੁਤ ਜ਼ਿਆਦਾ ਨੇ, ਪੈਨਲਟੀਜ਼ ਵੱਧਦੀਆਂ ਜਾਂਦੀਆਂ ਨੇ। ਇਸ ਤਰ੍ਹਾਂ ਫਲੋਰਾ ਕੈਨੈਰੀ ਤੇ ਉਸਦਾ ਘਰ ਵਾਲਾ ਮੁਹੰਮਦ ਮਹਿੰਦਿਓਰ, ਉਸਨੇ ਦੱਸਿਆ ਕਿ ਆਟਵਾ ਦੇ ਵਿੱਚੋਂ ਸਾਡਾ ਘਰ ਅਸੀਂ ਜਿਹੜਾ ਉਹ ਲਿਆ ਸੀ ਤੇ ਦੂਜੀ ਜਗ੍ਹਾ ਗਿਆ, ਫਿਕਸ ਮੌਰਗੇਜ ਦਾ ਰੇਟ ਸਾਡਾ 3.5% ਸੀ ਤੇ ਜਿਉਂ ਕਹਿੰਦਾ ਇੰਟਰਸਟ ਰੇਟ ਘਟਾ ਦਿੱਤਾ ਤੇ ਉਹ ਤੋਂ ਸਾਡੀ ਕਹਿੰਦੇ ਜਿਹੜੀ ਪੈਨਲਟੀ ਵੱਧ ਗਈ 8,000 ਪੈਨਲਟੀ। ਹਾਲਾਂਕਿ ਮੂਵ ਇਹ ਕਰਨਾ ਸੀ, ਪਹਿਲਾਂ 8 ਸੀ, ਮਾਰਚ 'ਚ ਜਦ ਸਰਕਾਰ ਨੇ ਰੇਟ ਘਟਾਤਾ ਕਹਿੰਦੇ ਹੁਣ ਤੇਰੀ 12,000 ਹੋ ਤੇ ਹਾਲਾਂਕਿ ਮੌਰਗੇਜ ਮੂਵ ਕਰਨੀ ਸੀ। ਤੋ ਇਹ ਜਿਹੜੀ ਵੱਡੀ ਗੱਲ ਹੋ ਰਹੀ ਹੈ। ਲੋਕਲ 2-2000 ਨੇ ਕੀ ਕਰਨਾ ਜਦ ਬੈਂਕਾਂ ਨੂੰ ਨੱਥ ਨਹੀਂ ਪੈਂਦੀ। ਜੇ ਡਿਫਰ ਕਰ ਲਓ ਜੀ, ਅੱਗੇ ਕਰ ਲਓ, ਕਿਸ਼ਤਾਂ ਅੱਗੇ ਕਰਾ ਕੇ ਪਤਾ ਲੱਗੂ ਨਾ, 2 ਕਿਸ਼ਤਾਂ 4,000 ਦੀਆਂ ਕਰਾ ਕੇ ਜਦ ਪੈਂਦੀਆਂ 12,000 'ਚ ਨੇ, ਪਤਾ ਉੱਥੇ ਲੱਗਦਾ। ਇਹ ਬਹੁਤ ਜਿਹੜੀ ਵੱਡੇ ਇਸ਼ੂ ਨੇ ਜਿਹੜੇ ਠੀਕ ਕਰਨੇ ਪੈਣੇ ਨੇ। ਉਧਰ ਸਪੇਸਐਕਸ ਦਾ ਡਰੈਗਨ
ਕੱਲ ਸੁਨੇਹਾ 7:16 ਤੇ ਜਿਹੜਾ ਆਈਸਿਸ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਨਾਲ ਜਾ ਲੱਗਿਆ 20 ਮਿੰਟ 25 ਮਿੰਟ ਪਹਿਲਾਂ, ਤੇ ਉਹਦੇ ਬਾਅਦ 3 ਘੰਟਿਆਂ ਬਾਅਦ ਦੋਨੇ ਐਸਟਰੋਨੌਟ ਜਿਹੜੇ ਖਗੋਲ ਵਿਗਿਆਨੀ ਸੀ ਉਹ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਅੰਦਰ ਚਲੇ ਗਏ। ਬੌਬ ਵੈਨਕਨ ਤੇ ਡਗ ਹਰਟਲੀ ਬਿਲਕੁਲ ਐਂ ਬੈਠਾ ਸੀ ਜਿਵੇਂ ਬਾਹਰਲੀ ਬੈਠਕ 'ਚ ਬੰਦਾ ਬੈਠਾ ਹੁੰਦਾ। ਇੰਨੀ ਕਲੀਅਰ ਕਮਿਊਨੀਕੇਸ਼ਨ ਤੇ ਕਲੀਅਰ ਜਿਹੜੀ ਆਵਾਜ਼ ਹਿਊਸਟਨ ਕਮਾਂਡ ਸੈਂਟਰ ਦੇ ਨਾਲ ਉਹਨਾਂ ਦੀ ਗੱਲ ਹੋ ਰਹੀ ਸੀ। ਉਸ ਨੂੰ 3 ਘੰਟੇ ਸਵੇਰੇ ਲੋਕਾਂ ਨੇ ਵੇਖਿਆ ਤੇ ਨਵਾਂ ਇੱਕ ਈਰਾ ਜਿਹੜਾ ਉਹ ਸਟਾਰਟ ਹੋ ਗਿਆ। ਪਹਿਲਾਂ 3 ਵਿਗਿਆਨੀ ਉੱਥੇ ਨੇ, ਐਸਟਰੋਨੌਟ 2 ਇਹ ਜਾ ਕੇ ਚਲੇ ਗਏ ਤੇ ਹੁਣ 5 ਨੇ। 100 ਦਿਨ ਰਹਿਣਗੇ। ਦੁਬਾਰਾ ਹੁਣ ਉਹ ਦਿਨ ਆਏਗਾ ਜਿਸ ਦਿਨ ਵਾਪਸ ਆ ਕੇ ਭਾਰਤ ਆਪਣੇ ਧਰਤੀ ਦੇ ਵਾਯੂ ਮੰਡਲ ਨੂੰ ਐਟਮੋਸਫੀਅਰ ਦੀਆਂ ਪੈਹਾਂ ਤਿੰਨੇ ਭਰਦਾ, ਜਿਹਦੇ ਵਿੱਚੋਂ ਥਲੜੀਆਂ ਨੇ, ਮਤਲਬ ਕੈਰਮਨ ਲਾਈਨ ਦੇ ਉੱਪਰ ਹੈ, ਥਰਮੋਸਫੀਅਰ ਦੇ ਵਿੱਚ ਆ 85 ਕਿਲੋਮੀਟਰ ਤੋਂ 1000 ਕਿਲੋਮੀਟਰ ਦੀ ਜਿਹੜੀ ਤੈਅ ਆ ਧਰਤੀ ਦੇ ਵਾਯੂ ਮੰਡਲ। ਜਿਹੜਾ ਸਾਨੂੰ ਆਹ ਦਿਖਦਾ ਇਹ ਤਾਂ ਥਲੜਾ ਹੀ ਹੈ 10 ਕਿਲੋਮੀਟਰ ਵਾਲੇ, ਜਿਹੜਾ ਨੀਲਾ ਦੇਖਦੇ ਹੋ। ਅਸਲ ਜਿਹੜਾ ਸਪੇਸ ਹੈ ਉਹ ਕਿੱਥੋਂ ਸ਼ੁਰੂ ਹੁੰਦਾ, ਇਹਦੇ ਤੇ ਖਗੋਲ ਵਿਗਿਆਨੀ ਅਲੱਗ-ਅਲੱਗ ਗੱਲ ਕਰਦੇ ਨੇ ਵੀ 1000 ਕਿਲੋਮੀਟਰ ਤੋਂ ਉੱਪਰ ਸ਼ੁਰੂ ਹੁੰਦਾ। ਪਹਿਲੀ ਲਾਈਨ 10 ਕਿਲੋਮੀਟਰ ਦੀ ਹੈ ਜਿਹਦੇ ਵਿੱਚ ਹੀ ਸਾਰਾ ਕੁਛ ਉੱਡਦਾ, ਜਿਸ ਨੂੰ ਟ੍ਰੋਪੋਸਫੀਅਰ ਕਿਹਾ ਜਾਂਦਾ। 10 ਕਿਲੋਮੀਟਰ ਤੋਂ 50 ਕਿਲੋਮੀਟਰ ਤੱਕ ਜਿਹੜੀ ਸਟ੍ਰੈਟੋਸਫੀਅਰ ਹੈ, 50 ਤੋਂ 85 ਤੱਕ ਮੈਸੋਸਫੀਅਰ ਹੈ, 85 ਤੋਂ ਉੱਪਰ ਜਿਹੜਾ 100,000 ਕਿਲੋਮੀਟਰ ਤੱਕ ਥਰਮੋਸਫੀਅਰ ਹੈ, ਜਿਹਦੇ ਵਿੱਚ ਮੋਸਟਲੀ ਜਿਹੜੇ ਨੇ ਤੁਹਾਡੀਆਂ ਸੈਟੇਲਾਈਟਸ ਜਿਹੜੀਆਂ ਨੇ, ਕੁਛ ਥਲੜੇ ਔਰਬਿਟ 'ਚ ਵੀ ਨੇ, ਕੋਈ ਉੱਪਰਲੇ 'ਚ ਨੇ। 100 ਕਿਲੋਮੀਟਰ ਤੇ ਕਰਮਨ ਏਅਰ ਜਿਹੜੀ ਲਾਈਨ ਹੈ ਤੇ 400 ਕਿਲੋਮੀਟਰ ਤੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਉੱਡਦਾ। ਥੱਲੇ ਜਾਂ ਰਾਕਟ ਜਿਹੜੇ ਨੇ ਫਿਊਲ ਤੇ ਆਕਸੀਜਨ ਰਲ ਕੇ ਨਿਊਟਨ ਦਾ ਤੀਜਾ ਲਾ, ਐਕਸ਼ਨ ਤੇ ਰਿਐਕਸ਼ਨ, ਜਦ ਥੱਲੇ ਨੂੰ ਥਰਸਟ ਕਰਦੇ ਆ ਜ਼ੋਰ ਦੇ ਨਾਲ ਅੱਗ ਕੱਢਦਾ ਤੇ ਉਨਾ ਹੀ ਉਹ ਉੱਪਰ ਨੂੰ ਜਾਂਦਾ। ਥੋੜਾ ਸਮਾਂ ਉੱਪਰ ਜਾ ਕੇ ਉਹਨੂੰ ਟੇਢਾ ਕਰ ਦਿੰਦੇ ਆ, ਜ਼ੋਰ ਹੋਰ ਲੱਗਦਾ। ਪਹਿਲੀ ਸਟੇਜ ਰਾਕਟ ਦੀ ਨਿਕਲਦੀ ਹੈ, ਫਿਰ ਉਹ ਥੱਲੇ ਆ ਜਾਂਦਾ ਵਾਪਸ, ਜਿਹਨੂੰ ਰੀਯੂਜ਼ ਕਰਦੇ। ਫੈਲਕਨ 9 ਜਿਹੜਾ 9 ਇੰਚਾਂ ਵਾਲਾ ਦੂਸਰੀ ਸਟੇਜ ਲੈ ਕੇ ਜਾਂਦੀ ਆ ਉੱਪਰ ਤੱਕ। ਦੂਸਰੀ ਸਟੇਜ ਫਿਰ ਲੈ ਕੇ ਔਰਬਿਟ ਦੇ ਵਿੱਚ ਉਹਨੂੰ ਪਾ ਦਿੰਦੇ, ਧਰਤੀ ਦੇ ਆਲੇ ਦੁਆਲੇ ਘੁੰਮਦਾ। ਧਰਤੀ ਦੇ ਦੋਨੇ ਧਰੁਵਾਂ ਤੋਂ ਉਹਨੂੰ ਖਿੱਚ ਕੇ ਗੁਰੂਤਾ ਸ਼ਕਤੀ ਨਾਲ ਉਹਨੂੰ ਨਾਲ ਘੁਮਾਉਂਦੀ ਹੈ, ਜਿਵੇਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਘੁਮਾਉਂਦੀ ਹੈ। ਇਸ ਤਰ੍ਹਾਂ ਹੀ ਉਹ ਘੁੰਮਦਾ ਪੰਧ ਤੇ ਪੈ ਕੇ ਨੇੜੇ ਜਾ ਕੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਨੂੰ ਡੌਕਨ ਹੁੰਦਾ। ਜ਼ੀਰੋ ਗ੍ਰੈਵਿਟੀ ਜਿਹੜੀ ਅੰਦਰ ਉਹਨਾਂ ਦੇ ਜਿਹੜੇ ਇਹ ਇੰਟਰਨੈਸ਼ਨਲ ਸਪੇਸ ਸਟੇਸ਼ਨ ਹੈ ਤੇ ਉਹਦੇ ਵਿੱਚ ਉੱਡੇ ਫਿਰਦੇ ਆ ਉਹ। ਤੇ ਬਸ ਇੰਟਰਨੈਸ਼ਨਲ ਸਪੇਸ ਸਟੇਸ਼ਨ ਇੱਕ ਦਿਨ ਮੈਂ ਸ਼ੋਅ ਕਰੂੰਗਾ, ਤੁਹਾਨੂੰ ਸਮਝਾਵਾਂ, ਕੋਸ਼ਿਸ਼ ਕਰੂੰਗਾ ਵੀ ਬਣਾਇਆ ਕਿਵੇਂ ਲੈ ਕੇ ਗਏ, ਕਿਵੇਂ ਜੋੜਿਆ। ਬਹੁਤ ਵੱਡੀ ਇੱਕ ਕਹਾਣੀ 98 'ਚ ਸ਼ੁਰੂ ਹੋਈ, 10 ਸਾਲਾਂ ਦੇ ਵਿੱਚ ਉਹਨੂੰ ਜੋੜਤਾ। ਉਹਦੇ ਵਿੱਚ ਮੋਡਿਊਲ ਨੇ ਜਿਹਦੇ ਵਿੱਚ ਇਹ ਬੰਦੇ ਰਹਿੰਦੇ ਨੇ ਜਿਹੜੇ ਸਪੇਸ ਸਟੇਸ਼ਨ ਤੇ ਜਾ ਕੇ, ਤੇ ਉੱਪਰ ਉਹ ਘੁੰਮ ਰਿਹਾ। ਬਿਲਕੁਲ ਜੇ ਤੁਸੀਂ ਸਮਝੋ ਬਈ ਡਿੱਗਦੇ ਕਿਉਂ ਨਹੀਂ ਫਿਰ ਧਰਤੀ ਵੱਲ ਨੂੰ, ਡਿੱਗਦੇ ਆ ਵੀ ਜਿਵੇਂ ਸਿੰਪਲ ਛੋਟੇ ਹੁੰਦੇ ਪਾਣੀ ਦਾ ਡੋਲੂ ਭਰ ਕੇ ਬਾਂਹ ਦੇ ਆਲੇ ਦੁਆਲੇ ਘੁਮਾਉਂਦੇ ਸੀ ਨਾ, ਜਦ ਘੁਮਾਉਂਦੇ ਸੀ ਪਾਣੀ ਨਹੀਂ ਸੀ ਡੋਲਦਾ, ਜਦ ਘੁਮਾਉਂਦੇ ਸੀ ਇਸ ਤਰ੍ਹਾਂ ਬਸ ਉਹ ਘੁੰਮਦਾ ਆਲਦਾ। ਜਿਹੜਾ 2 ਸਾਡੇ ਕੈਨੇਡੀਅਨ ਉੱਥੇ ਗਏ ਹੋਏ ਸਨ ਪੰਜਾਬ ਫਗਵਾੜੇ, ਤੇ ਨਵੰਬਰ ਦੇ ਗਏ ਹੋਏ ਸੀ ਤੇ ਇਸ ਲਾਕਡਾਊਨ ਦੇ ਵਿੱਚ ਫਸ ਗਏ। ਸਰਦਾਰ ਕਿਰਪਾਲ ਸਿੰਘ ਮਨਹਾਸ ਤੇ ਸਰਦਾਰਨੀ ਦਵਿੰਦਰ ਕੌਰ ਮਨਹਾਸ, ਜਿਨ੍ਹਾਂ ਦਾ ਪਿਛਲੇ ਦਿਨੀ ਕਤਲ ਹੋਇਆ ਕੱਲ ਫਗਵਾੜੇ 'ਚ। ਉਸ ਦੇ ਮੇਨ ਦੋਸ਼ੀ ਇੱਕ ਉਹਨਾਂ ਦਾ ਕਿਰਾਏਦਾਰ ਜੱਸੀ ਢੋਲੀ ਤੇ 2 ਉਹਦੇ ਦੋਸਤ ਸੂਰਜ ਕੁਮਾਰ ਤੇ ਰਣਜੀਤ ਸਿੰਘ ਹਰਿਆਣੇ ਦੇ, ਉਹ ਵੀ ਫੜ ਲਿਆ ਤਿੰਨੇ। 2 ਸੋਨੇ ਦੀਆਂ ਚੂੜੀਆਂ ਤੇ ਸੈੱਲ ਫੋਨ ਤੇ 12,000 ਰੁਪਈਆ ਲੁੱਟਣ ਦੇ ਲਈ ਉਹਨਾਂ ਨੇ ਇਸ ਬਜ਼ੁਰਗਾਂ ਦਾ ਜਿਹੜਾ ਕਤਲ ਕਰ ਦਿੱਤਾ। ਹੁਣ ਇਹੀ ਚੀਜ਼ਾਂ, ਹੁਣ ਉਹ 2 ਦਾ ਕਤਲ ਹੋ ਗਿਆ। ਕੈਨੇਡੀਅਨ ਅੰਬੈਸੀ ਵੱਲੋਂ ਰਾਤੇ ਈਮੇਲਾਂ ਸ਼ੁਰੂ ਹੋ ਗਈਆਂ, ਦੇਖੋ ਜੀ ਹੁਣ ਪਰਮਾਨੈਂਟ ਰੈਜ਼ੀਡੈਂਸ ਲਈ ਅਸੀਂ ਫਲਾਈਟਾਂ ਸ਼ੁਰੂ ਕਰ ਰਹੇ ਹਾਂ। ਸੋ ਮਤਲਬ ਇਹ ਸੀ ਕਿ ਕੋਈ ਮਰੇ ਤੇ ਫਿਰ ਅਸੀਂ ਐਕਟ ਕਰਾਂਗੇ। ਹੁਣ ਜਿਹੜੀ ਹੁਣ ਈਮੇਲ ਦੇ ਵਿੱਚ ਜਿਹੜੇ PR ਪੈ ਗਏ, ਤੇ ਜਦ ਪਹਿਲਾਂ ਉਹ ਬਿਲਕਦੇ ਸੀ, ਜਦ PR ਕਿਉਂ ਨਹੀਂ ਸੀ ਪੈਂਦੇ ਇਹ ਸਮਝ ਨਹੀਂ ਆਉਂਦੀ। ਇਹ ਕਹਾਣੀ ਹਾਲੇ ਤੱਕ ਲੋਕਾਂ ਦੇ ਦਿਮਾਗ ਦੇ ਵਿੱਚ ਨਹੀਂ ਆਉਂਦੀ। ਇਹ ਬਹੁਤ ਚਿਰਾਂ ਦੇ ਆਪਾਂ ਇਹ ਗੱਲ ਕਹਿ ਰਹੇ ਸੀ ਕਿ ਕੁਝ ਨਾ ਕੁਝ ਹੋਊਗਾ। ਉਹੀ ਗੱਲ ਹੋਈ ਉਸ ਦੇਸ਼ ਦੇ ਵਿੱਚ ਜਿੱਥੇ 12,000 ਰੁਪਏ ਪਿੱਛੇ 2
ਜਿਹੜੇ ਬੰਦੇ ਮਾਰ ਦਿੱਤੇ ਜਾਂਦੇ ਆ, ਕੋਈ ਧਿਰਗ ਹੈ ਉੱਥੇ, ਕੀ ਕਰੋਗੇ? ਬੰਦਾ ਕਰੂਗਾ ਕੀ ਉਸ ਜਗ੍ਹਾ ਤੇ ਰਹਿ ਕੇ? ਉਹ ਫੜ ਲਓ, ਪਰ ਪਰਿਵਾਰ ਤਾਂ ਉੱਜੜ ਗਿਆ ਨਾ। ਜਿਹੜਾ ਇੱਥੇ ਬਾਲ ਬੱਚੇ ਸੀ ਜਿਹੜੇ ਨਿੱਤ ਸਵੇਰੇ ਫੋਨ ਕਰਕੇ ਗੁਆਂਢੀ ਨੂੰ ਪੁੱਛਦੇ ਸੀ, ਤੇ ਜਿਹੜੇ ਗੁਆਂਢੀ ਗੁਰਚਰਨ ਸਿੰਘ ਉਹਨਾਂ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਸ਼ਾਮ ਨੂੰ ਤੇ ਉਸ ਦੀ ਘਰਵਾਲੀ ਤੇ ਦਵਿੰਦਰ ਕੌਰ ਦੋਨੇ ਗੁਰਦੁਆਰਾ ਸਾਹਿਬ ਗਏ ਨੇ, ਜਿਹੜੇ ਹੁਣ ਮਾਰੇ ਗਏ ਨੇ। ਤੇ ਉਸ ਤੋਂ ਬਾਅਦ ਸੈਟਰਡੇ ਸਵੇਰੇ ਉਹਨਾਂ ਦਾ ਮਰਡਰ ਹੋ ਜਾਂਦਾ, ਜਾਂ ਫਰਾਈਡੇ ਰਾਤ ਨੂੰ ਹੋ ਜਾਂਦਾ। ਬੱਚੇ ਇੱਥੋਂ ਫੋਨ ਕਰਦੇ ਹੋ, ਜਾ ਕੇ ਦੇਖਦੇ ਆ, ਕੋਈ ਫੋਨ ਨਹੀਂ ਚੱਕਦਾ। ਤੇ ਬਸ ਵੀਕਐਂਡ ਤੇ ਜਿਹੜੀਆਂ ਉਹ ਸ਼ੁਰੂ ਹੋ ਗਈਆਂ। ਵੀਕਐਂਡ ਤੇ ਜਦ ਹੀ ਈਮੇਲ ਬਈ ਹੁਣ ਜੀ ਅਸੀਂ ਦੋਹਾ ਵਾਲਿਆਂ ਦੀ ਸ਼ੁਰੂ ਕਰ ਰਹੇ ਹਾਂ, ਅਸੀਂ ਦੋਹਾ 에ਅਰਲਾਈਨ ਦੋਹਾ ਕਤਰ ਦੇ ਰਾਹੀਂ ਅਸੀਂ ਹੁਣ PR ਵੀ ਆ ਸਕਦੇ, ਲੈ ਆਓ PR। ਹੁਣ ਜਿਹੜਾ ਕੁਝ ਲਿਆਉਣਾ ਉਹ ਤਾਂ ਤੁਸੀਂ ਲੈ ਆਓ, ਪਰ ਅਸਲ ਜਿਹੜੀ ਗੱਲ ਇਹ ਹੈ ਕਿ ਬਹੁਤ ਚਿਰਾਂ ਦੇ ਲੋਕ ਕਹਿੰਦੇ ਨੇ ਵੀ ਸਾਡਾ ਕੀ ਕਸੂਰ ਹੈ, ਸਾਨੂੰ ਅਸੀਂ ਵੀ ਪਰਮਾਨੈਂਟ ਰੈਜ਼ੀਡੈਂਸ ਆ, ਤੇ ਅਸੀਂ ਪੈਸੇ ਦਿੰਦੇ ਹਾਂ, ਡਾਲਰ ਦਿੰਦੇ ਹਾਂ ਤੁਹਾਨੂੰ, ਸੌਰੀ ਆਪਣੇ ਟੈਕਸ ਦਿੰਦੇ ਹਾਂ, ਸਾਡੇ ਬੱਚੇ ਸਿਟੀਜ਼ਨ ਨੇ, ਸਾਡਾ ਕੀ ਕਸੂਰ? ਲੈ ਆਓ ਫਲਾਈਟਾਂ ਜਿਹੜੀਆਂ ਹੁਣ, ਪਰ ਇਹ 2 ਜਣੇ ਨਹੀਂ ਆ ਸਕਦੇ ਹੁਣ, ਕਿਰਪਾਲ ਸਿੰਘ ਮਨਹਾਸ ਤੇ ਦਵਿੰਦਰ ਕੌਰ ਮਨਹਾਸ ਨਹੀਂ ਆ ਸਕਦੇ। ਤੇ ਸਰਕਾਰਾਂ ਆਪਣੀ ਜਗ੍ਹਾ ਵੈਸੇ ਸਿਟੀਜ਼ਨਾਂ ਦਾ ਜਿੰਮਾ ਹੈ, ਅਸੀਂ ਕੈਨੇਡੀਅਨ ਸਿਟੀਜ਼ਨ ਲੈ ਆਉਂਦੇ, ਲਾਤੀਆਂ ਅਸੀਂ ਫਲਾਈਟਾਂ ਜਿੰਨੀਆਂ ਲੈ ਕੇ ਆਉਣੀਆਂ ਸੀ। ਤੇ ਫਿਰ ਹੁਣ ਰਾਤੋਂ ਰਾਤ ਉਸ ਜਿਹੜੀ ਈਮੇਲ ਰੋਕਾ ਰੌਲਾ ਪੈਂਦਾ ਸੀ, ਹੁਣ ਉਹ 'ਚ PR ਕਿਵੇਂ ਐਡ ਹੋ ਗਏ ਵੀ? ਤੇ ਜਦ ਪਹਿਲਾਂ ਲੋਕ ਬਿਲਕਦੇ ਆ ਲੈ ਜਾਓ ਸਾਨੂੰ ਇੱਥੋਂ, ਅਸੀਂ ਫਸ ਗਏ, ਜਦ PR ਕਿਵੇਂ ਨਹੀਂ ਸੀ ਰਜਿਸਟਰਡ, ਹੀ ਨਹੀਂ ਸੀ ਕਰ ਸਕਦੇ PR। ਤੇ ਹੁਣ ਲੈ ਫਲਾਈਟਸ ਚਲਾ ਵੀ ਦਿਓ, ਆ ਜਾਣਗੇ ਲੋਕ। ਜਿਹੜੇ 2 ਜਣੇ ਇਹ ਮਾਰੇ ਗਏ ਉਹਨਾਂ ਦਾ ਕੀ ਬਣਿਆ? ਉਹ ਪਰਿਵਾਰ ਕੀ ਮਾਫ ਕਰ ਦੇਗਾ ਕੈਨੇਡੀਅਨ ਸਰਕਾਰ ਨੂੰ? ਕਦੇ ਵੀ ਇਹਦੇ ਤੇ ਹੁਣ ਜਿਹੜੀਆਂ ਫਲਾਈਟਾਂ ਡਿੱਗਦੀਆਂ ਸੀ ਨੇੜੇ ਆ ਕੇ, ਹੁਣ ਦੱਸਿਓ ਲੋਕਾਂ ਨੂੰ ਆ ਕੇ ਵੀ ਫਲਾਈਟਾਂ ਕਿਵੇਂ ਡਿੱਗੀਆਂ ਨੇ, ਤੇ ਹੁਣ ਕਿਵੇਂ ਜਿਹੜੇ PR ਜਿਹੜੇ ਨੇ ਹੁਣ ਇਹ ਦੂਜੇ ਬੰਨੇ ਪਾ ਲਿਓ, ਹੁਣ ਅਸੀਂ PR ਲੈ ਕੇ ਆ ਰਹੇ ਹਾਂ। ਪਰ ਸ਼ਰਤ ਕੀ ਹੈ ਵੀ ਉਹ ਆਉਣ ਦੇ ਲਈ ਕੀਮਤ ਕਿਹਨੇ ਚੁਕਾਈ ਹੈ? ਕਾਸ਼ ਅਸੀਂ ਹਰ ਇੱਕ ਚੀਜ਼ ਰਾਜਨੀਤੀ ਤੇ ਤੋਲਣ ਤੋਂ ਬਿਨਾਂ ਕੋਈ ਚੰਗਾ ਕੋਸ਼ਿਸ਼ ਕਰ ਸਕੀਏ ਤੇ ਆਪਣੀ ਲੋਕਾਂ ਨੂੰ ਦੱਸ ਸਕੀਏ ਅਸੀਂ ਕਿੱਥੇ ਕੁ ਸਟੈਂਡ ਕਰਦੇ ਤੇ ਸਾਡੀ ਕਿੰਨੀ ਕੁ ਔਕਾਤ ਆ, ਸਾਡੀ ਕਿੰਨੀ ਕੁ ਕੋਈ ਸੁਣਦਾ। ਜਿਹੜਾ ਹਰ ਵਕਤ ਅਸਮਾਨ ਥੰਮਣ ਵਾਲੀ ਗੱਲ ਹੈ ਕਿ ਅਸੀਂ ਉਹੀ ਆ ਸਾਰਾ ਕੁਝ, ਸਾਡੇ ਕਹੇ ਤੇ ਹੀ ਸੂਹਣ ਜਿਹੜੀ ਸਿੱਧੀ ਹੋਣੀ, ਸਾਡੇ ਕਹੇ ਤੇ ਚੱਕ ਹੋਣੀ। ਇਹ ਗਲਤ ਫਹਿਮੀਆਂ 'ਚ ਇਨਸਾਨ ਤੁਰਿਆ ਫਿਰਦਾ, ਕੱਖ ਨਹੀਂ ਹੈ, ਕੁਛ ਵੀ ਨਹੀਂ ਹੈ। ਇਹ ਧਰਤੀ, ਇਹ ਅਸਮਾਨ ਜਿਹੜੇ ਜਿੱਥੇ ਤੁਰੇ ਫਿਰਦੇ ਆ, ਆਪਣੇ ਵਰਗੀਆਂ ਬਿਲੀਅਨਸ 7 ਬਿਲੀਅਨ ਗਲੈਕਸੀਆਂ ਨੇ ਇਸ ਬ੍ਰਹਿਮੰਡ ਦੇ ਵਿੱਚ। ਉਹ ਗਲੈਕਸੀ ਦੇ ਵਿੱਚ ਇੱਕ ਭੋਰਾ ਜਿਹਦੇ ਵਿੱਚ ਮਿਲੀਅਨ ਤਾਰੇ ਨੇ, ਉਹਨਾਂ 'ਚ ਇੱਕ ਸਾਡਾ ਸੌਰ ਮੰਡਲ ਆ। ਸੋਚ ਕੇ ਵੇਖੋ ਅਸੀਂ ਕੀ ਆ ਇਸ ਬ੍ਰਹਿਮੰਡ। ਪਰ ਉਹ ਇਨਸਾਨ ਕਹਿੰਦਾ ਵੀ ਨਾ ਸਾਡੀ ਕਹੀ ਕਿਵੇਂ ਨਾ ਰਹਿ ਜਾਵੇ, ਦੁਨੀਆ ਇੱਧਰ ਦੀ ਇੱਧਰ ਹੋਏ। ਪਹਿਲਾਂ ਜਿਹੜਾ ਆਪਾਂ ਲਿਆਉਣ ਦੀ ਗੱਲ ਚੱਲੀ ਸੀ, ਉਹ 'ਚ ਕੋਸ਼ਿਸ਼ ਇਹ ਕਰਦੇ ਸੀ ਵੀ ਫਲਾਈਟਾਂ ਦੇ ਵਿੱਚ PR ਜਿਹੜੇ ਵਲਨਰੇਬਲ ਬਜ਼ੁਰਗ ਨੇ, ਬੱਚੇ ਨੇ, ਉਹਨਾਂ ਨੂੰ ਆ ਜਾਂਦੇ। 8-10 ਸ਼ੁਰੂ ਹੋ ਜਾਂਦੀ, 8-10 ਹੋਰ ਜੁੜ ਜਾਂਦੀਆਂ, 20 ਫਲਾਈਟਾਂ 25 ਆ ਜਾਂਦੀਆਂ, ਬੰਦਾ ਜਿਹੜਾ 7-8 ਹਜ਼ਾਰ ਆ ਜਾਂਦਾ। ਤੇ ਹੁਣ ਜਦ ਨੁਕਸਾਨ ਹੋ ਜਾਂਦਾ ਪਰਿਵਾਰ ਨੂੰ, ਕਿਹੜੇ ਪਾਸਿਓਂ ਤੁਸੀਂ ਹੁਣ ਜਿਹੜਾ ਢਾਰਸ ਦਓਗੇ? ਉਹ ਸਿਟੀਜ਼ਨ ਨੇ, ਇੱਥੇ ਜੰਮੇ ਪਲੇ ਨੇ, ਇਸ ਦੇਸ਼ ਦੇ ਨਾਗਰਿਕ ਨੇ, ਪਰ ਉਹਨਾਂ ਦਾ ਤਾਂ ਸਭ ਕੁਝ ਉੱਜੜ ਗਿਆ ਨਾ। ਹੁਣ ਉਹਨਾਂ ਦੀ ਜੁੱਤੀ ਦੇ ਵਿੱਚ ਪੈਰ ਪਾ ਕੇ ਪਤਾ ਲੱਗੂ। ਜਾਇਓ ਇੱਥੇ ਸੰਸਕਾਰ ਤੇ ਘਰੇ ਬੈਠ ਆਇਓ, ਕਲੀਨਿਕਸ ਲੈ ਜਾਓ, ਨਾਲੇ ਨੱਕ ਪੂੰਝੀ ਜਾਇਓ, ਨਾਲੇ ਅੱਖਾਂ ਪੂੰਝੀ ਚੱਲਿਓ, ਬਹਾਨਾ ਜਿਹਾ ਕਰਕੇ ਉੱਥੇ ਬੋਲ ਆਇਓ, ਬਸ ਇੰਨਾ ਹੀ ਕੰਮ। ਅਸੀਂ ਹਰ ਇੱਕ ਚੀਜ਼ ਨੂੰ ਆਪਣੇ ਹਿਸਾਬ ਨਾਲ ਨਾਪਦੇ ਹਾਂ, ਤੋਲਦੇ ਹਾਂ, ਉਹਦੇ ਵਿੱਚੋਂ ਇਹੋ ਜਿਹਾ ਕੁਛ ਨਿਕਲਦਾ। ਇਹ ਠੀਕ ਹੈ ਵੀ ਉੱਥੇ ਦੇ ਲਾ ਐਂਡ ਆਰਡਰ ਦੀ ਸਿਚੁਏਸ਼ਨ ਆ, ਪਰ ਜਿਨ੍ਹਾਂ ਨੇ ਮੁੜ ਕੇ ਮਾਰਚ 'ਚ ਆਉਣਾ ਸੀ, ਫਰਵਰੀ 'ਚ ਆਉਣਾ, ਜਦੋਂ 4-4 ਮਹੀਨੇ ਉੱਪਰ ਰਹਿ ਗਏ, ਉਹ ਉੱਥੇ ਬੈਠੇ ਨੇ, ਜਵਾਕ ਇੱਥੇ ਬੈਠੇ ਬਿਲਕਦੇ ਨੇ। ਪੁੱਛ ਕੇ ਵੇਖੋ ਜਿਨ੍ਹਾਂ ਦੇ ਮਾਪੇ ਉੱਥੇ PR ਬੈਠੇ ਨੇ, ਬਣਦਾ ਕੀ। ਧੰਨਵਾਦ ਜੀ ਸਾਰਿਆਂ ਦਾ। ਘੱਲੂਘਾਰੇ ਸੰਬੰਧੀ ਗੱਲਬਾਤ ਅਗਲੀ ਕੜੀ ਕੱਲ੍ਹ ਨੂੰ ਪੇਸ਼ ਕਰਾਂਗਾ। ਕੋਈ ਸੁਝਾਅ ਹੋਵੇ 604-729-1224 ਤੇ WhatsApp ਜਾਂ ਟੈਕਸਟ ਕਰ ਸਕਦੇ ਜਾਂ Facebook ਕਰ ਸਕਦੇ। ਧੰਨਵਾਦ ਬਹੁਤ।